नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਮੰਗ ਤੇ ਮੰਗ ਦਾ ਨਿਯਮ, ਡਿਮਾਂਡ ਐਂਡ ਲਾ ਆਫ ਡਿਮਾਂਡ। ਚੱਲਦੇ ਹਾਂ ਜੀ ਅੱਜ ਦੇ ਟੌਪਿਕ ਤੇ। ਹਾਂਜੀ, ਕੁਝ ਇੰਪੋਰਟੈਂਟ ਜਿਹੜੇ ਪੁਆਇੰਟ ਜਿਹੜੇ ਧਿਆਨ 'ਚ ਰੱਖਣੇ ਆ। ਸਭ ਤੋਂ ਪਹਿਲਾਂ ਹੈ ਕਨਸੈਪਟ ਆਫ ਡਿਮਾਂਡ। ਮੰਗ ਦੀ ਕੀ ਧਾਰਨਾ ਹੈ। ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇੱਛਾ, ਲੋੜ ਤੇ ਮੰਗ ਤਿੰਨਾਂ ਸ਼ਬਦਾਂ ਦੀ ਵਰਤੋਂ ਇੱਕੋ ਜਿਹੇ ਅਰਥਾਂ ਵਿੱਚ ਕੀਤੀ ਜਾਂਦੀ ਹੈ। ਡਿਜ਼ਾਇਰ, ਨੀਡ ਐਂਡ ਡਿਮਾਂਡ, ਇਹਨਾਂ ਤਿੰਨਾਂ ਸ਼ਬਦਾਂ ਦੀ ਜਿਹੜੀ ਵਰਤੋਂ ਹੈ ਉਹ ਇੱਕੋ ਅਰਥਾਂ ਦੇ ਲਈ ਕੀਤੀ ਜਾਂਦੀ ਹੈ ਆਮ ਬੋਲਚਾਲ ਦੀ ਭਾਸ਼ਾ ਵਿੱਚ। ਪਰ ਅਰਥ ਸ਼ਾਸਤਰ ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਅੰਤਰ ਹੈ ਜਿਹੜਾ ਉਹ ਪੇਸ਼ ਕਰਦਾ ਹੈ। ਇਹਨਾਂ ਤਿੰਨਾਂ ਦੇ ਜਿਹੜੇ ਵੱਖ-ਵੱਖ ਅਰਥ ਹੈ ਜਿਹੜੇ ਅਰਥ ਸ਼ਾਸਤਰ ਦਿੰਦਾ ਹੈ। ਹਾਂਜੀ, ਸਭ ਤੋਂ ਪਹਿਲਾਂ ਡੈਫੀਨੇਸ਼ਨ ਪੜ੍ਹਦੇ ਹਾਂ। ਮੰਗ ਤੋਂ ਕੀ ਭਾਵ ਹੈ। ਮੰਗ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੁੰਦੀ ਹੈ ਜਿਸ ਨੂੰ ਉਪਭੋਗਤਾ ਨਿਸ਼ਚਿਤ ਸਮੇਂ ਤੇ ਨਿਸ਼ਚਿਤ ਕੀਮਤ ਤੇ ਖਰੀਦਣ ਦੇ ਲਈ ਤਿਆਰ ਹੁੰਦਾ ਹੈ। ਧਿਆਨ ਰੱਖਣਾ ਹੈ ਸਪੈਸੀਫਿਕ ਟਾਈਮ ਤੇ ਸਰਟਨ ਪ੍ਰਾਈਸ ਤੇ, ਠੀਕ ਹੈ, ਉਪਭੋਗਤਾ ਉਹਨੂੰ ਖਰੀਦਣ ਦੇ ਲਈ ਤਿਆਰ ਹੁੰਦਾ ਹੈ, ਉਹਨੂੰ ਆਪਾਂ ਮੰਗ ਕਹਿ ਦਿੰਦੇ ਹਾਂ। ਮੰਗ ਦੇ ਵਿੱਚ ਤਿੰਨ ਜਿਹੜੇ ਹੈਗੇ ਆ ਤੱਤ ਸ਼ਾਮਲ ਹੁੰਦੇ ਆ। ਸਭ ਤੋਂ ਪਹਿਲਾਂ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਦਾ ਹੋਣਾ, ਇੱਛਾ ਨੂੰ ਪੂਰਾ ਕਰਨ ਦੇ ਲਈ ਧਨ ਦਾ ਹੋਣਾ ਤੇ ਧਨ ਖਰਚ ਕਰਨ ਦੇ ਲਈ ਤਿਆਰ ਹੋਣਾ। ਜੇ ਤਿੰਨੇ ਚੀਜ਼ਾਂ ਇਕੱਠੀਆਂ ਮਿਲ ਜਾਣ ਤਾਂ ਆਪਾਂ ਉਸ ਨੂੰ ਮੰਗ ਕਹਾਂਗੇ, ਠੀਕ ਹੈ ਜੀ। ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਹੁਣ ਆਪਾਂ ਤਿੰਨਾਂ ਸ਼ਬਦਾਂ ਦੇ ਵਿੱਚ ਅੰਤਰ ਦੇਖਦੇ ਹਾਂ, ਡਿਜ਼ਾਇਰ, ਨੀਡਸ ਤੇ ਡਿਮਾਂਡ ਦੇ ਵਿੱਚ। ਸਭ ਤੋਂ ਪਹਿਲਾਂ ਡਿਮਾਂਡ ਦੇ ਵਿੱਚ ਤਿੰਨ ਚੀਜ਼ਾਂ ਹੋਣਗੀਆਂ। ਵਿਲਿੰਗ ਟੂ ਬਾਏ, ਖਰੀਦਣ ਦੀ ਇੱਛਾ, ਵਿਲਿੰਗ ਅਬਿਲਿਟੀ ਟੂ ਬਾਏ, ਖਰੀਦਣ ਦੀ ਯੋਗਤਾ, ਐਂਡ ਵਿਲਿੰਗਨੈਸ ਟੂ ਪੇ, ਅਤੇ ਉਸ ਨੂੰ ਖਰੀਦਣ ਜਾਂ ਅਦਾਇਗੀ ਦੇ ਲਈ ਵੀ ਤਿਆਰ ਰਹਿਣਾ, ਧਨ ਨੂੰ ਖਰਚ ਕਰਨ ਦੇ ਲਈ ਤਿਆਰ ਰਹਿਣਾ। ਜਦੋਂ ਇਹ ਤਿੰਨ ਚੀਜ਼ਾਂ ਮਿਲ ਜਾਣ ਤਾਂ ਉਹਨੂੰ ਆਪਾਂ ਡਿਮਾਂਡ ਕਵਾਂਗੇ। ਸਭ ਤੋਂ ਪਹਿਲਾਂ ਹੈ ਕਿਸੇ ਵਸਤੂ ਨੂੰ ਖਰੀਦਣ ਦੀ ਇੱਛਾ ਰੱਖਣਾ, ਫਿਰ ਉਸ ਨੂੰ ਖਰੀਦਣ ਦੇ ਲਈ ਯੋਗਤਾ ਦਾ ਹੋਣਾ, ਭਾਵ ਧਨ ਦਾ ਹੋਣਾ, ਤੇ ਧਨ ਨੂੰ ਖਰਚ ਕਰਨ ਦੇ ਲਈ ਤਿਆਰ ਹੋਣਾ, ਠੀਕ ਹੈ ਜੀ। ਜਿਹੜੀ ਲੋੜ ਹੈ ਉਹਦੇ ਵਿੱਚ ਦੋ ਚੀਜ਼ਾਂ ਹੀ ਹੁੰਦੀਆਂ, ਵਿਲਿੰਗ ਟੂ ਬਾਏ, ਖਰੀਦਣ ਦੀ ਇੱਛਾ ਹੋਣਾ, ਐਂਡ ਅਬਿਲਿਟੀ ਟੂ ਬਾਏ, ਅਤੇ ਖਰੀਦਣ ਦੀ ਯੋਗਤਾ ਹੋਣਾ, ਭਾਵ ਧਨ ਦਾ ਹੋਣਾ, ਠੀਕ ਹੈ। ਪਰ ਡਜ਼ ਨਾਟ ਵਾਂਟ ਟੂ ਪੇ, ਪਰ ਉਹ ਆਪਾਂ ਤੁਹਾਨੂੰ ਉੱਥੇ ਖਰਚ ਨਹੀਂ ਕਰ ਪਾ ਰਹੇ, ਠੀਕ ਹੈ, ਖਰਚ ਨਹੀਂ ਕਰਨਾ ਚਾਹੁੰਦੇ, ਤਾਂ ਉਹਨੂੰ ਆਪਾਂ ਲੋੜ ਕਵਾਂਗੇ। ਜਦੋਂ ਦੋ ਚੀਜ਼ਾਂ ਹੋਣ, ਵਿਲਿੰਗ ਟੂ ਬਾਏ ਤੇ ਅਬਿਲਿਟੀ ਟੂ ਬਾਏ, ਆਹ ਦੋ ਚੀਜ਼ਾਂ ਹੋਣ ਤਾਂ ਉਹ ਕੀ ਹੁੰਦੀ ਹੈ, ਆਪਣੇ ਕੋਲ ਲੋੜ ਹੁੰਦੀ ਹੈ, ਠੀਕ ਹੈ। ਇਹ ਧਿਆਨ ਰੱਖਣਾ। ਜਿਹੜੀ ਡਿਜ਼ਾਇਰ ਹੁੰਦੀ ਹੈ, ਇੱਛਾ ਹੁੰਦੀ ਹੈ, ਉਹਦੇ ਵਿੱਚ ਸਿਰਫ ਇੱਕ ਹੀ ਚੀਜ਼ ਹੁੰਦੀ ਹੈ, ਵਿਲਿੰਗ ਟੂ ਬਾਏ, ਖਰੀਦਣ ਦੀ ਇੱਛਾ ਹੋਣਾ, ਠੀਕ ਹੈ। ਕੱਲੀ ਆਹੀ ਚੀਜ਼ ਹੋਏਗੀ, ਖਰੀਦਣ ਦੀ ਇੱਛਾ ਦਾ ਹੋਣਾ, ਠੀਕ ਹੈ। ਪਰ ਉਸ ਨੂੰ ਖਰੀਦਣ ਲਈ ਧਨ ਦਾ ਨਾ ਹੋਣਾ, ਇਹ ਨਹੀਂ ਹੁੰਦਾ, ਠੀਕ ਹੈ। ਅਬਿਲਿਟੀ ਟੂ ਬਾਏ ਜਿਹੜੀ ਉਹ ਨਹੀਂ ਹੁੰਦੀ, ਉਹਨੂੰ ਆਪਾਂ ਕੀ ਕਹਾਂਗੇ, ਡਿਜ਼ਾਇਰ। ਇਹ ਧਿਆਨ 'ਚ ਰੱਖਣਾ ਹੈ। ਤਿੰਨੇ ਚੀਜ਼ਾਂ ਹੋਣ, ਵਿਲਿੰਗ ਟੂ ਬਾਏ, ਅਬਿਲਿਟੀ ਟੂ ਬਾਏ, ਵਿਲਿੰਗਨੈਸ ਟੂ ਪੇ, ਠੀਕ ਹੈ। ਖਰੀਦਣ ਦੀ ਇੱਛਾ ਹੋਣਾ, ਇੱਛਾ ਨੂੰ ਪੂਰਾ ਕਰਨ ਲਈ ਧਨ ਹੋਣਾ, ਤੇ ਧਨ ਨੂੰ ਖਰਚ ਕਰਨ ਲਈ ਤਿਆਰ ਹੋਣਾ, ਤਾਂ ਉਹ ਡਿਮਾਂਡ ਕਹਿਲਾਏਗੀ। ਜੇ ਪਹਿਲੀਆਂ ਦੋ ਚੀਜ਼ਾਂ ਵਿਲਿੰਗ ਟੂ ਬਾਏ, ਖਰੀਦਣ ਦੀ ਇੱਛਾ ਹੋਣਾ, ਤੇ ਇੱਛਾ ਨੂੰ ਪੂਰਾ ਕਰਨ ਲਈ ਧਨ ਦਾ ਹੋਣਾ, ਪਰ ਧਨ ਖਰਚ ਨਾ ਕਰਨਾ, ਉਹ ਲੋੜ ਹੋਏਗੀ। ਜੇ ਇੱਕ ਹੀ ਚੀਜ਼ ਹੋਏ, ਵਿਲਿੰਗ ਟੂ ਬਾਏ ਇਕੱਲੀ ਹੋਵੇ, ਤਾਂ ਉਹ ਡਿਜ਼ਾਇਰ ਹੋਏਗੀ। ਇਹ ਧਿਆਨ 'ਚ ਰੱਖਣਾ ਜੀ, ਤਿੰਨਾਂ ਦੇ ਵਿੱਚ ਅੰਤਰ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਡਿਮਾਂਡ ਤੇ ਕੁਆਂਟੀਟੀ ਡਿਮਾਂਡਡ, ਮੰਗੀ ਗਈ ਮਾਤਰਾ। ਇਹਨਾਂ ਦੋਹਾਂ ਦੇ ਵਿੱਚ ਆਪਾਂ ਡਿਫਰੈਂਸ ਪੜਾਂਗੇ। ਸਭ ਤੋਂ ਪਹਿਲਾਂ ਡਿਮਾਂਡ ਦੀ ਗੱਲ ਕਰਦੇ ਹਾਂ। ਮੰਗ ਕਿਸੇ ਵਸਤੂ ਜਾਂ ਪਦਾਰਥ ਦੀਆਂ ਉਹ ਵੱਖ-ਵੱਖ ਮਾਤਰਾਵਾਂ ਜਾਂ ਇਕਾਈਆਂ ਹਨ, ਠੀਕ ਹੈ ਜੀ, ਜੋ ਇੱਕ ਉਪਭੋਗਤਾ ਨਿਸ਼ਚਿਤ ਸਮੇਂ ਦੇ ਵਿੱਚ ਵੱਖ-ਵੱਖ ਕੀਮਤਾਂ ਤੇ ਖਰੀਦਣ ਦੀ ਯੋਜਨਾ ਬਣਾਉਂਦਾ ਹੈ। ਦੋ ਗੱਲਾਂ ਧਿਆਨ ਰੱਖਣੀਆਂ। ਇੱਕ ਤਾਂ ਰੱਖਣਾ ਵੀ ਵੱਖ-ਵੱਖ ਮਾਤਰਾਵਾਂ ਖਰੀਦੇਗਾ ਵੱਖ-ਵੱਖ ਕੀਮਤਾਂ ਤੇ, ਇਹ ਗੱਲ ਧਿਆਨ 'ਚ ਰੱਖਣੀ ਹੈ। ਤੇ ਟਾਈਮ ਹੈ ਉਹ ਨਿਸ਼ਚਿਤ ਹੋਏਗਾ, ਸਰਟਨ ਟਾਈਮ ਪੀਰੀਅਡ ਹੋਏਗਾ, ਠੀਕ ਹੈ ਜੀ। ਜਿਵੇਂ ਦੇਖੋ, 1 ਰੁਪਏ ਜਦੋਂ ਪ੍ਰਾਈਸ ਹੈ ਤਾਂ ਉਹ 5 ਕੁਆਂਟਿਟੀ ਕਿਸੇ ਵਸਤੂ ਦੀਆਂ ਖਰੀਦ ਰਿਹਾ। ਕੀਮਤ ਵੱਧ ਰਹੀ ਹੈ, 2 ਹੋ ਰਹੀ ਹੈ ਤਾਂ ਉਹ 4 ਖਰੀਦ ਰਿਹਾ। ਕੀਮਤ ਹੋਰ ਵੱਧ ਗਈ ਤਾਂ ਉਹ 3 ਖਰੀਦ ਰਿਹਾ। ਜਿਵੇਂ ਕੀਮਤ ਵੱਧਦੀ ਜਾ ਰਹੀ ਹੈ ਤਾਂ ਉਹ ਮਾਤਰਾਵਾਂ ਜਿਹੜੀਆਂ ਉਹ ਵੱਖ-ਵੱਖ ਖਰੀਦ ਰਿਹਾ, ਵੱਖ-ਵੱਖ ਕੀਮਤਾਂ ਤੇ ਵੱਖ-ਵੱਖ ਜਿਹੜੀਆਂ ਹੈਗੀਆਂ ਮਾਤਰਾਵਾਂ ਵਸਤੂ ਦੀਆਂ ਖਰੀਦ ਰਿਹਾ, ਠੀਕ ਹੈ ਜੀ। ਇਹ ਡਿਮਾਂਡ ਹੈ ਜੀ। ਹਾਂਜੀ, ਕੁਆਂਟੀਟੀ ਡਿਮਾਂਡਡ ਦਾ ਮਤਲਬ ਕੀ ਹੈ। ਇੱਕ ਨਿਸ਼ਚਿਤ ਕੀਮਤ ਤੇ ਜਿੰਨੀ ਮਾਤਰਾ ਖਰੀਦਦਾ ਕਿਸੇ ਵਸਤੂ ਦੀ, ਉਹਨੂੰ ਕੀ ਕਹਾਂਗੇ ਆਪਾਂ, ਕੁਆਂਟੀਟੀ ਡਿਮਾਂਡਡ ਜਾਂ ਮੰਗੀ ਗਈ ਮਾਤਰਾ, ਠੀਕ ਹੈ ਜੀ। 1 ਰੁਪਇਆ ਕੀਮਤ ਤੇ ਉਹ 5 ਇਕਾਈਆਂ ਖਰੀਦ ਰਿਹਾ, ਇਹਨੂੰ ਆਪਾਂ ਕੁਆਂਟੀਟੀ ਡਿਮਾਂਡਡ ਕਹਾਂਗੇ, ਠੀਕ ਹੈ। ਕੀਮਤ ਹੈ ਜਿਹੜੀ ਉਹ ਨਿਸ਼ਚਿਤ ਲੈਣੀ ਹੈ। ਇੱਧਰ ਆਪਾਂ ਜਿਹੜਾ ਹੈ ਇੱਕ ਸ਼ਡਿਊਲ ਤਿਆਰ ਕਰਨਾ ਹੈ, ਸੂਚੀ ਤਿਆਰ ਕਰਨੀ ਹੈ ਇਹਦੇ ਵਿੱਚ, ਠੀਕ ਹੈ ਜੀ। ਵੱਖ-ਵੱਖ ਕੀਮਤਾਂ ਤੇ ਵੱਖ-ਵੱਖ ਜਿਹੜੀਆਂ ਮਾਤਰਾਵਾਂ ਜਿਹੜਾ ਉਹਨੂੰ ਪ੍ਰਗਟ ਕਰਨਾ ਹੈ ਮੰਗ ਦੇ ਵਿੱਚ, ਠੀਕ ਹੈ। ਧਿਆਨ 'ਚ ਰੱਖਣਾ ਜੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਇੰਡੀਵਿਜੂਅਲ ਡਿਮਾਂਡ ਸ਼ਡਿਊਲ ਤੇ ਮਾਰਕੀਟ ਡਿਮਾਂਡ ਸ਼ਡਿਊਲ। ਹਾਂਜੀ, ਸਭ ਤੋਂ ਪਹਿਲਾਂ ਵਿਅਕਤੀਗਤ ਮੰਗ ਸੂਚੀ। ਇਹ ਉਹ ਤਾਲਿਕਾ ਹੈ, ਉਹ ਸੂਚੀ ਹੈ ਜੋ ਮੰਗ ਦੇ ਹੋਰਨਾਂ ਫੈਕਟਰਾਂ ਦੇ ਸਥਿਰ ਰਹਿਣ ਤੇ। ਹੋਰਨਾਂ ਫੈਕਟਰਾਂ ਦਾ ਮਤਲਬ ਇਹ ਹੈ ਵੀ ਰਿਮੇਨਿੰਗ ਥਿੰਗਸ ਰਿਮੇਨਸ ਕੌਂਸਟੈਂਟ ਦਾ ਮੀਨਿੰਗ ਇਹ ਹੈ ਵੀ ਉਪਭੋਗੀ ਦੀ ਜਿਹੜੀ ਆਮਦਨ ਹੈ ਉਹ ਸਥਿਰ ਰਹੇਗੀ, ਸੰਬੰਧਿਤ ਵਸਤੂਆਂ ਦੀ ਕੀਮਤ ਸਥਿਰ ਰਹੇਗੀ, ਉਪਭੋਗਤਾ ਦੀ ਰੁਚੀ ਸਥਿਰ ਰਹੇਗੀ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਉਣਗੀਆਂ। ਦੁਬਾਰਾ, ਇੱਕ ਨਿਸ਼ਚਿਤ ਸਮੇਂ ਦੌਰਾਨ, ਠੀਕ ਹੈ ਜੀ, ਵਸਤੂ ਦੀਆਂ ਭਿੰਨ-ਭਿੰਨ ਕੀਮਤਾਂ ਤੇ ਵਸਤੂ ਦੀ ਮੰਗੀ ਗਈ ਮਾਤਰਾਵਾਂ ਦੇ ਸੰਬੰਧ ਨੂੰ ਪ੍ਰਗਟ ਕਰਦੀ ਹੈ, ਠੀਕ ਹੈ। ਧਿਆਨ ਰੱਖਣਾ ਹੈ ਵਿਅਕਤੀਗਤ ਜਿਹੜੀ ਮੰਗ ਹੈ ਹੋਰ ਗੱਲਾਂ ਸਮਾਨ ਰਹਿਣ ਤੇ ਇੱਕ ਵਿਅਕਤੀ ਦੁਆਰਾ, ਠੀਕ ਹੈ ਜੀ, ਨਿਸ਼ਚਿਤ ਸਮੇਂ ਤੇ ਭਿੰਨ-ਭਿੰਨ ਕੀਮਤਾਂ ਤੇ ਮੰਗੀ ਗਈਆਂ ਭਿੰਨ-ਭਿੰਨ ਮਾਤਰਾਵਾਂ ਦੇ ਸੰਬੰਧ ਨੂੰ ਪ੍ਰਗਟ ਕਰਦੀ ਹੈ। ਜਿਵੇਂ ਦੇਖੋ, 100 ਰੁਪਏ ਕਿਸੇ ਵਸਤੂ ਦੀ ਪਰ ਯੂਨਿਟ ਪ੍ਰਾਈਸ ਹੈ ਤਾਂ ਇਹ ਜੋ ਵਿਅਕਤੀ ਹੈ ਜਿਹੜਾ ਉਹ 50 ਮਾਤਰਾਵਾਂ ਖਰੀਦ ਰਿਹਾ। ਕੀਮਤ 200 ਹੋ ਜਾਂਦੀ ਹੈ ਤਾਂ 40 ਖਰੀਦ ਰਿਹਾ ਮਾਤਰਾਵਾਂ। ਜਦੋਂ ਕੀਮਤ ਵੱਧ ਕੇ ਪਰ ਯੂਨਿਟ 300 ਹੋ ਜਾਂਦੀ ਹੈ ਤਾਂ 30 ਖਰੀਦ ਰਿਹਾ। ਹਾਂਜੀ, ਬਾਜ਼ਾਰ ਮੰਗ ਸੂਚੀ ਦੀ ਗੱਲ ਕਰਦੇ ਹਾਂ। ਬਾਜ਼ਾਰ ਦੇ ਵਿੱਚ ਕਿਸੇ ਇੱਕ ਵਸਤੂ ਦੇ ਬਹੁਤ ਸਾਰੇ ਖਰੀਦਦਾਰ ਹੁੰਦੇ ਹਨ ਤੇ ਇਸ ਸੂਚੀ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਦੌਰਾਨ ਬਾਜ਼ਾਰ ਵਿੱਚ ਮੌਜੂਦ ਸਾਰੇ ਖਰੀਦਦਾਰਾਂ ਦੁਆਰਾ ਪ੍ਰਗਟ ਕੀਤੀ ਗਈ ਕੁੱਲ ਮੰਗ ਦਾ ਇਹ ਜੋੜ ਹੁੰਦੀ ਹੈ, ਠੀਕ ਹੈ। ਇਹਨੂੰ ਆਪਾਂ ਬਾਜ਼ਾਰ ਮੰਗ ਸੂਚੀ ਕਹਿੰਦੇ ਹਾਂ। ਜਿਵੇਂ ਐਗਜ਼ਾਮਪਲ ਦੇ ਵਿੱਚ ਆਪਾਂ ਸਿਰਫ ਇਹ ਮੰਨ ਕੇ ਚੱਲਦੇ ਹਾਂ ਵੀ 2 ਹੀ ਖਰੀਦਦਾਰ ਬਾਜ਼ਾਰ ਦੇ ਵਿੱਚ ਹਨ
ਕਿਸੇ ਵਸਤੂ ਦੇ, ਤਾਂ ਮਾਰਕੀਟ ਜਿਹੜੀ ਹੈਗੀ ਹੈ ਡਿਮਾਂਡ ਉਹ ਕਿਵੇਂ ਬਣੇਗੀ। ਹਾਂਜੀ, ਜਿਹੜੀ ਹੈਗੀ ਹੈ ਪਰ ਯੂਨਿਟ 100 ਰੁਪਏ ਕਿਸੇ ਵਸਤੂ ਦੀ ਕੀਮਤ ਹੈ, ਤਾਂ ਏ ਹੈ ਜਿਹੜਾ ਉਹ 50 ਯੂਨਿਟ ਖਰੀਦ ਰਿਹਾ ਤੇ ਬੀ ਹੈ ਜਿਹੜਾ ਉਹ 70 ਯੂਨਿਟ ਖਰੀਦ ਰਿਹਾ, ਤਾਂ ਟੋਟਲ ਬਾਜ਼ਾਰ ਦੀ ਜਿਹੜੀ ਉਸ ਵਸਤੂ ਦੀ ਜਿਹੜੀ ਮੰਗ ਬਣਦੀ ਪਈ ਹੈ 100 ਰੁਪਏ ਤੇ ਉਹ 120 ਬਣਦੀ ਹੈ। ਠੀਕ ਹੈ ਜੀ, ਇਹਨਾਂ ਦੋਵਾਂ ਦਾ ਪਲੱਸ ਕੀਤਾ ਹੈ। ਧਿਆਨ ਰੱਖਣਾ ਇਹ ਪਲੱਸ ਦਾ ਜਿਹੜਾ ਹੋਰੀਜ਼ੋਨਟਲ ਸਮਿਸ਼ਨ ਹੋ ਰਿਹਾ, ਦੋ ਤਰ੍ਹਾਂ ਦਾ ਸਮਿਸ਼ਨ ਹੁੰਦਾ ਹੈ। ਇੱਕ ਇਸ ਤਰੀਕੇ ਨਾਲ ਜਦੋਂ ਪਲੱਸ ਹੋਵੇ ਇਹਨੂੰ ਹੋਰੀਜ਼ੋਨਟਲ ਸਮਿਸ਼ਨ ਕਹਿ ਦਿੰਦੇ ਆ, ਜਦੋਂ ਇਸ ਤਰੀਕੇ ਦੇ ਨਾਲ ਪਲੱਸ ਹੋਵੇ ਉਹਨੂੰ ਆਪਾਂ ਵਰਟੀਕਲ ਸਮਿਸ਼ਨ ਕਹਿ ਦਿੰਦੇ ਆ। ਇੱਥੇ ਜਿਹੜਾ ਪਲੱਸ ਹੋ ਰਿਹਾ ਹੋਰੀਜ਼ੋਨਟਲ ਹੋ ਰਿਹਾ। ਠੀਕ ਹੈ ਜੀ, ਜਦੋਂ ਕੀਮਤ 200 ਰੁਪਏ ਹੋ ਜਾਂਦੀ ਹੈ ਤਾਂ ਇਹ 40 ਇਕਾਈਆਂ ਦੀ ਖਰੀਦ ਕਰ ਰਿਹਾ, ਬੀ 60 ਇਕਾਈਆਂ ਦੀ ਖਰੀਦ ਕਰ ਰਿਹਾ ਤੇ ਬਾਜ਼ਾਰ ਦੀ ਜਿਹੜੀ ਟੋਟਲ ਜਿਹੜੀ ਮੰਗ ਹੈ ਇੱਕ 200 ਰੁਪਏ ਤੇ ਉਸ ਵਸਤੂ ਦੀ 100 ਜਿਹੜੀ ਯੂਨਿਟ ਹੋਏਗੀ। ਜਦੋਂ ਕੀਮਤ ਵੱਧ ਕੇ 300 ਰੁਪਏ ਹੋ ਜਾਂਦੀ ਹੈ ਤਾਂ ਇਹ ਹੈ ਜਿਹੜਾ ਉਹ 30 ਯੂਨਿਟ ਖਰੀਦ ਰਿਹਾ, ਬੀ ਹੈ ਜਿਹੜਾ ਉਹ 50 ਯੂਨਿਟ ਖਰੀਦ ਰਿਹਾ, ਤਾਂ ਬਾਜ਼ਾਰ ਦੀ ਜਿਹੜੀ ਹੈਗੀ ਹੈ ਮਾਰਕੀਟ ਡਿਮਾਂਡ ਹੈ ਜਿਹੜੀ ਉਹ 80 ਯੂਨਿਟ ਜਿਹੜੀ ਹੋ ਜਾਏਗੀ। ਠੀਕ ਹੈ, ਇਹ ਧਿਆਨ ਰੱਖਣਾ ਹੈ, ਈਜ਼ੀ ਜਿਹਾ ਕੰਸੈਪਟ ਹੈ ਇਹ। ਹਾਂਜੀ, ਨੋਟ ਕੀ ਕਰਨਾ, ਇਹ ਇੰਪੋਰਟੈਂਟ ਹੈ ਨੋਟ ਕਰਨ ਵਾਲੀ ਗੱਲ, ਵੀ ਜਿਹੜੀ ਬਾਜ਼ਾਰ ਮੰਗ ਹੈ ਉਹ ਵਿਅਕਤੀਗਤ ਮੰਗ ਭਾਵ ਏ ਦੀ ਮੰਗ, ਬੀ ਦੀ ਮੰਗ, ਉਹਨਾਂ ਦਾ ਹੋਰੀਜ਼ੋਨਟਲ ਸਮਿਸ਼ਨ ਹੁੰਦਾ। ਇਹ ਆਪਾਂ ਪਹਿਲਾਂ ਕਰਕੇ ਗਏ ਹਾਂ। ਹੋਰੀਜ਼ੋਨਟਲ ਸਮਿਸ਼ਨ ਇਸ ਤਰ੍ਹਾਂ ਹੁੰਦਾ ਵੀ ਇੱਧਰ 50 ਹੋ ਗਏ ਏ ਦੀ ਮੰਗ ਤੇ ਇੱਧਰ ਬੀ ਦੀ ਮੰਗ 70 ਹੈ। ਠੀਕ ਹੈ ਜੀ, ਟੋਟਲ ਜਿਹੜੀ ਮਾਰਕੀਟ ਡਿਮਾਂਡ 120 ਹੋ ਜਾਏਗੀ। ਠੀਕ ਹੈ ਜੀ, ਇਹਨੂੰ ਹੋਰੀਜ਼ੋਨਟਲ ਕਹਿੰਦੇ ਆਪਾਂ। ਵਰਟੀਕਲ ਇਸ ਤਰ੍ਹਾਂ ਹੁੰਦਾ ਹੈ, 100 ਰੁਪਏ ਤੇ ਮੰਨ ਲਓ ਇਹ ਹੈ 30 ਇਕਾਈਆਂ ਦੀ ਮੰਗ ਕਰਦਾ, 200 ਰੁਪਏ ਤੇ ਉਹ 20 ਇਕਾਈਆਂ ਦੀ ਮੰਗ ਕਰਦਾ, ਤਾਂ ਟੋਟਲ ਉਹਦੀ ਆਪਾਂ ਪਲੱਸ ਕਰਾਂਗੇ ਇਹ ਬਣ ਜਾਏਗੀ 50। ਇਹ ਵਰਟੀਕਲ ਸਮਿਸ਼ਨ ਹੈ। ਠੀਕ ਹੈ, ਇਹ ਧਿਆਨ ਰੱਖ ਲੈਣਾ। ਇਹਦੇ ਮੰਗ ਦੇ ਜਦੋਂ ਮਾਰਕੀਟ ਡਿਮਾਂਡ ਆਪਾਂ ਕੈਲਕੂਲੇਟ ਕਰਨੀ ਹੈ ਆਪਾਂ ਹੋਰੀਜ਼ੋਨਟਲ ਸਮਿਸ਼ਨ ਲੈਣੇ ਆ, ਇਹ ਧਿਆਨ ਰੱਖਣਾ, ਇੰਪੋਰਟੈਂਟ ਚੀਜ਼ ਇਹੀ ਹੈ। ਹਾਂਜੀ, ਜਿਹੜੀ ਆਪਣੇ ਕੋਲ ਇੱਥੇ ਡਿਮਾਂਡ ਕਰਵ ਦਿਖਾਏ ਗਏ ਆ, ਇਹ ਏ ਦਾ ਡਿਮਾਂਡ ਕਰਵ ਹੈ, ਆ ਬੀ ਦਾ ਤੇ ਆ ਮਾਰਕੀਟ ਡਿਮਾਂਡ ਕਰਵ ਹੈ, ਤੇ ਇਹਦੇ ਵਿੱਚ ਆਪਾਂ ਹੋਰੀਜ਼ੋਨਟਲ ਸਮਿਸ਼ਨ ਹੀ ਦਿਖਾਇਆ ਗਿਆ ਹੈ। ਜਦੋਂ ਏ 1 ਰੁਪਿਆ ਕੀਮਤ ਹੈ ਤਾਂ ਜਿਹੜਾ ਏ ਹੈ ਉਹ 4 ਯੂਨਿਟ ਖਰੀਦ ਰਿਹਾ ਹੈ। 1 ਰੁਪਏ ਦੀ ਹੀ ਕੀਮਤ ਤੇ ਜਿਹੜਾ ਬੀ ਆ ਉਹ 5 ਯੂਨਿਟ ਖਰੀਦ ਰਿਹਾ। 1 ਰੁਪਏ ਦੀ ਬਾਜ਼ਾਰ ਦੇ ਵਿੱਚ 1 ਰੁਪਏ ਤੇ 4 ਯੂਨਿਟ ਖਰੀਦ ਰਿਹਾ ਏ ਤੇ 5 ਯੂਨਿਟ ਖਰੀਦ ਰਿਹਾ ਬੀ, ਤੇ ਟੋਟਲ 9 ਯੂਨਿਟ ਖਰੀਦੇ ਜਾ ਰਹੇ ਆ। ਠੀਕ ਹੈ, ਇਸੇ ਤਰ੍ਹਾਂ ਹੀ ਜਦੋਂ ਪ੍ਰਾਈਸ 3 ਰੁਪਏ ਹੈਗੀ ਹੈ ਤਾਂ ਏ ਹੈ ਜਿਹੜਾ ਉਹ 2 ਯੂਨਿਟ ਖਰੀਦ ਰਿਹਾ, 3 ਰੁਪਏ ਤੇ ਜਿਹੜਾ ਬੀ ਹੈ ਉਹ 3 ਯੂਨਿਟ ਖਰੀਦ ਰਿਹਾ। ਠੀਕ ਹੈ, ਤੇ 3 ਰੁਪਏ ਤੇ ਉਹਨਾਂ ਦੋਹਾਂ ਦਾ ਪਲੱਸ ਹੋ ਜਾਏਗਾ, 2 + 3 = 5 ਯੂਨਿਟ ਹੋ ਜਾਏਗਾ। ਹਾਂਜੀ, ਇਹ ਹੋਰੀਜ਼ੋਨਟਲ ਸਮਿਸ਼ਨ ਨੂੰ ਇਹ ਪ੍ਰਗਟ ਕਰਦਾ, ਧਿਆਨ ਰੱਖਣਾ। ਠੀਕ ਹੈ ਜੀ, ਹਾਂਜੀ, ਮੰਗ ਦਾ ਸੰਬੰਧ ਹੈ। ਮੰਗ ਦਾ ਸੰਬੰਧ ਹੈ ਜਿਹੜਾ ਆਪਾਂ ਪੜ੍ਹ ਕੇ ਗਏ ਹਾਂ ਉਹ ਇੱਕ ਨਿਸ਼ਚਿਤ ਸਮੇਂ ਦੇ ਨਾਲ ਹੈ ਤੇ ਨਿਸ਼ਚਿਤ ਕੀਮਤ ਦੇ ਨਾਲ ਹੈ। ਠੀਕ ਹੈ, ਮਾਤਰਾਵਾਂ ਦੇ ਨਾਲ ਨਹੀਂ ਹੈ, ਕਿਉਂਕਿ ਮੰਗ ਦੇ ਵਿੱਚ ਇੱਕ ਸ਼ਡਿਊਲ ਤਿਆਰ ਹੁੰਦਾ ਹੈ। ਠੀਕ ਹੈ ਜੀ, ਪ੍ਰਾਈਸ ਤੇ ਕੁਆਂਟੀਟੀ, ਤੇ ਇਹ ਮੰਗ ਦਾ ਸੰਬੰਧ ਕੀ ਹੈ ਵੀ ਭਿੰਨ ਕੀਮਤਾਂ ਤੇ, ਠੀਕ ਹੈ ਜੀ, ਭਿੰਨ ਪ੍ਰਾਈਸ ਤੇ ਵੱਖ-ਵੱਖ ਵਸਤੂ ਦੀਆਂ ਜਿਹੜੀਆਂ ਮਾਤਰਾਵਾਂ ਉਹ ਖਰੀਦੀਆਂ ਜਾਣਗੀਆਂ। ਠੀਕ ਹੈ ਜੀ, ਜਿਵੇਂ 5, 4 ਤੇ 3। ਜਦੋਂ 10 ਰੁਪਏ ਪਰ ਯੂਨਿਟ ਕਿਸੇ ਵਸਤੂ ਦੀ ਕੀਮਤ ਹੈ ਤਾਂ 5 ਯੂਨਿਟ ਖਰੀਦੇ ਜਾ ਰਹੇ ਆ, 20 ਤੇ 4, ਜਦੋਂ 30 ਰੁਪਏ ਹੋ ਜਾਂਦੀ ਹੈ 3 ਯੂਨਿਟ ਖਰੀਦੇ ਜਾ ਰਹੇ। ਹਾਂਜੀ, ਫਿਰ ਇਹਦੇ ਵਿੱਚ ਜਿਹੜੀ ਨਿਸ਼ਚਿਤ ਕੀਮਤ ਆਏਗੀ ਤੇ ਨਿਸ਼ਚਿਤ ਸਮਾਂ ਆਏਗਾ ਤੇ ਮਾਤਰਾ ਜਿਹੜੀ ਨਿਸ਼ਚਿਤ ਨਹੀਂ ਆਏਗੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਨਿਸ਼ਚਿਤ ਕੀਮਤ ਤੇ, ਠੀਕ ਹੈ, ਨਿਸ਼ਚਿਤ ਸਮੇਂ ਤੇ ਜਿਹੜੀਆਂ ਹੈਗੀਆਂ ਕਿਸੇ ਵਸਤੂ ਦੀਆਂ ਵੱਖ-ਵੱਖ ਜਿਹੜੀਆਂ ਇਕਾਈਆਂ ਜਿਹੜੀਆਂ ਉਹ ਖਰੀਦੀਆਂ ਜਾਂਦੀਆਂ। ਇਹਦਾ ਰਾਈਟ ਆਨਸਰ ਬਣ ਜਾਏਗਾ ਜੀ 1 ਐਂਡ 3, ਧਿਆਨ 'ਚ ਰੱਖਣਾ ਹੈ। ਹਾਂਜੀ, ਮੰਗੀ ਗਈ ਜਿਹੜੀ ਕੁਆਂਟੀਟੀ ਡਿਮਾਂਡਡ ਹੈ ਉਹਦਾ ਸੰਬੰਧ ਕਿਹਦੇ ਨਾਲ ਹੈ। ਹਾਂਜੀ, ਉਹਦੇ ਵਿੱਚ ਜਿਹੜੀ ਕੁਆਂਟੀਟੀ ਡਿਮਾਂਡਡ ਦੇ ਵਿੱਚ ਸਿਰਫ ਇੱਕ ਹੀ ਵਸਤੂ ਹੈ ਜਿਹੜੀ, ਠੀਕ ਹੈ ਜੀ, ਦਿਖਾਇਆ ਜਾਂਦਾ ਹੈ, ਪ੍ਰਾਈਸ ਤੇ ਕੁਆਂਟੀਟੀ ਡਿਮਾਂਡਡ। ਜਿਵੇਂ 1 ਰੁਪਏ ਤੇ ਕਿਸੇ ਵਸਤੂ ਦੀ ਕੀਮਤ ਹੈ ਤਾਂ 10 ਯੂਨਿਟ ਖਰੀਦੇ ਜਾ ਰਹੇ ਹੈ। ਠੀਕ ਹੈ, ਕੀਮਤ ਵੀ ਨਿਸ਼ਚਿਤ ਹੁੰਦੀ ਹੈ, ਮਾਤਰਾ ਵੀ ਨਿਸ਼ਚਿਤ ਹੁੰਦੀ ਹੈ ਤੇ ਸਮਾਂ ਵੀ ਨਿਸ਼ਚਿਤ ਹੁੰਦਾ ਹੈ, ਤਾਂ ਰਾਈਟ ਆਨਸਰ ਬਣੇਗਾ ਉਪਰੋਕਤ ਸਾਰੀ। ਠੀਕ ਹੈ, ਧਿਆਨ ਰੱਖਣਾ ਹੈ। ਕੁਆਂਟੀਟੀ ਡਿਮਾਂਡਡ ਦੇ ਵਿੱਚ ਤਿੰਨੇ ਚੀਜ਼ਾਂ ਲੈ ਕੇ ਚੱਲਣੀਆਂ ਆਪਾਂ, ਤੇ ਡਿਮਾਂਡ ਦੇ ਵਿੱਚ ਆਪਾਂ ਜਿਹੜੀ ਹੈਗੀ ਹੈ ਨਿਸ਼ਚਿਤ ਕੀਮਤ ਤੇ ਨਿਸ਼ਚਿਤ ਸਮਾਂ, ਦੋ ਚੀਜ਼ਾਂ ਲੈ ਕੇ ਚੱਲਣੀਆਂ। ਬਾਜ਼ਾਰ ਮੰਗ ਵਿਅਕਤੀਗਤ ਮੰਗ ਦਾ ਡੈਸ਼ ਜੋੜ ਹੈ। ਹਾਂਜੀ, ਇਹ ਹੋਰੀਜ਼ੋਨਟਲ ਸਮਿਸ਼ਨ ਹੁੰਦੀ ਹੈ, ਇਹ ਆਪਾਂ ਪੜ੍ਹ ਚੁੱਕੇ ਪਹਿਲਾਂ। ਸਮਿਸ਼ਨ ਸਮ ਆਫ ਇੰਡੀਵਿਜੂਅਲ ਡਿਮਾਂਡ ਫਾਰ ਅ ਪ੍ਰੋਡਕਟ ਐਟ ਅ ਪ੍ਰਾਈਸ ਪਰ ਯੂਨਿਟ ਆਫ ਟਾਈਮ ਇਜ਼ ਕਾਲਡ। ਹਾਂਜੀ, ਦੱਸਣਾ ਹੈ ਵੀ ਵਿਅਕਤੀਗਤ ਮੰਗ ਦਾ ਜਿਹੜਾ ਜੋੜ ਹੈ, ਠੀਕ ਹੈ ਜੀ, ਕਿਸੇ ਵਸਤੂ ਦਾ ਉਹ ਕੀ ਕਹਾਉਂਦਾ ਹੈ, ਉਹਨੂੰ ਆਪਾਂ ਮਾਰਕੀਟ ਡਿਮਾਂਡ ਕਹਿੰਦੇ ਹਾਂ। ਠੀਕ ਹੈ, ਏ ਦੀ ਮੰਗ, ਬੀ ਦੀ ਮੰਗ, ਉਹਦਾ ਆਪਾਂ ਜੋੜ ਕਰਾਂਗੇ। ਠੀਕ ਹੈ, ਉਹਨੂੰ ਕੀ ਬਣ ਜਾਏਗੀ, ਉਹ ਮਾਰਕੀਟ ਡਿਮਾਂਡ ਬਣ ਜਾਏਗੀ। ਵਾਟ ਇਜ਼ ਇਨਕਲੂਡਡ ਇਨ ਡਿਮਾਂਡ, ਡਿਮਾਂਡ ਦੇ ਵਿੱਚ ਕੀ ਸ਼ਾਮਲ ਹੈ। ਹਾਂਜੀ, ਡਿਮਾਂਡ ਦੇ ਵਿੱਚ 3 ਚੀਜ਼ਾਂ ਹੁੰਦੀਆਂ ਸ਼ਾਮਲ ਜੀ। ਸਭ ਤੋਂ ਪਹਿਲਾਂ ਕਿਸੇ ਵਸਤੂ ਨੂੰ ਖਰੀਦਣ ਦੀ ਇੱਛਾ, ਵਿਲਿੰਗ ਟੂ ਬਾਈ। ਠੀਕ ਹੈ, ਉਸ ਇੱਛਾ ਨੂੰ ਪੂਰਾ ਕਰਨ ਲਈ ਧਨ, ਅਬਿਲਿਟੀ ਟੂ ਬਾਈ, ਯੋਗਤਾ ਹੋਗੀ, ਤੇ ਉਸ ਧਨ ਨੂੰ ਖਰਚ ਕਰਨ ਲਈ ਤਿਆਰ ਹੋਣਾ, ਵਿਲਿੰਗਨੈਸ ਟੂ ਪੇ, ਤੇ ਇਹ ਉਪਰੋਕਤ ਸਾਰੇ ਆ ਜਾਏਗਾ ਜੀ। ਠੀਕ ਹੈ ਜੀ, ਅੱਗੇ ਹੈ ਜੀ ਡਰਾਈਵਡ ਡਿਮਾਂਡ। ਠੀਕ ਹੈ, ਇਹ ਵਿਉਤਪੰਨ ਮੰਗ ਕਹਿੰਦੇ ਨੇ ਪੰਜਾਬੀ 'ਚ। ਹਾਂਜੀ, ਇਹ ਕੀ ਚੀਜ਼ ਹੈ, ਕੁਝ ਵਸਤੂਆਂ ਦੀ ਜਿਹੜੀ ਮੰਗ ਉਪਭੋਗਤਾ ਸਿੱਧੇ ਤੌਰ ਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਹੀਂ ਕਰਦੇ, ਸਗੋਂ ਉਹਨਾਂ ਦੀ ਮੰਗ ਹੋਰ ਵਸਤੂਆਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਠੀਕ ਹੈ ਜੀ, ਅਜਿਹੀਆਂ ਵਸਤੂਆਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਜੋ ਸਿੱਧੇ ਤੌਰ ਤੇ ਉਪਭੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਹਾਂਜੀ, ਉਹਨੂੰ ਕੀ ਕਹਿੰਦੇ ਆਪਾਂ, ਡਰਾਈਵਡ ਡਿਮਾਂਡ। ਠੀਕ ਹੈ ਜੀ, ਜਿਵੇਂ ਮਸ਼ੀਨ ਤੇ ਕੱਚਾ ਮਾਲ ਆਦਿ ਹੋ ਗਿਆ। ਜਿਵੇਂ ਦੇਖੋ, ਉਦਾਹਰਨ ਦੇ ਤੌਰ ਤੇ ਆਪਾਂ ਲੈਂਦੇ ਹਾਂ ਵੀ ਖੰਡ ਨੂੰ ਜਿਹੜਾ ਮਨੁੱਖ ਹੈ ਉਹ ਸਿੱਧੀ ਲੋੜ ਉਹਦੀ ਪੂਰੀ ਕਰਦੀ ਹੈ ਖੰਡ, ਪਰ ਖੰਡ ਨੂੰ ਬਣਾਉਣ ਦੇ ਲਈ ਜਦੋਂ ਕੋਈ ਗੰਨਾ ਖਰੀਦਿਆ ਜਾਂਦਾ ਹੈ ਤਾਂ ਉਹ ਕਿਹੜੀ ਹੋਏਗੀ, ਡਰਾਈਵਡ ਡਿਮਾਂਡ ਹੋਏਗੀ। ਠੀਕ ਹੈ, ਧਿਆਨ ਰੱਖਣਾ। ਉਤਪਾਦਨ ਦੇ ਸਾਧਨਾਂ ਦੀ ਮੰਗ ਨੂੰ ਹੀ ਆਪਾਂ ਡਰਾਈਵਡ ਡਿਮਾਂਡ ਕਹਿੰਦੇ ਹਾਂ, ਇਹ ਧਿਆਨ ਰੱਖ ਲੈਣਾ। ਮਸ਼ੀਨਾਂ, ਕੱਚਾ ਮਾਲ, ਇਹ ਸਾਰਾ ਇਹਦੇ ਵਿੱਚ ਆਏਗਾ ਡਰਾਈਵਡ ਡਿਮਾਂਡ। ਯਾਨੀ ਕਿ ਕਿਸੇ ਵਸਤੂ ਨੂੰ ਪੈਦਾ ਕਰਨ ਦੇ ਲਈ ਜਦੋਂ ਆਪਾਂ ਸਾਧਨਾਂ ਦੀ ਆਪਾਂ ਮੰਗ ਕਰਦੇ ਹਾਂ, ਉਸ ਮੰਗ ਨੂੰ ਹੀ ਡਰਾਈਵਡ ਡਿਮਾਂਡ ਕਹਿੰਦੇ ਹਾਂ। ਇਹ ਉਪਭੋਗੀ ਦੀਆਂ ਸਿੱਧੀਆਂ ਲੋੜਾਂ ਦੀ ਪੂਰਤੀ ਨਹੀਂ ਕਰਦੀ, ਕਿ ਪ੍ਰਤੱਖ ਲੋੜਾਂ ਦੀ ਪੂਰਤੀ ਕਰਦੀ ਹੈ, ਇਹ ਧਿਆਨ ਰੱਖਣਾ।
ठीक है जी। दूसरी गल ध्यान की रखनी है बई जिहड़ी डायरेक्ट डिमांड की जिहड़ी प्राइस है, ठीक है, मान लो गन्ना है, गन्ने की जिहड़ी प्राइस है, कीमत है, वो प्रभावित करेगी, किहनूं प्रभावित करेगी, ये खंड की कीमत नूं। जे गन्ने की कीमत हाई होएगी, ठीक है, तो खंड की कीमत भी हाई होएगी, ठीक है, ये ध्यान च रख लेना जी। हाँ जी, व्युत्पन्न मंग है, दसना किहड़ी है, वस्तुओं ते सेवावां दी मंग नहीं, क्योंकि इस वस्तुओं ते सेवावां दा आपां डायरैक्ट जिहड़ा वो कंज्यूम कर सकते हैं, सीधियां लोड़ां दी पूर्ति कर सकते हैं। उत्पादन के साधनां दी मंग है, बिल्कुल राइट। हाँ जी, दोवें कथन ठीक हैं, ये भी गलत हो गया, दोवें कथन गलत हैं, ये भी गलत हो गया, राइट आंसर अपने को बनेगा 2। डायरेक्ट डिमांड है जिहड़ी मनुख दीयां किहड़ियां लोड़ां दी पूर्ति करती है? हाँ जी, डायरैक्ट लोड़ां दी पूर्ति करती है, नहीं जी, इनडायरैक्ट लोड़ां दी अप्रत्यक्ष लोड़ां दी पूर्ति करती है, ठीक है जी, ध्यान च रखना। अगला जिहड़ा अपना पढ़ना जी आपां, वो है जी वस्तुओं दीयां वख-वख किस्मां। हाँ जी, 4 कैटागरियां च आपां वस्तुओं नूं वंडदे हां, नॉर्मल गुड्स साधारण वस्तुआं, इनफीरीयर गुड्स घटिया वस्तुआं जां नीमन कोटि वस्तुआं, गिवन गुड्स, ठीक है, गिवन पदार्थ ते वैबलन गुड्स, ठीक है जी। इन्हां आपां चारां दे विच आपां वस्तुआं नूं आपां कैटागराइज़ करदे हां, वर्गीकरण करदे हां। हाँ जी, एक गल ध्यान रखनी है, जिहड़ियां गिवन गुड्स हुंदियां, ठीक है, वो इनफीरीयर गुड्स दा ही एक पार्ट है, ठीक है जी। ऐं कह लो भी आ जे गिवन गुड्स है तो इनफीरीयर गुड्स इहदे विच ही आ जाणगीआं, इस तरह आ जाएगा, इनफीरीयर गुड्स दे विच ही जिहड़ियां गिवन गुड्स आ जाणगीआं, ठीक है, ये ध्यान च रखना जी। सब तो पहला नॉर्मल गुड्स, सधारण वस्तु। हाँ जी, नॉर्मल गुड्स ਦੇ ਵਿੱਚ ਆਪਾਂ ਪਹਿਲਾਂ ਆਮਦਨ ਪ੍ਰਭਾਵ ਦੇਖਦੇ ਹਾਂ, ਠੀਕ ਹੈ ਜੀ। ਉਹ ਵਸਤੂਆਂ ਜਿਨ੍ਹਾਂ ਦੀ ਮੰਗ ਆਮਦਨ ਵਧਣ ਦੇ ਨਾਲ ਵਧਦੀ ਹੈ ਤੇ ਆਮਦਨ ਘਟਣ ਦੇ ਨਾਲ ਘਟਦੀ ਹੈ, ਉਹਨਾਂ ਨੂੰ ਆਪਾਂ ਨਾਰਮਲ ਗੁੱਡਸ ਕਹਿੰਦੇ ਹਾਂ, ਠੀਕ ਹੈ ਜੀ। ਜੇ ਉਪਭੋਗੀ ਦੀ ਆਮਦਨ ਵਧੇਗੀ ਤਾਂ ਇਹਨਾਂ ਦੀ ਜਿਹੜੀ ਹੈ ਮੰਗ ਵਧੇਗੀ, ਮਤਲਬ ਕੀ ਹੈ, ਧਨਾਤਮਕ ਸੰਬੰਧ ਹੈ। ਧਨਾਤਮਕ ਸੰਬੰਧ ਕਿਵੇਂ ਹੋ ਗਿਆ? ਕਿਉਂਕਿ ਆਮਦਨ ਵਧ ਰਹੀ ਹੈ, ਠੀਕ ਹੈ, ਆਮਦਨ ਵਧਣ ਦੇ ਨਾਲ ਆਮਦਨ ਨੂੰ ਆਪਾਂ ਬਾਈ ਨਾਲ ਡਿਨੋਟ ਕਰਦੇ ਹਾਂ, ਤਾਂ ਨਾਲ ਜਿਹੜੀ ਡਿਮਾਂਡ ਹੈ ਉਹਨਾਂ ਵਸਤੂਆਂ ਦੀ ਉਹ ਵੀ ਇਨਕਰੀਜ਼ ਹੋ ਰਹੀ ਹੈ। ਜੇ ਦੋਨੋਂ ਸੇਮ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੈ, ਇਹਦਾ ਮਤਲਬ ਪੋਜ਼ਿਟਿਵ ਰਿਲੇਸ਼ਨ ਹੈ, ਠੀਕ ਹੈ ਜੀ। ਕੀਮਤ ਪ੍ਰਭਾਵ ਦੀ ਗੱਲ ਕਰਨੀ ਹੈ, ਇਹ ਉਹ ਵਸਤੂਆਂ ਹਨ ਜਿਨ੍ਹਾਂ ਦੀ ਮੰਗ ਕੀਮਤ ਘਟਣ 'ਤੇ ਵੱਧਦੀ ਹੈ ਅਤੇ ਕੀਮਤ ਵਧਣ 'ਤੇ ਘਟਦੀ ਹੈ, ਇਹਨਾਂ ਨੂੰ ਸਧਾਰਨ ਵਸਤੂਆਂ ਕਿਹਾ ਜਾਂਦਾ, ਠੀਕ ਹੈ ਜੀ। ਮਤਲਬ ਕੀ ਹੈ, ਇਹਦੇ ਵਿੱਚ ਇਨਵਰਸ ਜਾਂ ਨੈਗੇਟਿਵ ਰਿਲੇਸ਼ਨ ਹੈ ਜਿਹੜਾ ਉਹਨੂੰ ਡਿਫਾਈਨ ਕੀਤਾ ਗਿਆ ਹੈ। ਜਦੋਂ ਨਾਰਮਲ ਗੁੱਡਸ ਦੀ ਜਿਹੜੀ ਪ੍ਰਾਈਸ ਹੈ ਉਹ ਇਨਕਰੀਜ਼ ਹੋਏਗੀ ਤਾਂ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਡਿਕਰੀਜ਼ ਹੋ ਜਾਏਗੀ, ਠੀਕ ਹੈ ਜੀ। ਮੰਗ ਦਾ ਜਿਹੜਾ ਨਿਯਮ ਹੈ ਇਹਨਾਂ ਸਧਾਰਨ ਵਸਤੂਆਂ 'ਤੇ ਹੀ ਲਾਗੂ ਹੁੰਦਾ ਹੈ, ਇਹ ਧਿਆਨ 'ਚ ਰੱਖਣਾ ਹੈ, ਠੀਕ ਹੈ ਜੀ। ਨਾਰਮਲ ਗੁੱਡਸ 'ਤੇ ਹੀ ਮੰਗ ਦਾ ਨਿਯਮ ਲਾਗੂ ਹੁੰਦਾ ਹੈ। ਹਾਂਜੀ, ਆਪਾਂ ਪਤਾ ਕੀ ਲੱਗਿਆ ਵੀ ਜਿਹੜਾ ਆਮਦਨ ਪ੍ਰਭਾਵ ਹੈ ਇਹ ਡਾਇਰੈਕਟ ਰਿਲੇਸ਼ਨ ਹੁੰਦਾ ਹੈ, ਧਨਾਤਮਕ ਇਫੈਕਟ ਪਾਉਂਦਾ ਹੈ। ਆਮਦਨ ਪ੍ਰਭਾਵ ਜਿਹੜਾ ਹੁੰਦਾ ਉਹ ਧਨਾਤਮਕ ਹੁੰਦਾ ਹੈ ਅਤੇ ਕੀਮਤ ਪ੍ਰਭਾਵ ਆ ਉਹ ਰਣਾਤਮਕ ਹੁੰਦਾ ਹੈ ਸਧਾਰਨ ਵਸਤੂਆਂ ਦੇ ਸੰਬੰਧ ਵਿੱਚ, ਅਤੇ ਮੰਗ ਦਾ ਨਿਯਮ ਹੈ ਜਿਹੜਾ ਉਹ ਸਧਾਰਨ ਵਸਤੂਆਂ ਦੇ ਸੰਬੰਧ ਵਿੱਚ ਹੀ ਲਾਗੂ ਹੁੰਦਾ ਹੈ, ਇਹ ਧਿਆਨ 'ਚ ਰੱਖਣਾ। ਹਾਂਜੀ, ਸਧਾਰਨ ਵਸਤੂਆਂ ਦੀਆਂ ਉਦਾਹਰਨਾਂ ਦੇ ਵਿੱਚ ਕੱਪੜੇ, ਫਰਨੀਚਰ, ਇਹੋ ਜਿਹੇ ਸਾਰਾ ਸਮਾਨ ਆ ਜਾਏਗਾ। ਹੁਣ ਗੱਲ ਕਰਦੇ ਹਾਂ ਤੀਸਰਾ, ਪ੍ਰਤੀਸਥਾਪਨ ਪ੍ਰਭਾਵ। ਹਾਂਜੀ, ਨਾਰਮਲ ਗੁੱਡਸ ਦੇ ਸੰਬੰਧ ਦੇ ਵਿੱਚ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ ਇਹ। ਨਾਰਮਲ ਗੁੱਡਸ ਦੇ ਸੰਬੰਧ ਦੇ ਵਿੱਚ ਜਿਹੜਾ ਆਮਦਨ ਪ੍ਰਭਾਵ ਅਤੇ ਪ੍ਰਤੀਸਥਾਪਨ ਪ੍ਰਭਾਵ ਸੇਮ ਡਾਇਰੈਕਸ਼ਨ ਦੇ ਵਿੱਚ ਕੰਮ ਕਰਦਾ ਹੈ, ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਇਨਕਮ ਇਫੈਕਟ ਤੇ ਸਬਸਟੀਟਿਊਸ਼ਨ ਇਫੈਕਟ ਸੇਮ ਡਾਇਰੈਕਸ਼ਨ ਦੇ ਵਿੱਚ ਕੰਮ ਕਰਦਾ ਹੈ ਨਾਰਮਲ ਗੁੱਡਸ ਦੇ ਸੰਬੰਧ ਵਿੱਚ। ਐਗਜ਼ਾਮ ਹੈ ਜਿਹੜਾ UGC ਨੈਟ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ, ਇਹ ਧਿਆਨ 'ਚ ਰੱਖਣਾ ਜੀ। ਸਧਾਰਨ ਵਸਤੂਆਂ ਦੀ ਸਥਿਤੀ ਦੇ ਵਿੱਚ, ਠੀਕ ਹੈ ਜੀ, ਪ੍ਰਸਥਾਪਨ ਪ੍ਰਭਾਵ ਕਾਰਨ ਉਪਭੋਗੀ ਉਸ ਵਸਤੂ ਦੀ ਵਧੇਰੇ ਇਕਾਈ ਖਰੀਦਦਾ ਹੈ ਜਿਸ ਦੀ ਕੀਮਤ ਘਟਦੀ ਹੈ, ਠੀਕ ਹੈ। ਕਹਿਣ ਦਾ ਮਤਲਬ ਇਹ ਹੈ ਵੀ ਦੋ ਵਸਤੂਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਕਲੋਜ਼ ਸਬਸਟੀਟਿਊਟ ਹੈ, ਇੱਕ ਦੂਜੇ ਦੇ ਨਜ਼ਦੀਕੀ ਵਿਕਲਪ ਹੈ, ਤਾਂ ਉਪਭੋਗੀ ਉਸ ਵਸਤੂ ਦੀ ਮਾਤਰਾ ਜ਼ਿਆਦਾ ਖਰੀਦੇਗਾ ਜਿਹਦੀ ਕੀਮਤ ਜਿਹੜੀ ਤੁਲਨਾਤਮਕ ਘੱਟ ਹੈ, ਠੀਕ ਹੈ, ਇਹਨੂੰ ਸਬਸਟੀਟਿਊਸ਼ਨ ਇਫੈਕਟ ਕਹਿੰਦੇ ਆਪਾਂ, ਠੀਕ ਹੈ, ਇਹ ਧਿਆਨ 'ਚ ਰੱਖਣਾ ਵੀ ਉਪਭੋਗੀ ਹੈ ਜਿਹੜਾ ਉਹ ਮਨੋਵਿਗਿਆਨਿਕ ਤੌਰ 'ਤੇ ਪੂਰਾ ਮਜ਼ਬੂਤ ਹੈ ਅਤੇ ਜਦੋਂ ਕਿਸੇ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਹ ਉਸ ਵਸਤੂ ਦੀ ਕੁਆਂਟਿਟੀ ਜ਼ਿਆਦਾ ਖਰੀਦਣੀ ਸ਼ੁਰੂ ਕਰ ਦੇਗਾ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਇਹਨੂੰ ਆਪਾਂ ਸਬਸਟੀਟਿਊਸ਼ਨ ਇਫੈਕਟ ਕਹਿ ਦਿੰਦੇ ਹਾਂ, ਪ੍ਰਤੀਸਥਾਪਨ ਪ੍ਰਭਾਵ ਕਹਿੰਦੇ ਹਾਂ। ਹਾਂਜੀ, ਅਗਲਾ ਹੈ ਜੀ ਆਪਣੇ ਕੋਲ ਘਟੀਆ ਪਦਾਰਥ, ਇਨਫੀਰੀਅਰ ਗੁੱਡਸ, ਠੀਕ ਹੈ ਜੀ, ਨਿਮਨ ਕੋਟੀ ਪਦਾਰਥ ਵੀ ਕਹਿ ਦਿੰਦੇ ਇਹਨਾਂ ਨੂੰ। ਇਹਨਾਂ ਦੇ ਆਮਦਨ ਪ੍ਰਭਾਵ ਦੀ ਗੱਲ ਕਰਦੇ ਹਾਂ। ਘਟੀਆ ਪਦਾਰਥ ਦੀ ਸਭ ਤੋਂ ਪਹਿਲਾਂ ਐਗਜ਼ਾਮਪਲ ਧਿਆਨ 'ਚ ਰੱਖ ਲਿਓ, ਡਾਲਡਾ ਘਿਓ। ਡਾਲਡਾ ਘਿਓ ਹੈ ਉਹ ਘਟੀਆ ਪਦਾਰਥ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਅਤੇ ਦੇਸੀ ਘਿਓ ਹੈ ਜਿਹੜਾ ਉਹ ਨਾਰਮਲ ਗੁੱਡਸ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਹਾਂਜੀ, ਆਮਦਨ ਪ੍ਰਭਾਵ ਕੀ ਹੈ? ਘਟੀਆ ਵਸਤੂਆਂ ਉਹ ਵਸਤੂਆਂ ਹਨ ਜਿਨ੍ਹਾਂ ਦੀ ਮੰਗ ਉਪਭੋਗਤਾ ਦੀ ਆਮਦਨ ਵਧਣ ਦੇ ਨਾਲ ਘਟਦੀ ਜਾਂਦੀ ਹੈ ਅਤੇ ਆਮਦਨ ਵਿੱਚ ਕਮੀ ਆਉਣ ਦੇ ਨਾਲ ਮੰਗ ਵੱਧਦੀ ਜਾਂਦੀ ਹੈ, ਯਾਨੀ ਕਿ ਇਨਵਰਸ ਜਾਂ ਨੈਗੇਟਿਵ ਇਨਕਮ ਇਫੈਕਟ ਹੁੰਦਾ ਹੈ ਘਟੀਆ ਵਸਤੂਆਂ ਦੇ ਸੰਬੰਧ ਵਿੱਚ। ਹਾਂਜੀ, ਦੇਖੋ ਉਪਭੋਗੀ ਦੀ ਆਮਦਨ ਵਧ ਗਈ, ਤਾਂ ਆਮਦਨ ਵਧਣ ਦੇ ਨਾਲ ਕੀ ਉਹ ਡਾਲਡਾ ਘਿਓ ਹੋਰ ਜ਼ਿਆਦਾ ਮਾਤਰਾ 'ਚ ਖਰੀਦੇਗਾ ਜਾਂ ਦੇਸੀ ਘਿਓ ਖਰੀਦੇਗਾ? ਓਬਵੀਅਸਲੀ ਜਦੋਂ ਉਪਭੋਗੀ ਦੀ ਆਮਦਨ ਵਧੇਗੀ ਤਾਂ ਉਹ ਡਾਲਡਾ ਘਿਓ ਹੈ ਜਿਹੜਾ ਉਹਨੂੰ ਰਿਪਲੇਸ ਕਰੇਗਾ ਦੇਸੀ ਘਿਓ ਦੇ ਵਿੱਚ, ਠੀਕ ਹੈ ਜੀ। ਡਾਲਡਾ ਘਿਓ ਦੀ ਮਾਤਰਾ ਉਹ ਘੱਟ ਕਰਦਾ ਜਾਏਗਾ ਅਤੇ ਦੇਸੀ ਘਿਓ ਦੀ ਮਾਤਰਾ ਉਹ ਵਧਾਉਂਦਾ ਜਾਏਗਾ। ਫਿਰ ਇਹੀ ਗੱਲ ਇੱਥੇ ਦੱਸੀ ਗਈ ਹੈ ਵੀ ਨੈਗੇਟਿਵ ਰਿਲੇਸ਼ਨ ਹੁੰਦਾ ਹੈ ਆਮਦਨ ਪ੍ਰਭਾਵ ਦਾ ਇਨਫੀਰੀਅਰ ਗੁੱਡਸ ਦੇ ਸੰਬੰਧ ਵਿੱਚ, ਠੀਕ ਹੈ ਜੀ। ਅੱਗੇ ਹੈ ਜੀ ਕੀਮਤ ਪ੍ਰਭਾਵ। ਕੀਮਤ ਪ੍ਰਭਾਵ ਹੈ ਜਿਹੜਾ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਇਨਫੀਰੀਅਰ ਗੁੱਡਸ ਦਾ ਜਿਸ ਤਰ੍ਹਾਂ ਨਾਰਮਲ ਗੁੱਡਸ ਦਾ ਹੁੰਦਾ, ਯਾਨੀ ਕਿ ਇਹ ਵੀ ਨੈਗੇਟਿਵ ਹੁੰਦਾ ਵੀ ਜਿਵੇਂ ਜਿਵੇਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਹਦੀ ਮੰਗ ਘਟਦੀ ਜਾਂਦੀ ਹੈ ਅਤੇ ਕੀਮਤ ਘਟਣ ਦੇ ਨਾਲ ਉਹਦੀ ਮੰਗ ਵੱਧਦੀ ਜਾਂਦੀ ਹੈ, ਠੀਕ ਹੈ ਜੀ। ਸੇਮ ਜਿਵੇਂ ਆਪਣੇ ਕੋਲ ਨਾਰਮਲ ਗੁੱਡਸ ਹੈ ਉਸੇ ਤਰ੍ਹਾਂ ਦਾ ਹੀ ਜਿਹੜਾ ਇਫੈਕਟ ਇਨਫੀਰੀਅਰ ਗੁੱਡਸ ਦੇ ਉੱਪਰ ਮਿਲਦਾ ਆਪਾਂ ਨੂੰ ਪ੍ਰਾਈਸ ਇਫੈਕਟ, ਠੀਕ ਹੈ, ਧਿਆਨ 'ਚ ਰੱਖਣਾ। ਨੋਟ ਕੀ ਕਰਨਾ ਆਪਾਂ? ਹਾਂਜੀ, ਮੰਗ ਦਾ ਨਿਯਮ ਹੈ ਘਟੀਆ ਪਦਾਰਥਾਂ 'ਤੇ ਉਸ ਸਮੇਂ ਲਾਗੂ ਨਹੀਂ ਹੁੰਦਾ, ਵੈਸੇ ਤਾਂ ਲਾਗੂ ਹੁੰਦਾ, ਠੀਕ ਹੈ। ਇਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸਮਝਾ ਕੇ ਗਿਆ ਸੀਗਾ ਵੀ ਜਿਹੜੇ ਗਿਵਨ ਗੁੱਡਸ ਹੈ, ਠੀਕ ਹੈ, ਉਹ ਜਿਹੜੇ ਹੈ ਇਨਫੀਰੀਅਰ ਗੁੱਡ ਦੀ ਵਿੱਚ ਹੀ ਇੱਕ ਟਾਈਪ ਹੈ ਅਤੇ ਮੰਗ ਦਾ ਨਿਯਮ ਹੈ ਜਿਹੜਾ ਉਹ ਗਿਵਨ ਗੁੱਡਸ 'ਤੇ ਲਾਗੂ ਨਹੀਂ ਹੁੰਦਾ ਗਾ, ਠੀਕ ਹੈ ਜੀ। ਹੁਣ ਬਾਕੀ ਜਿਹੜੀਆਂ ਚੀਜ਼ ਰਹਿ ਗਈ, ਬਾਕੀ ਆ ਜਿਹੜੀ ਇਹ ਇਨਫੀਰੀਅਰ ਗੁੱਡਸ ਜਿਹੜੀਆਂ ਰਹਿ ਗਈਆਂ ਇਸ 'ਤੇ ਮੰਗ ਦਾ ਨਿਯਮ ਲਾਗੂ ਹੁੰਦਾ ਹੈ। ਫਿਰ ਨੋਟ ਕੀ ਕਰਨਾ ਆਪਾਂ ਵੀ ਮੰਗ ਦਾ ਨਿਯਮ, ਠੀਕ ਹੈ ਜੀ, ਘਟੀਆ ਵਸਤੂਆਂ 'ਤੇ ਕੇਵਲ ਉਸ ਸਮੇਂ ਲਾਗੂ ਨਹੀਂ ਹੁੰਦਾ ਜਦੋਂ
YE ਗ੍ਰੇਟਰ ਦੈਨ SE। YE ਦਾ ਮਤਲਬ ਹੁੰਦਾ ਹੈ ਜੀ ਇਨਕਮ ਇਫੈਕਟ ਗ੍ਰੇਟਰ ਦੈਨ ਸਬਸਟੀਟਿਊਸ਼ਨ ਇਫੈਕਟ। ਜਦੋਂ ਆਮਦਨ ਪ੍ਰਭਾਵ ਪ੍ਰਤੀਸਥਾਪਨ ਪ੍ਰਭਾਵ ਤੋਂ ਵੱਧ ਹੋਵੇ, ਠੀਕ ਹੈ ਜੀ, ਉਦੋਂ ਮੰਗ ਦਾ ਨਿਯਮ ਘਟੀਆ ਪਦਾਰਥਾਂ ਤੇ ਲਾਗੂ ਨਹੀਂ ਹੁੰਦਾ। ਇਹ ਸਥਿਤੀ ਕੇਵਲ ਗਿਵਨ ਪਦਾਰਥ ਦੇ ਸੰਬੰਧ ਵਿੱਚ ਹੁੰਦੀ ਹੈ, ਠੀਕ ਹੈ, ਇਹ ਧਿਆਨ ਰੱਖ ਲੈਣਾ। ਜਿਹੜੇ ਗਿਵਨ ਪਦਾਰਥ ਹੈ ਉਹਨਾਂ ਦੇ ਵਿੱਚ ਜਿਹੜਾ ਇਨਕਮ ਇਫੈਕਟ ਹੈ, ਠੀਕ ਹੈ ਜੀ, ਉਹ ਗ੍ਰੇਟਰ ਦੈਨ ਹੁੰਦਾ ਹੈ ਪ੍ਰਤੀਸਥਾਪਨ ਪ੍ਰਭਾਵ ਤੋਂ ਸਬਸਟੀਟਿਊਸ਼ਨ ਇਫੈਕਟ ਤੋਂ, ਠੀਕ ਹੈ ਜੀ, ਇਹ ਧਿਆਨ ਰੱਖਣਾ। ਜਦੋਂ ਇਨਫੀਰੀਅਰ ਗੁੱਡਸ ਘਟੀਆ ਪਦਾਰਥ ਇਸ ਕੰਡੀਸ਼ਨ ਨੂੰ ਫੋਲੋ ਕਰਦੇ ਆ ਤਾਂ ਉਹ ਘਟੀਆ ਪਦਾਰਥ ਗਿਵਨ ਪਦਾਰਥ ਹੁੰਦੇ ਆ ਤੇ ਗਿਵਨ ਪਦਾਰਥਾਂ ਤੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਆਹ ਕੰਡੀਸ਼ਨ ਵੈਰੀ ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਤੁਸੀਂ ਰੱਖਣੀ ਹੈ, ਠੀਕ ਹੈ ਜੀ। ਹੁਣ ਆਪਾਂ ਨੂੰ ਘਟੀਆ ਪਦਾਰਥਾਂ ਦੇ ਸੰਬੰਧ ਵਿੱਚ ਦੋਨੋਂ ਪ੍ਰਭਾਵ ਆਪਾਂ ਨੂੰ ਪਤਾ ਲੱਗ ਗਏ। ਆਮਦਨ ਪ੍ਰਭਾਵ ਹੈ ਉਹ ਵੀ ਨੈਗੇਟਿਵ ਹੈ ਤੇ ਇਨਕਮ ਪ੍ਰਭਾਵ ਹੈ ਉਹ ਵੀ ਨੈਗੇਟਿਵ ਹੈ, ਪਰ ਗਿਵਨ ਦੇ ਵਿੱਚ ਜਿਹੜਾ ਉਹ ਤੇ ਜਿਹੜਾ ਹੈ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ, ਇਹ ਧਿਆਨ 'ਚ ਰੱਖਣਾ ਜੀ, ਠੀਕ ਹੈ ਜੀ। ਹਾਂਜੀ, ਨਿਮਨ ਕੋਟੀ ਜਾਂ ਘਟੀਆ ਪਦਾਰਥ ਇਨਫੀਰੀਅਰ ਗੁੱਡਸ ਹੈ, ਉਹਨਾਂ ਦੀਆਂ ਧਾਰਨਾਂ ਦੇ ਵਿੱਚ ਬਾਜਰਾ ਤੇ ਡਾਲਡਾ ਘਿਓ, ਇਹ ਦੋ ਐਗਜ਼ਾਮਪਲਸ ਧਿਆਨ 'ਚ ਰੱਖਣੀਆਂ। ਹਾਂਜੀ, ਉਸ ਤੋਂ ਬਾਅਦ ਹੈ ਜੀ ਗਿਵਨ ਗੁੱਡਸ। ਗਿਵਨ ਗੁੱਡਸ ਦੇ ਵਿੱਚ ਆਮਦਨ ਪ੍ਰਭਾਵ ਸੇਮ ਹੁੰਦਾ ਹੈ ਜਿਵੇਂ ਇਨਫੀਰੀਅਰ ਗੁੱਡ ਦਾ ਹੁੰਦਾ ਹੈ, ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਇਨਫੀਰੀਅਰ ਗੁੱਡ ਦਾ ਜਿਹੜਾ ਪ੍ਰਭਾਵ ਹੁੰਦਾ ਉਹੀ ਪ੍ਰਭਾਵ ਹੈ ਜਿਹੜਾ ਗਿਵਨ ਗੁੱਡਸ ਤੇ ਆਮਦਨ ਪ੍ਰਭਾਵ ਪੈਂਦਾ, ਭਾਵ ਰਣਾਤਮਕ ਹੁੰਦਾ। ਜਿਵੇਂ ਜਿਵੇਂ ਉਪਭੋਗੀ ਦੀ ਆਮਦਨ ਵੱਧਦੀ ਜਾਏਗੀ, ਠੀਕ ਹੈ, ਆਮਦਨ ਹੈ ਜਿਹੜੀ ਉਹ ਵੱਧਦੀ ਜਾਏਗੀ, ਤਾਂ ਇਨਫੀਰੀਅਰ ਜਾਂ ਗਿਵਨ ਪਦਾਰਥਾਂ ਦੀ ਜਿਹੜੀ ਕੁਆਂਟੀਟੀ ਡਿਮਾਂਡਡ ਹੈ ਉਹ ਘਟਦੀ ਜਾਏਗੀ, ਠੀਕ ਹੈ ਜੀ, ਮੰਗ ਹੈ ਉਹਦੀ ਘਟਦੀ ਜਾਏਗੀ। ਇੱਥੇ ਫਿਰ ਇਨਵਰਸ ਰਿਲੇਸ਼ਨ ਹੋ ਗਿਆ, ਆਮਦਨ ਵੱਧ ਰਹੀ ਹੈ ਤੇ ਕੁਆਂਟੀਟੀ ਹੈ ਜਿਹੜੀ ਉਹ ਘਟ ਰਹੀ ਹੈ, ਠੀਕ ਹੈ ਜੀ, ਧਿਆਨ 'ਚ ਰੱਖਣਾ। ਇਸ ਕਰਕੇ ਆਮਦਨ ਪ੍ਰਭਾਵ ਰਣਾਤਮਕ ਜਾਂ ਨੈਗੇਟਿਵ ਹੁੰਦਾ। ਹੁਣ ਗੱਲ ਕਰਦੇ ਹਾਂ ਜੀ ਕੀਮਤ ਪ੍ਰਭਾਵ। ਜਿਹੜਾ ਕੀਮਤ ਪ੍ਰਭਾਵ ਹੈ ਆਪਾਂ ਪੜ੍ਹ ਕੇ ਗਏ ਹਾਂ ਪਹਿਲਾਂ, ਨਾਰਮਲ ਗੁੱਡਸ ਦੇ ਵਿੱਚ ਵੀ ਨੈਗੇਟਿਵ ਹੁੰਦਾ ਹੈ, ਇਨਫੀਰੀਅਰ ਗੁੱਡਸ ਦੇ ਵਿੱਚ ਵੀ ਨੈਗੇਟਿਵ ਹੁੰਦਾ, ਪਰ ਗਿਵਨ ਜਿਹੜੇ ਪਦਾਰਥ ਹੈ ਉਹਨਾਂ ਦੇ ਸੰਬੰਧ ਵਿੱਚ ਪੋਜ਼ਿਟਿਵ ਹੁੰਦਾ, ਠੀਕ ਹੈ ਜੀ, ਧਿਆਨ ਰੱਖਣਾ, ਪੋਜ਼ਿਟਿਵ ਹੁੰਦਾ। ਭਾਵ ਜਿਵੇਂ ਜਿਵੇਂ ਕਿਸੇ ਵਸਤੂ ਦੀ ਕੀਮਤ ਵੱਧਦੀ ਜਾਂਦੀ ਹੈ ਉਹਦੀ ਮੰਗ ਵੀ ਵੱਧਦੀ ਜਾਂਦੀ ਹੈ, ਕੀਮਤ ਘਟਦੀ ਜਾਂਦੀ ਹੈ ਤਾਂ ਉਹਦੀ ਮੰਗ ਵੀ ਘਟਦੀ ਜਾਂਦੀ ਹੈ। ਇਹਨਾਂ ਨੂੰ ਆਪਾਂ ਗਿਵਨ ਪਦਾਰਥ ਕਹਿ ਦਿੰਦੇ ਹਾਂ। ਇਹਦੇ ਵਿੱਚ ਆਪਾਂ ਐਗਜ਼ਾਮਪਲ ਆਲੂ, ਚਾਵਲ, ਨਮਕ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਠੀਕ ਹੈ ਜੀ, ਬਹੁਤ ਅਤੀ ਜ਼ਰੂਰੀ ਵਸਤੂਆਂ ਵੀ ਇਹਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ। ਹਾਂਜੀ, ਇਹਦੀ ਇੱਕ ਉਦਾਹਰਨ ਦਿੱਤੀ ਸੀਗੀ, ਇਹਦੇ ਵਿੱਚ ਕਿਹਾ ਗਿਆ ਵੀ ਇੱਕ ਅਮਰੀਕਾ ਦੇ ਇੱਕ ਰਾਈਟਰ ਨੇ ਬਹੁਤ ਵਧੀਆ ਕਿਤਾਬ ਲਿਖੀ ਤੇ ਬਹੁਤ ਵਧੀਆ ਉਹਦੇ ਵਿੱਚ ਮਟੀਰੀਅਲ ਸੀਗਾ ਪੜ੍ਹਨ ਵਾਸਤੇ, ਤੇ ਲੇਖਕ ਨੇ ਸੋਚਿਆ ਵੀ ਹਰ ਬੰਦਾ ਇਸ ਨੂੰ ਖਰੀਦ ਸਕੇ ਤੇ ਆਸਾਨੀ ਦੇ ਨਾਲ ਇਹਨੂੰ ਹਰ ਨਾਗਰਿਕ ਤੱਕ, ਅਮਰੀਕਾ ਦੇ ਲੋਕਾਂ ਤੱਕ ਇਹ ਪਹੁੰਚ ਸਕੇ, ਤਾਂ ਉਹਦੀ ਕੀਮਤ ਬਹੁਤ ਘੱਟ ਰੱਖੀ, ਮਾਤਰ $1 ਉਹਦੀ ਪ੍ਰਾਈਸ ਰੱਖੀ। ਸਾਰੇ ਸਟਾਲਾਂ ਤੇ ਉਹ ਜਿਹੜੀ ਬੁੱਕ ਆ ਗਈ, ਪਰ ਲੋਕ ਜਦੋਂ ਕਿਤਾਬ ਖਰੀਦਦੇ ਸੀ, ਦੇਖਦੇ ਸੀ ਉਹਦੀ ਪ੍ਰਾਈਸ ਦੇਖ ਕੇ ਉਹ ਕਿਤਾਬ ਨਹੀਂ ਖਰੀਦਦੇ ਸੀਗੇ, ਉਹ ਸੋਚਦੇ ਸੀ ਵੀ $1 ਇਹਦੀ ਕੀਮਤ ਹੈ, ਇਹਦੇ ਵਿੱਚ ਕੀ ਹੋਣਾ, ਤਾਂ ਉਹਦੀ ਕਿਤਾਬ ਨਾ ਵਿਕੀ, ਤਾਂ ਉਹਨੇ ਕਿਤਾਬ ਜਿਹੜੀ ਆਪਣੀ ਵਾਪਸ ਮੰਗਵਾ ਲਈ। ਉਸ ਤੋਂ ਬਾਅਦ ਉਹੀ ਉਹਦਾ ਇੱਕ ਪੰਨਾ ਜਿਹੜਾ ਸਟਾਰਟਿੰਗ ਜਿਹਦੇ ਕੀਮਤ ਲਿਖੀ ਹੋਈ ਸੀਗੀ $1, ਉਹਨੂੰ 1 ਦੀ ਜਗ੍ਹਾ ਤੇ $100 ਕਰਕੇ ਉਹ ਫਿਰ ਬਾਜ਼ਾਰ ਦੇ ਵਿੱਚ ਉਤਾਰਤੀ, ਤਾਂ ਲੋਕਾਂ ਨੇ ਬਹੁਤ ਖਰੀਦੀ, ਠੀਕ ਹੈ। ਤੇ ਉਸ ਬੁੱਕ ਨੂੰ ਵੀ ਆਪਾਂ ਫਿਰ ਕਿਹਦੇ ਵਿੱਚ ਲਵਾਂਗੇ ਜੀ, ਗਿਵਨ ਗੁੱਡਸ ਦੇ ਵਿੱਚ ਲਵਾਂਗੇ, ਠੀਕ ਹੈ ਜੀ, ਕਿਉਂਕਿ ਜਦੋਂ ਉਹਦੀ ਕੀਮਤ ਘੱਟ ਸੀ ਤਾਂ ਉਹਦੀ ਡਿਮਾਂਡ ਘੱਟ ਸੀ, ਜਦੋਂ ਉਹਦੀ ਕੀਮਤ ਜ਼ਿਆਦਾ ਹੋ ਗਈ ਤਾਂ ਉਹਦੀ ਡਿਮਾਂਡ ਵੀ ਜ਼ਿਆਦਾ ਹੋ ਗਈ। ਤੇ ਧਿਆਨ ਰੱਖਣਾ ਹੈ ਇਹਦਾ ਜਿਹੜਾ ਡਿਮਾਂਡ ਕਰਵ ਹੈ ਉਹ ਪੋਜ਼ਿਟਿਵ ਹੁੰਦਾ ਹੈ ਤੇ ਉਹਦਾ ਪੋਜ਼ਿਟਿਵ ਰਿਲੇਸ਼ਨ ਆਪਾਂ ਇਸ ਤਰ੍ਹਾਂ ਬਣਾਉਂਦੇ ਹਾਂ, ਠੀਕ ਹੈ ਜੀ, 45 ਡਿਗਰੀ ਤੇ ਇਹ ਬਣਦਾ ਹੈ, ਠੀਕ ਹੈ ਜੀ। ਇਹ ਸਾਰੇ ਜਿਹੜੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ। ਹਾਂਜੀ, ਉਸ ਤੋਂ ਬਾਅਦ ਹੈ ਪ੍ਰਤੀਸਥਾਪਨ ਪ੍ਰਭਾਵ, ਠੀਕ ਹੈ। ਧਿਆਨ ਕੀ ਰੱਖਣਾ ਹੈ ਵੀ ਗਿਵਨ ਵਸਤੂਆਂ ਦੇ ਸੰਬੰਧ ਦੇ ਵਿੱਚ ਜਿਹੜਾ ਇਨਕਮ ਇਫੈਕਟ ਹੈ ਉਹ ਸਬਸਟੀਟਿਊਸ਼ਨ ਇਫੈਕਟ ਤੋਂ ਵੱਧ ਹੁੰਦਾ, ਠੀਕ ਹੈ ਜੀ, ਧਿਆਨ ਰੱਖਣਾ ਹੈ ਪ੍ਰਤੀਸਥਾਪਨ ਪ੍ਰਭਾਵ। ਹੁਣ ਸਾਰਾ ਜਿੰਨਾ ਪੜ੍ਹਿਆ ਉਹਨੂੰ ਆਪਾਂ ਸਮ ਅਪ ਕਰਦੇ ਹਾਂ ਟੇਬਲ ਦੇ ਨਾਲ। ਹਾਂਜੀ, ਇੱਥੇ ਆਪਾਂ ਨੂੰ ਵਸਤੂਆਂ ਦਿਖਾਈਆਂ ਗਈਆਂ, ਸਧਾਰਨ ਵਸਤੂਆਂ, ਨਿਮਨ ਕੋਟੀ ਵਸਤੂਆਂ ਤੇ ਗਿਵਨ ਵਸਤੂਆਂ, ਤੇ ਇੱਥੇ ਆਪਾਂ ਨੂੰ ਤਿੰਨੇ ਪ੍ਰਭਾਵ ਹੈ ਜਿਹੜੇ ਉਹ ਦਿਖਾਏ ਗਏ ਆ। ਸਭ ਤੋਂ ਪਹਿਲਾਂ ਤਾਂ ਪ੍ਰਤੀਸਥਾਪਨ ਪ੍ਰਭਾਵ ਧਿਆਨ ਰੱਖਣਾ ਹੈ, ਇਹ ਹਮੇਸ਼ਾ ਨੈਗੇਟਿਵ ਹੁੰਦਾ, ਕੋਈ ਵੀ ਵਸਤੂ ਆ ਜੇ ਉਹਦਾ ਜਿਹੜਾ ਰਣਾਤਮਕ ਪ੍ਰਭਾਵ ਹੀ ਹੁੰਦਾ, ਪ੍ਰਤੀਸਥਾਪਨ ਪ੍ਰਭਾਵ ਰਣਾਤਮਕ ਹੁੰਦਾ, ਕਿਉਂਕਿ ਪ੍ਰਤੀਸਥਾਪਨ ਪ੍ਰਭਾਵ ਹੈ ਜਿਹੜਾ ਵੀ ਕਿਸੇ ਇੱਕ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਪਭੋਗੀ ਆ ਉਹ ਸਾਰਾ ਸ਼ਿਫਟ ਉਸੇ ਵਸਤੂ ਵੱਲ ਹੋ ਜਾਂਦਾ, ਡਿਮਾਂਡ ਜਿਹੜੀ ਉਸ ਵਸਤੂ ਦੀ ਜ਼ਿਆਦਾ ਵਧਾ ਦਿੰਦਾ ਹੈ, ਠੀਕ ਹੈ ਜੀ। ਤੇ ਇਹ ਦੋ ਵਸਤੂਆਂ ਦੇ ਸੰਦਰਭ ਦੇ ਵਿੱਚ ਪ੍ਰਤੀਸਥਾਪਨ ਪ੍ਰਭਾਵ ਹੁੰਦਾ ਹੈ। ਮੰਨ ਲਓ ਚਾਹ ਤੇ ਕੌਫੀ ਲੈ ਲਓ, ਜੇ ਚਾਹ ਦੀ ਕੀਮਤ ਘਟਦੀ ਹੈ, ਠੀਕ ਹੈ, ਤੇ ਕੌਫੀ ਦੀ ਮੰਗ ਤੇ ਕੀ ਅਸਰ ਪਵੇਗਾ? ਚਾਹ ਦੀ ਕੀਮਤ ਘਟਣ ਦੇ ਨਾਲ ਜਿਹੜਾ ਉਪਭੋਗੀ ਆ ਉਹ ਚਾਹ ਦੀ ਮਾਤਰਾ ਜ਼ਿਆਦਾ ਖਰੀਦੇਗਾ ਤੇ ਕੌਫੀ ਦੀ ਮੰਗ ਘੱਟ ਕਰੇਗਾ। ਕੌਫੀ ਦੀ ਮੰਗ ਤੇ ਕੀ ਅਸਰ ਪਿਆ? ਕੌਫੀ ਦੀ ਮੰਗ ਜਿਹੜੀ ਉਹ ਘਟ ਗਈ, ਠੀਕ ਹੈ। ਜਾਣੀ ਕਿ ਜਿਹੜੇ ਕੌਫੀ ਪੀਣ ਵਾਲੇ ਜਿਹੜੇ ਕਸਟਮਰ ਸੀਗੇ ਉਹਨਾਂ ਨੇ ਕੌਫੀ ਛੱਡਤੀ ਤੇ ਚਾਹ ਪੀਣੀ ਸ਼ੁਰੂ ਕਰ ਦਿੱਤੀ, ਤੇ ਫਿਰ ਇਹਦੇ ਵਿੱਚ ਇਨਵਰਸ ਜਿਹੜਾ ਰਿਲੇਸ਼ਨ ਉਹ ਦੇਖਣ ਨੂੰ ਮਿਲ ਰਿਹਾ ਵੀ ਚਾਹ ਦੀ ਕੀਮਤ ਘਟਣ ਦੇ ਨਾਲ ਕੌਫੀ ਦੀ ਮੰਗ ਤੇ ਜਿਹੜਾ ਹੈ ਉਹ ਨੈਗੇਟਿਵ ਰਿਲੇਸ਼ਨ ਜਿਹੜਾ ਹੈਗਾ ਅਸਰ ਪਿਆ। ਇਸ ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦਾ, ਇਹ ਧਿਆਨ ਰੱਖਣਾ। ਸਧਾਰਨ ਵਸਤੂਆਂ ਦੀ ਗੱਲ ਕਰਦੇ ਹਾਂ, ਆਮਦਨ ਪ੍ਰਭਾਵ ਧਨਾਤਮਕ ਹੁੰਦਾ ਹੈ, ਮਤਲਬ ਭੋਗੀ ਦੀ ਆਮਦਨ ਵਧੇਗੀ ਤਾਂ ਸਧਾਰਨ ਵਸਤੂਆਂ ਦੀ ਮੰਗ ਵਧੇਗੀ, ਜੇ ਆਮਦਨ ਘਟੇਗੀ ਤਾਂ ਸਧਾਰਨ ਵਸਤੂਆਂ ਦੀ ਮੰਗ ਘਟੇਗੀ। ਕੀਮਤ ਪ੍ਰਭਾਵ ਰਣਾਤਮਕ ਹੁੰਦਾ ਹੈ, ਮਤਲਬ ਜੇ ਵਸਤੂ ਦੀ ਕੀਮਤ ਘਟੇਗੀ ਤਾਂ ਉਪਭੋਗੀ ਜਿਹੜਾ ਉਹ ਜ਼ਿਆਦਾ ਵਸਤੂਆਂ ਦੀ ਮੰਗ ਕਰੇਗਾ, ਜੇ ਵਸਤੂ ਦੀ ਕੀਮਤ ਵਧ ਗਈ ਤਾਂ ਉਹ ਪਹਿਲਾਂ ਨਾਲੋਂ ਘੱਟ ਵਸਤੂਆਂ ਦੀ ਮੰਗ ਕਰੇਗਾ, ਠੀਕ ਹੈ ਜੀ। ਨਿਮਨ ਕੋਟੀ ਪਦਾਰਥ, ਨਿਮਨ ਕੋਟੀ ਪਦਾਰਥ ਦੇ ਗਿਵਨ ਪਦਾਰਥਾਂ ਦੇ ਵਿੱਚ ਆਮਦਨ ਪ੍ਰਭਾਵ ਰਣਾਤਮਕ ਹੁੰਦਾ ਹੈ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਵੀ ਜਿਵੇਂ ਜਿਵੇਂ ਉਪਭੋਗੀ ਦੀ ਆਮਦਨ ਵੱਧਦੀ ਜਾਏਗੀ ਇਹਨਾਂ ਦੋਹਾਂ ਪਦਾਰਥਾਂ ਦੀ ਜਿਹੜੀ ਮੰਗ ਆ ਉਹ ਘਟਦੀ ਜਾਏਗੀ। ਹਾਂਜੀ, ਨਿਮਨ ਕੋਟੀ ਪਦਾਰਥਾਂ ਦੇ ਸੰਬੰਧ ਵਿੱਚ ਕੀਮਤ ਪ੍ਰਭਾਵ ਰਣਾਤਮਕ ਹੁੰਦਾ ਹੈ, ਭਾਵ ਮੰਗ ਦਾ ਨਿਯਮ ਹੈ ਜਿਹੜਾ ਨਿਮਨ ਕੋਟੀ ਪਦਾਰਥਾਂ ਤੇ ਲਾਗੂ ਹੁੰਦਾ ਹੈ, ਠੀਕ ਹੈ ਜੀ, ਵੀ ਜਿਵੇਂ ਜਿਵੇਂ ਨਿਮਨ ਕੋਟੀ ਪਦਾਰਥਾਂ ਦੀ ਕੀਮਤ ਘਟਦੀ ਹੈ ਤਾਂ ਇਹਨਾਂ ਦੀ ਮੰਗ ਵਧੇਗੀ, ਨਿਮਨ ਕੋਟੀ ਪਦਾਰਥਾਂ ਦੀ ਕੀਮਤ ਵਧਣ ਤੇ ਇਹਨਾਂ ਦੀ ਮੰਗ ਘਟੇਗੀ, ਠੀਕ ਹੈ ਜੀ। ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਜਿਹੜਾ ਸਬਸਟੀਟਿਊਸ਼ਨ ਇਫੈਕਟ ਹੈ ਉਹ ਗ੍ਰੇਟਰ ਦੈਨ ਹੁੰਦਾ ਹੈ ਇਨਕਮ ਇਫੈਕਟ ਦੇ ਨਾਲੋਂ, ਠੀਕ ਹੈ ਜੀ। ਗਿਵਨ ਪਦਾਰਥਾਂ ਦੇ ਵਿੱਚ ਜਿਹੜਾ ਕੀਮਤ ਪ੍ਰਭਾਵ ਹੈ ਉਹ ਧਨਾਤਮਕ ਹੁੰਦਾ ਹੈ, ਭਾਵ ਮੰਗ ਦਾ ਨਿਯਮ ਇਹਨਾਂ ਤੇ ਨਹੀਂ ਲਾਗੂ ਹੁੰਦਾ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜਾ ਇਨਕਮ ਇਫੈਕਟ ਹੈ ਜਿਹੜਾ ਉਹ ਗ੍ਰੇਟਰ ਦੈਨ ਹੁੰਦਾ ਸਬਸਟੀਟਿਊਸ਼ਨ ਇਫੈਕਟ, ਠੀਕ ਹੈ ਜੀ। ਇਹ ਸਾਰਾ ਟੇਬਲ ਤੁਸੀਂ ਧਿਆਨ 'ਚ ਰੱਖਣਾ ਤੇ ਇਹਨੂੰ ਸਮਝ ਲੈਣਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਹਾਂਜੀ, ਨਿਮਨ ਕੋਟੀ ਵਸਤੂਆਂ ਤੇ ਗਿਵਨ ਵਸਤੂਆਂ ਦੇ ਵਿੱਚ ਆਪਾਂ ਅੰਤਰ ਪੜ੍ਹਦੇ ਹਾਂ।
ਸਭ ਤੋਂ ਪਹਿਲਾਂ ਹੈ ਜੀ ਆਪਣੇ ਕੋਲ ਆਮਦਨ ਪ੍ਰਭਾਵ। ਦੋਹਾਂ ਦੇ ਸੰਬੰਧ ਵਿੱਚ ਆਮਦਨ ਪ੍ਰਭਾਵ ઋਣਾਤਮਕ ਹੁੰਦਾ ਹੈ। ਭਾਵ ਜਿਵੇਂ ਜਿਵੇਂ ਭੋਗੀ ਦੀ ਆਮਦਨ ਵਧੇਗੀ ਤੇ ਦੋਹਾਂ ਵਸਤੂਆਂ ਦਾ ਉਪਭੋਗ ਘਟਾਉਂਦਾ ਜਾਏਗਾ, ਨਿਮਨ ਕੋਟੀ ਵਸਤੂਆਂ ਇਨਫੀਰੀਅਰ ਗੁਡਸ ਵੀ ਤੇ ਗਿਵਨ ਗੁਡਸ ਵੀ। ਹਾਂਜੀ, ਕੀਮਤ ਪ੍ਰਭਾਵ। ਨਿਮਨ ਕੋਟੀ ਵਸਤੂਆਂ ਜਿਹੜੀਆਂ ਇਨਫੀਰੀਅਰ ਗੁਡਸ ਆ ਉਹਦੇ ਵਿੱਚ ਨੈਗੇਟਿਵ ਹੁੰਦਾ ਹੈ, ਮੀਨਿੰਗ ਮੰਗ ਦਾ ਨਿਯਮ ਲਾਗੂ ਹੁੰਦਾ ਹੈ। ਠੀਕ ਹੈ ਜੀ। ਜਦਕਿ ਜਿਹੜੇ ਕੀਮਤ ਪ੍ਰਭਾਵ ਆ ਉਹ ਧਨਾਤਮਕ ਹੁੰਦਾ ਹੈ। ਠੀਕ ਹੈ ਜੀ। ਜਿਵੇਂ ਜਿਵੇਂ ਵਸਤੂ ਦੀ ਕੀਮਤ ਵੱਧਦੀ ਜਾਂਦੀ ਹੈ ਤਾਂ ਜਿਹੜੀ ਮੰਗ ਹੈ ਉਹ ਵੀ ਵੱਧਦੀ ਜਾਏਗੀ। ਹਾਂਜੀ, ਮੰਗ ਦਾ ਨਿਯਮ ਹੈ ਜਿਹੜਾ ਨਿਮਨ ਕੋਟੀ ਪਦਾਰਥਾਂ 'ਤੇ ਲਾਗੂ ਹੁੰਦਾ ਹੈ ਕੇਵਲ ਗਿਵਨ ਵਸਤੂਆਂ ਨੂੰ ਛੱਡ ਕੇ। ਇਹ ਮੈਂ ਤੁਹਾਨੂੰ ਦੱਸ ਚੁੱਕਿਆ, ਗਿਵਨ ਵਸਤੂਆਂ ਜਿਹੜੀਆਂ ਹੈ ਨਿਮਨ ਕੋਟੀ ਵਸਤੂਆਂ ਦਾ ਇੱਕ ਪਾਰਟ ਹੈ ਤੇ ਗਿਵਨ ਵਸਤੂਆਂ 'ਤੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਹਾਂਜੀ, ਪ੍ਰਤੀਸਥਾਪਨ ਪ੍ਰਭਾਵ ਜਿਹੜਾ ਹੈਗਾ ਉਹ ਗ੍ਰੇਟਰ ਦੈਨ ਇਨਕਮ ਇਫੈਕਟ। ਠੀਕ ਹੈ, ਪ੍ਰਤੀਸਥਾਪਨ ਪ੍ਰਭਾਵ ਹੈ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਆਮਦਨ ਪ੍ਰਭਾਵ ਨਾਲੋਂ, ਤੇ ਗਿਵਨ ਗੁਡਸ ਦੇ ਵਿੱਚ ਜਿਹੜਾ ਇਨਕਮ ਪ੍ਰਭਾਵ ਜ਼ਿਆਦਾ ਹੁੰਦਾ ਹੈ। ਠੀਕ ਹੈ ਜੀ, ਸਬਸਟੀਟਿਊਸ਼ਨ ਇਫੈਕਟ ਨਾਲੋਂ। ਹਾਂਜੀ, ਆਹ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ। ਆਲ ਗਿਵਨ ਗੁਡਸ ਆਰ ਇਨਫੀਰੀਅਰ ਗੁਡਸ। ਜਿੰਨੇ ਵੀ ਗਿਵਨ ਗੁਡਸ ਹੁੰਦੇ ਆ ਉਹ ਸਾਰੇ ਨਿਮਨ ਕੋਟੀ ਪਦਾਰਥ ਹੁੰਦੇ ਹਨ, ਬਟ ਆਲ ਇਨਫੀਰੀਅਰ ਗੁਡਸ ਆਰ ਨਾਟ ਗਿਵਨ ਗੁਡਸ। ਪਰ ਸਾਰੇ ਨਿਮਨ ਕੋਟੀ ਪਦਾਰਥ ਜਿਹੜੇ ਉਹ ਗਿਵਨ ਗੁਡਸ ਨਹੀਂ ਹੁੰਦੇ। ਨਿਮਨ ਕੋਟੀ ਵਸਤੂਆਂ ਦੇ ਨਜ਼ਦੀਕੀ ਵਿਕਲਪ ਆਸਾਨੀ ਨਾਲ ਮਿਲ ਜਾਂਦੇ ਹਨ। ਠੀਕ ਹੈ ਜੀ, ਇਹਨਾਂ ਦੇ ਜਿਹੜੇ ਅਲਟਰਨੇਟਿਵ ਆਸਾਨੀ ਨਾਲ ਮਿਲ ਜਾਂਦੇ ਹਨ, ਜਦਕਿ ਇਹਨਾਂ ਦੇ ਕੋਈ ਨਜ਼ਦੀਕੀ ਵਿਕਲਪ ਨਹੀਂ ਮਿਲਦੇ ਗਿਵਨ ਪਦਾਰਥਾਂ ਦੇ। ਨਿਮਨ ਕੋਟੀ ਪਦਾਰਥਾਂ ਦੇ ਵਿੱਚ ਬਾਜਰਾ, ਡਾਲਡਾ ਘਿਓ ਆਏਗਾ ਐਗਜ਼ਾਮਪਲ ਦੇ ਵਿੱਚ। ਇੱਧਰ ਆਲੂ, ਚਾਵਲ ਤੇ ਨਮਕ ਦੀਆਂ ਉਦਾਹਰਨ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ ਤੁਸੀਂ। ਹਾਂਜੀ, ਹੁਣ ਗੱਲ ਕਰਦੇ ਹਾਂ ਜੀ ਅੰਤਰ ਸਧਾਰਨ ਵਸਤੂਆਂ ਤੇ ਗਿਵਨ ਵਸਤੂਆਂ ਦੇ ਵਿੱਚ। ਠੀਕ ਹੈ ਜੀ, ਇਸ ਤੋਂ ਪਹਿਲਾਂ ਪੜ੍ਹ ਕੇ ਗਏ ਹਾਂ ਗਿਵਨ ਗੁਡਸ ਦੇ ਨਾਲ ਇਨਫੀਰੀਅਰ ਗੁਡਸ। ਹਾਂਜੀ, ਸਧਾਰਨ ਵਸਤੂਆਂ ਦੇ ਵਿੱਚ ਇਹ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਦੇ ਮੰਗ ਦਾ ਨਿਯਮ ਲਾਗੂ ਹੁੰਦਾ ਹੈ। ਭਾਵ ਕੀਮਤ ਘਟਣ ਤੇ ਇਹਨਾਂ ਵਸਤੂਆਂ ਦੀ ਮੰਗ ਵੱਧਦੀ ਹੈ ਤੇ ਕੀਮਤ ਵਧਣ ਤੇ ਇਹਨਾਂ ਵਸਤੂਆਂ ਦੀ ਮੰਗ ਘਟ ਜਾਂਦੀ ਹੈ। ਇਸ ਦੇ ਉਲਟ ਜਿਹੜੇ ਗਿਵਨ ਪਦਾਰਥ ਹੈ ਇਹ ਉਹ ਘਟੀਆ ਪਦਾਰਥ ਹੁੰਦੇ ਹਨ ਜਿਨ੍ਹਾਂ ਦੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਠੀਕ ਹੈ ਜੀ, ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਠੀਕ ਹੈ, ਅਰਥਾਤ ਕੀ ਹੈ ਵੀ ਇਹ ਉਹ ਪਦਾਰਥ ਹਨ ਜਿਨ੍ਹਾਂ ਦੀ ਕੀਮਤ ਘਟਣ ਤੇ ਉਹਨਾਂ ਦੀ ਮੰਗ ਘਟ ਜਾਂਦੀ ਹੈ ਤੇ ਕੀਮਤ ਵਧਣ ਤੇ ਇਹਨਾਂ ਦੀ ਮੰਗ ਵੱਧ ਜਾਂਦੀ ਹੈ। ਭਾਵ ਪੋਜ਼ਿਟਿਵ ਰਿਲੇਸ਼ਨ ਹੁੰਦਾ ਹੈ ਬਿਟਵੀਨ ਪ੍ਰਾਈਸ ਐਂਡ ਕੁਆਂਟੀਟੀ ਡਿਮਾਂਡਡ। ਠੀਕ ਹੈ, ਇਸ ਕਰਕੇ ਇੱਥੇ ਲਾ ਆਫ ਡਿਮਾਂਡ ਆ ਉਹ ਐਪਲੀਕੇਬਲ ਨਹੀਂ ਹੁੰਦਾ ਗਿਵਨ ਗੁਡਸ ਦੇ ਵਿੱਚ। ਸਧਾਰਨ ਵਸਤੂਆਂ ਦੀ ਮੰਗ ਦੀ ਜਿਹੜਾ ਮੰਗ ਵਕਰ ਹੈ, ਡੀ ਵਕਰ ਹੈ, ਉਹ ਉੱਪਰੋਂ ਹੇਠਾਂ ਖੱਬੇ ਪਾਸੇ ਵੱਲ ਹੁੰਦਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਦਾ ਡਿਮਾਂਡ ਕਰ ਬਣੇਗਾ ਡੀ ਕਰ ਸਧਾਰਨ ਵਸਤੂਆਂ ਦੇ ਵਿੱਚ। ਠੀਕ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਵਸਤੂ ਦੀ ਕੀਮਤ ਤੇ ਕੁਆਂਟੀਟੀ ਡਿਮਾਂਡਡ ਦੇ ਵਿੱਚ ਉਲਟਾ ਰਿਲੇਸ਼ਨ ਹੈ। ਠੀਕ ਹੈ, ਦੂਜੇ ਪਾਸੇ ਜਿਹੜੇ ਗਿਵਨ ਪਦਾਰਥ ਹੈ ਉਹਨਾਂ ਵਿੱਚ ਮੰਗ ਵਕਰ ਜਿਹੜੀ ਬਣਦਾ ਹੈ ਉਹ ਇਸ ਤਰੀਕੇ ਨਾਲ ਬਣਦਾ ਡੀ ਕਰ 45 ਡਿਗਰੀ ਤੇ ਪੋਜ਼ਿਟਿਵ ਰਿਲੇਸ਼ਨ ਨੂੰ ਡਿਨੋਟ ਕਰਦਾ ਹੈ। ਭਾਵ ਜਿਵੇਂ ਜਿਵੇਂ ਕੀਮਤ ਵਧੇਗੀ, ਠੀਕ ਹੈ, ਕੀਮਤ ਵਧੇਗੀ ਤਾਂ ਕੁਆਂਟੀਟੀ ਡਿਮਾਂਡਡ ਵੀ ਇਨਕਰੀਜ਼ ਹੋਏਗੀ। ਠੀਕ ਹੈ, ਪ੍ਰਤੱਖ ਸੰਬੰਧ ਡਾਇਰੈਕਟ ਰਿਲੇਸ਼ਨ ਹੈ ਜਿਹੜਾ ਉਹ ਦੱਸਦਾ ਹੈ। ਸਧਾਰਨ ਵਸਤੂਆਂ ਦੇ ਵਿੱਚ ਜਿਹੜਾ ਆਮਦਨ ਪ੍ਰਭਾਵ ਹੈ ਉਹ ਧਨਾਤਮਕ ਹੁੰਦਾ ਹੈ। ਮਤਲਬ ਜਿਵੇਂ ਜਿਵੇਂ ਭੋਗੀ ਦੀ ਆਮਦਨ ਵਧਦੀ ਜਾਂਦੀ ਹੈ ਉਹ ਸਧਾਰਨ ਵਸਤੂਆਂ ਦੀ ਮੰਗ ਵਧਾਉਂਦਾ ਜਾਂਦਾ ਹੈ। ਤੇ ਇਸ ਦੇ ਉਲਟ ਜਿਹੜੇ ਗਿਵਨ ਪਦਾਰਥ ਹੈ ਉਹਨਾਂ ਵਿੱਚ ਆਮਦਨ ਦਾ ਪ੍ਰਭਾਵ ઋਣਾਤਮਕ ਹੁੰਦਾ ਹੈ। ਜਿਵੇਂ ਜਿਵੇਂ ਭੋਗੀ ਦੀ ਆਮਦਨ ਵਧਦੀ ਜਾਂਦੀ ਹੈ ਉਹ ਇਹਨਾਂ ਗਿਵਨ ਪਦਾਰਥਾਂ ਦੀ ਜਿਹੜੀ ਮੰਗ ਆ ਉਹ ਘੱਟ ਕਰਦਾ ਜਾਂਦਾ ਹੈ। ਠੀਕ ਹੈ ਜੀ, ਇਹ ਅੰਤਰ ਧਿਆਨ 'ਚ ਰੱਖਣਾ। ਹਾਂਜੀ, ਉਸ ਤੋਂ ਬਾਅਦ ਹੈ ਜੀ ਵੈਬਲਨ ਗੁਡਸ। ਵੈਬਲਨ ਗੁਡਸ ਨੂੰ ਆਪਾਂ ਪ੍ਰਤਿਸ਼ਠਾ ਸੂਚਕ ਵਸਤੂਆਂ ਕਹਿ ਦਿੰਦੇ ਹਾਂ। ਇਹਦੇ ਵਿੱਚ ਵਸਤੂਆਂ ਦੇ ਵਿੱਚ ਕੀਮਤੀ ਹੀਰੇ, ਜਵਾਹਰਤ, ਮਹਿੰਗੀਆਂ ਘੜੀਆਂ, ਮਹਿੰਗੀਆਂ ਕਾਰਾਂ, ਇਹ ਸਭ ਕੁਝ ਸ਼ਾਮਲ ਹੈ। ਠੀਕ ਹੈ, ਇਹਨਾਂ ਵਸਤੂਆਂ ਦੀ ਵਿਆਖਿਆ ਸਭ ਤੋਂ ਪਹਿਲਾਂ ਵੈਬਲਨ ਨੇ ਕੀਤੀ ਸੀ, ਇਸ ਕਰਕੇ ਇਹਨਾਂ ਵਸਤੂਆਂ ਨੂੰ ਵੈਬਲਨ ਗੁਡਸ ਜਾਂ ਵੈਬਲਨ ਵਸਤੂਆਂ ਕਿਹਾ ਜਾਂਦਾ ਹੈ। ਹਾਂਜੀ, ਇਹ ਉਹ ਵਸਤੂਆਂ ਹਨ ਜਿਨ੍ਹਾਂ ਦੇ ਕੀਮਤ ਪ੍ਰਭਾਵ ਧਨਾਤਮਕ ਹੁੰਦਾ ਹੈ। ਠੀਕ ਹੈ, ਜਿਵੇਂ ਗਿਵਨ ਗੁਡਸ ਆ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਇਹਨਾਂ ਵਸਤੂਆਂ 'ਤੇ ਦੇਖਣ ਨੂੰ ਮਿਲਦਾ ਹੈ। ਭਾਵ ਜਦੋਂ ਹੀਰੇ, ਜਵਾਹਰਾਤ ਤੇ ਕਾਰਾਂ ਦੀ ਜਿਹੜੀ ਕੀਮਤ ਵੱਧਦੀ ਹੈ ਤਾਂ ਇਹਨਾਂ ਦੀ ਮੰਗ ਵੀ ਵੱਧਦੀ ਹੈ। ਠੀਕ ਹੈ ਜੀ, ਤੇ ਮੰਗ ਦਾ ਨਿਯਮ ਇਹਨਾਂ ਵਸਤੂਆਂ 'ਤੇ ਲਾਗੂ ਨਹੀਂ ਹੁੰਦਾ। ਠੀਕ ਹੈ, ਧਿਆਨ 'ਚ ਰੱਖਣਾ ਹੈ, ਮੰਗ ਦਾ ਨਿਯਮ ਨਾ ਤਾਂ ਗਿਵਨ ਗੁਡਸ 'ਤੇ ਲਾਗੂ ਹੁੰਦਾ ਹੈ ਨਾ ਹੀ ਵੈਬਲਨ ਗੁਡਸ 'ਤੇ ਲਾਗੂ ਹੁੰਦਾ। ਠੀਕ ਹੈ, ਦੋਨੋਂ ਇਹ ਪੋਜ਼ਿਟਿਵ ਰਿਲੇਸ਼ਨ ਡਿਨੋਟ ਕਰਦੇ ਆ ਬਿਟਵੀਨ ਪ੍ਰਾਈਸ ਐਂਡ ਕੁਆਂਟੀਟੀ ਡਿਮਾਂਡਡ। ਇਹ ਗੱਲਾਂ ਤੁਸੀਂ ਧਿਆਨ 'ਚ ਰੱਖਣੀਆਂ। ਹਾਂਜੀ, ਰੈਟਚਟ ਇਫੈਕਟ ਤੇ ਵੈਂਗਡਨ ਪ੍ਰਭਾਵ ਤੇ ਪ੍ਰਦਰਸ਼ਨ ਪ੍ਰਭਾਵ ਇਹ ਵੈਬਲਨ ਗੁਡਸ ਦੇ ਨਾਲ ਹੀ ਸੰਬੰਧਿਤ ਹੈ। ਠੀਕ ਹੈ ਜੀ, ਇਹ ਆਪਾਂ ਅੱਗੇ ਪੜਾਂਗੇ ਇਹਨਾਂ ਬਾਰੇ। ਡੈਮੋਸਟ੍ਰੇਸ਼ਨ ਇਫੈਕਟ ਕੀ ਹੁੰਦਾ ਹੈ, ਠੀਕ ਹੈ, ਤੇ ਰੈਟਚਟ ਇਫੈਕਟ ਕੀ ਹੁੰਦਾ ਹੈ, ਇਹ ਸਾਰੀਆਂ ਆਪਾਂ ਅੱਗੇ ਡਿਟੇਲ 'ਚ ਪੜਾਂਗੇ। ਹਾਂਜੀ, ਐਨ ਇਨਫੀਰੀਅਰ ਗੁਡਸ ਇਜ਼ ਅ ਕੋਮੋਡਿਟੀ ਹੂਜ਼ ਡੈਸ਼ ਵਿਦ ਐਨ ਇਨਕਰੀਜ਼ ਇਨ ਇਨਕਮ। ਹਾਂਜੀ, ਘਟੀਆ ਪਦਾਰਥ ਉਹ ਪਦਾਰਥ ਹਨ ਜਿਨ੍ਹਾਂ ਦੀ ਆਮਦਨ ਵਧਣ ਦੇ ਨਾਲ, ਦੇਖੋ ਜੀ ਕੀ ਕਹਿ ਰਹੇ ਆਮਦਨ ਵਧ ਰਹੀ ਹੈ। ਆਪਾਂ ਪੜਿਆ ਹੋਇਆ ਗਿਵਨ ਗੁਡਸ ਤੇ ਇਨਫੀਰੀਅਰ ਗੁਡਸ ਦੇ ਵਿੱਚ ਇਨਕਮ ਇਫੈਕਟ ਨੈਗੇਟਿਵ ਹੁੰਦਾ। ਇਨਕਮ ਇਫੈਕਟ ਕੀ ਹੁੰਦਾ, ਨੈਗੇਟਿਵ। ਇਹਦਾ ਮਤਲਬ ਜਿਹੜੀ ਕੁਆਂਟੀਟੀ ਹੈ ਉਹ ਘਟੇਗੀ। ਠੀਕ ਹੈ ਜੀ, ਇਹੀ ਪੁੱਛਿਆ ਵੀ ਕੁਆਂਟੀਟੀ ਹੈ ਜਿਹੜੀ ਉਹ ਡਿਮਾਂਡ ਹੈ ਕੀ ਹੋਏਗੀ ਜੀ, ਉਹ ਫਾਲ ਹੋਏਗੀ। ਕੀ ਹੋਏਗੀ ਇਹਦੇ ਵਿੱਚ, ਫਾਲ ਹੋਏਗੀ, ਘਟੇਗੀ। ਇਹ ਧਿਆਨ 'ਚ ਰੱਖ ਲੈਣਾ ਜੀ। ਹਾਈ ਪ੍ਰਾਈਸਡ ਗੁਡਸ ਕੰਜ਼ਿਊਮਡ ਬਾਈ ਸਟੇਟਸ ਸੀਕਲੀ ਵਿਦ ਰਿਚ ਪੀਪਲ ਟੂ ਸੈਟੀਸਫਾਈ ਦੇਅਰ ਨੀਡਸ। ਠੀਕ ਹੈ ਜੀ, ਫॉर ਪੀਕੀਐਸ ਗੁਡਸ ਇਜ਼ ਦੱਸਣਾ ਇਹ ਵੀ ਉੱਚ ਕੀਮਤ ਵਾਲੀਆਂ ਵਸਤੂਆਂ ਜਿਹੜੇ ਕਿ ਅਮੀਰ ਲੋਕ, ਠੀਕ ਹੈ, ਆਪਣੇ ਰੁਤਬੇ ਦੀ ਖਾਤਰ, ਸਟੇਟਸ ਲੱਭਣ ਦੀ ਖਾਤਰ, ਆਪਣੀਆਂ ਲੋੜਾਂ ਦੀ ਪੂਰਤੀ ਦੇ ਲਈ ਜਿਹਨਾਂ ਨੂੰ ਸੈਟੀਸਫਾਈ ਕਰਦੇ ਹੈ। ਹਾਈ ਪ੍ਰਾਈਸਡ ਗੁਡਸ ਹੋ ਗਈਆਂ ਹੀਰੇ, ਜਵਾਹਰਾਤ, ਮਹਿੰਗੀਆਂ ਕਾਰਾਂ। ਠੀਕ ਹੈ, ਜਿਹਨੂੰ ਆਪਾਂ ਵੈਬਲਨ ਇਫੈਕਟ ਕਵਾਂਗੇ, ਧਿਆਨ ਰੱਖਣਾ। ਠੀਕ ਹੈ ਜੀ, ਇਹਨੂੰ ਕੀ ਕਵਾਂਗੇ ਆਪਾਂ, ਵੈਬਲਨ ਇਫੈਕਟ। ਉਹਨਾਂ ਨਿਮਨ ਕੋਟੀ ਵਸਤੂਆਂ ਨੂੰ ਗਿਵਨ ਵਸਤੂਆਂ ਕਿਹਾ ਜਾਂਦਾ ਹੈ ਜੋ ਸ਼ਰਤਾਂ ਪੂਰੀਆਂ ਕਰਨ। ਠੀਕ ਹੈ ਜੀ, ਆਪਾਂ ਪੜਿਆ ਹੋਇਆ ਆਲ ਗਿਵਨ ਗੁਡਸ ਆਰ ਇਨਫੀਰੀਅਰ ਗੁਡਸ। ਠੀਕ ਹੈ, ਬਟ ਆਲ ਇਨਫੀਰੀਅਰ ਗੁਡਸ ਆਰ ਨਾਟ ਗਿਵਨ ਗੁਡਸ। ਆਲ ਗਿਵਨ ਗੁਡਸ ਆਰ ਇਨਫੀਰੀਅਰ ਗੁਡਸ ਬਟ ਆਲ ਇਨਫੀਰੀਅਰ ਗੁਡਸ ਆਰ ਨਾਟ ਗਿਵਨ ਗੁਡਸ। ਫਿਰ ਉਹ ਕਿਹੜੀਆਂ ਵਸਤੂਆਂ ਹੈ ਨਿਮਨ ਕੋਟੀ ਜਿਨ੍ਹਾਂ ਨੂੰ ਆਪਾਂ ਗਿਵਨ ਵਸਤੂਆਂ ਕਹਾਂਗੇ। ਆਮਦਨ ਪ੍ਰਭਾਵ ઋਣਾਤਮਕ ਹੋਵੇ, ਬਿਲਕੁਲ ਸਹੀ ਹੈ, ਗਿਵਨ ਗੁਡਸ ਦੇ ਵਿੱਚ ਇਨਕਮ ਫੈਕਟਰ ઋਣਾਤਮਕ ਹੁੰਦਾ ਹੈ। ਕੀਮਤ ਪ੍ਰਭਾਵ ਧਨਾਤਮਕ ਹੋਵੇ, ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਲਾ ਆਫ ਡਿਮਾਂਡ ਇੱਥੇ ਐਪਲੀਕੇਬਲ ਨਹੀਂ ਹੁੰਦਾ। ਹਾਂਜੀ, ਉਸ ਤੋਂ ਬਾਅਦ ਕਹਿ ਰਹੇ ਆ ਉਹ ਪ੍ਰਤੀਸਥਾਪਨ ਪ੍ਰਭਾਵ ਹੈ ਜਿਹੜਾ ਉਹ ਗ੍ਰੇਟਰ ਦੈਨ ਇਨਕਮ ਇਫੈਕਟ। ਇਹ ਗਲਤ ਹੋ ਗਿਆ ਜੀ, ਕਿਉਂਕਿ ਗਿਵਨ ਗੁਡਸ ਦੇ ਵਿੱਚ ਜਿਹੜਾ ਹੈਗਾ ਇਨਕਮ ਇਫੈਕਟ ਹੈ ਜਿਹੜਾ ਉਹ ਗ੍ਰੇਟਰ ਦੈਨ ਹੁੰਦਾ ਹੈ ਸਬਸਟੀਟਿਊਸ਼ਨ ਇਫੈਕਟ। ਠੀਕ ਹੈ ਜੀ, ਤੇ ਇਹਦੇ ਵਿੱਚ ਇਨਕਮ ਇਫੈਕਟ ਗ੍ਰੇਟਰ ਦੈਨ ਸਬਸਟੀਟਿਊਸ਼ਨ ਇਫੈਕਟ, ਇਹ ਸਹੀ ਹੋਏਗਾ।
ਤੇ ਕਿਹੜੀ ਸ਼ਰਤਾਂ ਪੂਰੀਆਂ ਹੋਣਗੀਆਂ ਜੀ ਫਿਰ 1 2 ਐਂਡ 4। ਠੀਕ ਹੈ ਜੀ, ਧਿਆਨ 'ਚ ਰੱਖ ਲਓ। ਉਹ ਵਸਤੂਆਂ ਜਿਨ੍ਹਾਂ ਦੀ ਮੰਗ ਆਮਦਨ ਵਧਣ ਤੇ ਵੱਧਦੀ ਹੈ। ਕਹਿ ਰਿਹਾ ਹੈ ਇਨਕਮ ਵੱਧ ਰਹੀ ਹੈ ਤੇ ਕੁਆਂਟੀਟੀ ਵੀ ਵੱਧ ਰਹੀ ਹੈ। ਡਾਇਰੈਕਟ ਰਿਲੇਸ਼ਨ ਹੈ। ਡਾਇਰੈਕਟ ਰਿਲੇਸ਼ਨ ਜਿਹੜਾ ਉਹ ਆਪਾਂ ਪੜ੍ਹਿਆ ਹੋਇਆ ਹੈ, ਇਨਕਮ ਦਾ ਡਾਇਰੈਕਟ ਇੰਪੈਕਟ ਜਾਂ ਇਫੈਕਟ ਜਿਹੜਾ ਉਹ ਨਾਰਮਲ ਗੁਡਸ ਤੇ ਹੁੰਦਾ। ਠੀਕ ਹੈ ਜੀ, ਕੀ ਆਏਗਾ ਫਿਰ ਸਧਾਰਨ ਗੁਡਸ ਆਏਗਾ ਜੀ। ਮੰਗ ਦਾ ਨਿਯਮ ਕਿੰਨਾ ਵਸਤੂਆਂ ਤੇ ਲਾਗੂ ਨਹੀਂ ਹੁੰਦਾ। ਇਹ ਆਪਾਂ ਪੜ੍ਹ ਕੇ ਗਏ ਸੀਗੇ, ਗਿਵਨ ਗੁਡਸ ਤੇ ਨਹੀਂ ਲਾਗੂ ਹੁੰਦਾ, ਵੈਬਲਨ ਗੁਡਸ ਤੇ ਨਹੀਂ ਲਾਗੂ ਹੁੰਦਾ, ਸਧਾਰਨ ਤੇ ਵੀ ਲਾਗੂ ਹੁੰਦਾ, ਨਿਮਨ ਕੋਟੀ ਤੇ ਵੀ ਲਾਗੂ ਹੁੰਦਾ ਹੈ। ਇਹਦਾ ਰਾਈਟ ਆਂਸਰ ਬਣੇਗਾ 1 ਐਂਡ 3। ਉਹ ਵਸਤੂਆਂ ਜਿਨ੍ਹਾਂ ਦੀ ਮੰਗ ਆਮਦਨ ਵਧਣ ਤੇ ਘਟਦੀ ਹੈ। ਉਹ ਕੀ ਕਹਿੰਦੇ ਆ, ਆਮਦਨ ਵੱਧ ਰਹੀ ਹੈ ਤੇ ਮੰਗ ਘਟ ਰਹੀ ਹੈ। ਇਨਵਰਸ ਰਿਲੇਸ਼ਨ ਹੋ ਗਿਆ ਜੀ। ਇਨਵਰਸ ਰਿਲੇਸ਼ਨ ਆਪਾਂ ਪੜ੍ਹਿਆ ਸੀਗਾ, ਇਹ ਦੋ ਵਸਤੂਆਂ ਹੁੰਦੀਆਂ, ਇੱਕ ਗਿਵਨ ਗੁਡਸ ਤੇ ਇਨਫੀਰੀਅਰ ਗੁਡਸ। ਹਾਂਜੀ, ਗਿਵਨ ਗੁਡਸ ਤੇ ਵੀ ਆਮਦਨ ਪ੍ਰਭਾਵ ਨੈਗੇਟਿਵ ਹੁੰਦਾ ਹੈ ਤੇ ਨਿਮਨ ਕੋਟੀ ਪਦਾਰਥ ਇਨਫੀਰੀਅਰ ਗੁਡਸ ਤੇ ਵੀ ਨੈਗੇਟਿਵ ਹੁੰਦਾ। ਇਹਦਾ ਰਾਈਟ ਆਂਸਰ ਬਣੇਗਾ 1 ਤੇ 4। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਅੱਗੇ ਕੁਝ ਹੋਰ ਜਿਹੜੀਆਂ ਗੱਲਾਂ ਆਪਾਂ ਧਿਆਨ 'ਚ ਰੱਖਣੀਆਂ। ਨੈਟਵਰਕ ਐਕਸਟਰਨਲਿਟੀਜ਼ ਇਹ ਕੀ ਚੀਜ਼ ਹੈ? ਇਹਦੇ ਵਿੱਚ ਜਦੋਂ ਕੋਈ ਵਿਅਕਤੀ ਕਿਸੇ ਵਸਤੂ ਦੀ ਮੰਗ ਕਰਦਾ ਹੈ ਤਾਂ ਮੰਗ ਕਰਨ ਵੇਲੇ ਉਸ ਵਸਤੂ ਦੀ ਕੀਮਤ ਨੂੰ ਧਿਆਨ 'ਚ ਨਹੀਂ ਰੱਖਦਾ, ਨਾ ਹੀ ਦੂਸਰੀਆਂ ਵਸਤੂਆਂ ਦੀ ਕੀਮਤ ਨੂੰ ਧਿਆਨ 'ਚ ਰੱਖਦਾ ਹੈ, ਨਾ ਹੀ ਅਭੋਗੀ ਆਪਣੀ ਆਮਦਨ ਨੂੰ ਧਿਆਨ ਵਿੱਚ ਰੱਖਦਾ ਹੈ। ਫਿਰ ਕਿਸ ਚੀਜ਼ ਨੂੰ ਧਿਆਨ 'ਚ ਰੱਖਦਾ ਹੈ? ਉਹ ਧਿਆਨ ਰੱਖਦਾ ਹੈ ਵੀ ਦੂਸਰੇ ਵਿਅਕਤੀ ਇਸ ਵਸਤੂ ਨੂੰ ਕਿਸ ਤਰ੍ਹਾਂ ਖਰੀਦ ਰਹੇ ਹੈ। ਠੀਕ ਹੈ, ਕਹਿਣ ਦਾ ਮਤਲਬ ਜਦੋਂ ਕਿਸੇ ਵਿਅਕਤੀ ਦੀ ਕਿਸੇ ਵਸਤੂ ਪ੍ਰਤੀ ਮੰਗ ਦੂਸਰੇ ਵਿਅਕਤੀਆਂ ਦੀ ਉਸ ਵਸਤੂ ਦੀ ਮੰਗ ਤੇ ਨਿਰਭਰ ਕਰਦੀ ਹੈ ਤਾਂ ਇਸ ਨੂੰ ਨੈਟਵਰਕ ਐਕਸਟਰਨਲਿਟੀਜ਼ ਕਿਹਾ ਜਾਂਦਾ ਹੈ। ਠੀਕ ਹੈ, ਯਾਨੀ ਕਿ ਇਹ ਵਿਅਕਤੀ ਦੀ ਮੰਗ, ਠੀਕ ਹੈ ਜੀ, ਐਕਸ ਪ੍ਰੋਡਕਟ ਆ ਕੋਈ, ਇਹਦੇ ਪ੍ਰਤੀ ਏ ਦੀ ਮੰਗ ਉਹ ਨਿਰਭਰ ਕਰਦੀ ਹੈ ਬੀ ਤੇ ਸੀ ਤੇ। ਬੀ ਤੇ ਸੀ ਕੀ ਇਹ ਖਰੀਦ ਰਹੇ ਆ ਤਾਂ ਫਿਰ ਇਹ ਦੇਖਦਾ, ਸੋਚਦਾ, ਫੈਸਲਾ ਕਰਦਾ ਵੀ ਮੈਂ ਖਰੀਦਾਂ ਜਾਂ ਨਾ ਖਰੀਦਾਂ। ਠੀਕ ਹੈ ਜੀ, ਜੇ ਬੀ ਤੇ ਸੀ ਐਕਸ ਪ੍ਰੋਡਕਟ ਖਰੀਦ ਰਹੇ ਹੈ ਤੇ ਇਹ ਵੀ ਖਰੀਦਣ ਜਾ ਰਿਹਾ ਉਸ ਨੂੰ, ਸਿਰਫ ਇਹਨਾਂ ਦੇ ਪ੍ਰਭਾਵ ਕਰਕੇ ਵੀ ਬੀ ਤੇ ਸੀ ਖਰੀਦ ਰਹੇ ਆ, ਤਾਂ ਉਹ ਧਨਾਤਮਕ ਐਕਸਟਰਨਲਿਟੀਜ਼ ਹੁੰਦੀ ਹੈ। ਠੀਕ ਹੈ ਜੀ, ਇਹਨੂੰ ਆਪਾਂ ਪੋਜ਼ਿਟਿਵ ਐਕਸਟਰਨਲਿਟੀਜ਼ ਕਵਾਂਗੇ। ਜੇ ਬੀ ਤੇ ਸੀ ਖਰੀਦਣ ਜਾ ਰਹੇ ਹੈ ਐਕਸ ਪ੍ਰੋਡਕਟ ਤੇ ਇਹ ਹੈ ਉਹ ਕਹਿੰਦਾ ਮੈਂ ਨਹੀਂ ਖਰੀਦਣੀ ਕਿਉਂਕਿ ਬੀ ਤੇ ਸੀ ਖਰੀਦ ਰਹੇ ਆ। ਠੀਕ ਹੈ ਜੀ, ਵੀ ਹੋਰ ਵੀ ਲੋਕ ਖਰੀਦ ਰਹੇ ਆ, ਇਸ ਕਰਕੇ ਉਹ ਐਕਸ ਪ੍ਰੋਡਕਟ ਨਹੀਂ ਖਰੀਦ ਰਿਹਾ, ਤਾਂ ਉਹ ਰਣਾਤਮਕ ਜਾਂ ਨੈਗੇਟਿਵ ਐਕਸਟਰਨਲਿਟੀਜ਼ ਹੁੰਦੀ ਹੈ। ਇਹ ਧਿਆਨ 'ਚ ਰੱਖਣਾ ਜੀ। ਹਾਂਜੀ, ਐਗਜ਼ਾਮਪਲ ਦਿੱਤੀ ਹੋਈ ਹੈ ਮੋਬਾਈਲ ਫੋਨ ਦੀ ਮੰਗ। ਆਮ ਤੌਰ ਤੇ ਦੇਖਿਆ ਮੋਬਾਈਲ ਫੋਨ ਦੀ ਮੰਗ ਉਹ ਬਿਲਕੁਲ ਸਿਮਿਲਰ ਇਸੇ ਤਰੀਕੇ ਨਾਲ ਹੁੰਦੀ ਹੈ ਵੀ ਜਦੋਂ ਬਾਜ਼ਾਰ 'ਚ ਕੋਈ ਨਵਾਂ ਪ੍ਰੋਡਕਟ ਫੋਨ ਦਾ ਆਉਂਦਾ ਹੈ, ਨਵਾਂ ਮਾਡਲ ਆਉਂਦਾ ਹੈ ਤਾਂ ਲੋਕਾਂ 'ਚ ਕਰੇਜ਼ ਹੋ ਜਾਂਦਾ। ਉਹ ਦੇਖਦੇ ਆ ਵੀ ਮੇਰੇ ਦੋਸਤ ਨੇ ਉਹ ਨਵਾਂ ਲਿਆਂਦਾ ਮਾਡਲ ਤਾਂ ਮੈਂ ਵੀ ਲਿਆਵਾਂ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਮੋਬਾਈਲ ਫੋਨ ਦੀ ਜਿਹੜੀ ਹੈਗੀ ਆ ਉਹ ਡਿਮਾਂਡ ਹੁੰਦੀ ਹੈ। ਫੈਸ਼ਨ ਤੇ ਸਟਾਈਲ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਜਿਹੜੀਆਂ ਨੈਟਵਰਕ ਐਕਸਟਰਨਲਿਟੀਜ਼ ਪੈਦਾ ਹੁੰਦੀ ਹੈ, ਧਿਆਨ 'ਚ ਰੱਖਣਾ ਹੈ। ਇਹ ਵੀ ਡਿਮਾਂਡ ਨਾਲ ਸੰਬੰਧਿਤ ਹੀ ਇੱਕ ਟੌਪਿਕ ਹੈ। ਠੀਕ ਹੈ, ਤੇ ਇਹ ਧਿਆਨ 'ਚ ਰੱਖਣਾ, ਦੋ ਤਰ੍ਹਾਂ ਦੀ ਹੁੰਦੀ ਹੈ ਨੈਟਵਰਕ ਐਕਸਟਰਨਲਿਟੀਜ਼, ਪੋਜ਼ਿਟਿਵ ਤੇ ਨੈਗੇਟਿਵ। ਇਹਨੂੰ ਆਪਾਂ ਹੋਰ ਗਾਂ ਡੀਪ 'ਚ ਪੜ੍ਹਦੇ ਹਾਂ। ਹਾਂਜੀ, ਬੈਂਡਵੈਂਗਨ ਇਫੈਕਟ ਇਹ ਕੀ ਚੀਜ਼ ਹੈ? ਇਹ ਅਸਲ ਦੇ ਵਿੱਚ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ, ਨੈਟਵਰਕ ਐਕਸਟਰਨਲਿਟੀਜ਼ ਦਾ ਪੋਜ਼ਿਟਿਵ ਕਿਸਮ ਹੈ। ਮਤਲਬ ਬੀ ਤੇ ਸੀ ਕੋਈ ਪ੍ਰੋਡਕਟ ਐਕਸ ਖਰੀਦ ਰਹੇ ਹੈ, ਇਸੇ ਦੇ ਪ੍ਰਭਾਵ ਦੇ ਵਿੱਚ ਇਹ ਵੀ ਉਹ ਪ੍ਰੋਡਕਟ ਖਰੀਦਣ ਜਾ ਰਿਹਾ ਹੈ, ਤਾਂ ਇਹਨੂੰ ਆਪਾਂ ਕਵਾਂਗੇ ਜੀ ਬੈਂਡਵੈਂਗਨ ਇਫੈਕਟ। ਠੀਕ ਹੈ ਜੀ, ਇਹ ਇੱਕ ਮਨੋਵਿਗਿਆਨਕ ਘਟਨਾ ਹੈ ਜਿਸ ਵਿੱਚ ਲੋਕ ਕੁਝ ਕੰਮ ਕਰਦੇ ਹਨ ਕਿਉਂਕਿ ਦੂਸਰੇ ਉਹ ਲੋਕ ਕੰਮ ਕਰ ਰਹੇ ਹਨ। ਐਕਸ ਤੇ ਵਾਈ, ਐਕਸ ਤੇ ਬੀ, ਏ ਤੇ ਬੀ, ਬੀ ਤੇ ਸੀ ਐਕਸ ਪ੍ਰੋਡਕਟ ਖਰੀਦ ਰਹੇ ਹਨ, ਬੀ ਤੇ ਸੀ ਐਕਸ ਪ੍ਰੋਡਕਟ ਖਰੀਦ ਰਹੇ ਹਨ, ਇਸ ਲਈ ਇਹ ਵੀ ਐਕਸ ਪ੍ਰੋਡਕਟ ਖਰੀਦ ਰਿਹਾ। ਠੀਕ ਹੈ, ਭਾਵ ਇੱਕ ਵਿਅਕਤੀ ਕਿਸੇ ਵਸਤੂ ਨੂੰ ਖਰੀਦਦਾ ਹੈ ਕਿਉਂਕਿ ਦੂਸਰੇ ਵਿਅਕਤੀ ਉਸ ਵਸਤੂ ਨੂੰ ਖਰੀਦ ਰਹੇ ਹਨ। ਠੀਕ ਹੈ ਜੀ, ਏ ਐਕਸ ਪ੍ਰੋਡਕਟ ਨੂੰ ਖਰੀਦ ਰਿਹਾ ਹੈ ਕਿਉਂਕਿ ਬੀ ਤੇ ਸੀ ਵੀ ਐਕਸ ਪ੍ਰੋਡਕਟ ਖਰੀਦ ਰਹੇ ਹਨ, ਤਾਂ ਖਰੀਦ ਰਿਹਾ। ਠੀਕ ਹੈ ਜੀ, ਕਿਉਂਕਿ ਬੀ ਤੇ ਸੀ ਖਰੀਦ ਰਹੇ। ਜਿਹੜਾ ਬੈਂਡਵੈਂਗਨ ਇਫੈਕਟ ਹੁੰਦਾ ਹੈ, ਇਹਦਾ ਮੰਗ ਵਕਰ ਅਧਿਕ ਲੋਚਦਾਰ ਹੁੰਦਾ ਹੈ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਮੋਰ ਇਲਾਸਟਿਕ ਹੁੰਦਾ ਹੈ, ਬਹੁਤ ਇੰਪੋਰਟੈਂਟ ਫੈਕਟ ਹੈ। ਹਾਂਜੀ, ਜਿਹੜਾ ਡੈਮੋਸਟ੍ਰੇਸ਼ਨ ਇਫੈਕਟ ਹੈ ਜਾਂ ਰੈਟਚਿਟ ਇਫੈਕਟ ਹੈ, ਠੀਕ ਹੈ, ਰੈਟਚਿਟ ਇਫੈਕਟ ਹੈ, ਉਹ ਇਸੇ ਨੂੰ ਹੀ ਕਿਹਾ ਜਾਂਦਾ ਹੈ। ਠੀਕ ਹੈ, ਡੈਮੋਸਟ੍ਰੇਸ਼ਨ ਇਫੈਕਟ ਹੋ ਗਿਆ, ਬੈਂਡਵੈਂਗਨ ਇਫੈਕਟ ਹੋ ਗਿਆ, ਰੈਟਚਿਟ ਇਫੈਕਟ ਹੋ ਗਿਆ, ਇਸ ਨੂੰ ਕਿਹਾ ਜਾਂਦਾ। ਇਹਨੂੰ ਪ੍ਰਦਰਸ਼ਨ ਪ੍ਰਭਾਵ ਕਹਿੰਦੇ ਆ ਵੀ ਇਹ ਜਿਹੜਾ ਉਹ ਤੇ ਇਫੈਕਟ ਪੈ ਗਿਆ ਪ੍ਰਦਰਸ਼ਨ ਦਾ ਬੀ ਤੇ ਸੀ ਦਾ। ਠੀਕ ਹੈ ਜੀ, ਇਹ ਧਿਆਨ ਰੱਖਣਾ, ਇੰਪੋਰਟੈਂਟ ਕੰਸੈਪਟ ਹੈ ਇਹ। ਹਾਂਜੀ, ਉਸ ਤੋਂ ਬਾਅਦ ਹੈ ਸਨੋਬ ਇਫੈਕਟ। ਇਹ ਨੈਟਵਰਕ ਐਕਸਟਰਨਲਿਟੀਜ਼ ਦੀ ਰਣਾਤਮਕ ਕਿਸਮ ਹੈ ਵੀ ਬੀ ਤੇ ਸੀ ਜਿਹੜਾ ਐਕਸ ਪ੍ਰੋਡਕਟ ਖਰੀਦ ਰਹੇ ਹਨ, ਇਸ ਕਰਕੇ ਇਹ ਉਸ ਪ੍ਰੋਡਕਟ ਨੂੰ ਨਹੀਂ ਖਰੀਦ ਰਿਹਾ। ਹਾਂਜੀ, ਕਿਉਂ ਨਹੀਂ ਖਰੀਦ ਰਿਹਾ? ਕਿਉਂਕਿ ਸਨੋਬ ਪ੍ਰਭਾਵ ਦੇ ਵਿੱਚ ਜਿਹੜਾ ਵਿਅਕਤੀ ਹੈ ਉਹ ਅਨੋਖੀਆਂ ਤੇ ਦੁਰਲੱਭ ਵਸਤੂਆਂ ਨੂੰ ਖਰੀਦਣ ਦੀ ਇੱਛਾ ਦਰਸਾਉਂਦਾ ਹੈ। ਵੀ ਜਿਹੜੀ ਪ੍ਰੋਡਕਟ ਹੈ ਉਹ ਇੱਕ ਤਾਂ ਯੂਨੀਕ ਹੋਏਗੀ, ਇੱਕ ਰੇਅਰ ਹੋਏਗੀ। ਰੇਅਰ ਪ੍ਰੋਡਕਟ ਉਸ ਨੂੰ ਕਹਿ ਦਿੰਦੇ ਆ ਜਿਹੜਾ ਹਰ ਬੰਦੇ ਦੇ ਕੋਲ ਪ੍ਰੋਡਕਟ ਨਹੀਂ ਹੋਏਗਾ। ਠੀਕ ਹੈ ਜੀ, ਕਿਸੇ ਕੋਲ ਹੋਏਗਾ, ਉਹਨੂੰ ਰੇਅਰ ਕਹਿੰਦੇ ਨੇ। ਤੇ ਉਹ ਪ੍ਰੋਡਕਟ ਹੈ ਜਿਹੜਾ ਉਹਦੀ ਕੁਝ ਇੰਪੋਰਟੈਂਸ ਹੋਏਗੀ, ਕੁਝ ਪ੍ਰਸਿੱਧੀ ਵੀ ਹੋਏਗੀ। ਠੀਕ ਹੈ, ਜਿਵੇਂ ਕਿ ਆਈਫੋਨ ਹੋ ਗਿਆ, ਮਹਿੰਗੇ ਆਈਫੋਨ ਹੋ ਗਏ। ਠੀਕ ਹੈ, ਉਹਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਜਾਂ ਦੁਰਲੱਭ ਪੇਂਟਿੰਗਸ ਤੇ ਕਲਾਕ੍ਰਿਤੀਆਂ ਹੋ ਗਈਆਂ। ਠੀਕ ਹੈ, ਇਹਦੀ ਐਗਜ਼ਾਮਪਲ ਹੋਏਗੀ। ਠੀਕ ਹੈ, ਜਿਸ ਮੋਬਾਈਲ ਫੋਨ ਨੂੰ ਹਰ ਜਣਾ ਖਰੀਦ ਰਿਹਾ ਤਾਂ ਉਹ ਇੱਕ ਆਪਾਂ ਕਹਿ ਸਕਦੇ ਹਾਂ ਵੀ ਕੋਈ ਪ੍ਰਸਿੱਧੀ ਵਾਲੀ ਚੀਜ਼ ਨਹੀਂ ਰਹੇਗੀ, ਨਾ ਹੀ ਉਹ ਦੁਰਲੱਭ ਲਈ। ਦੁਰਲੱਭ ਦਾ ਮਤਲਬ ਇਹ ਹੁੰਦਾ ਹੈ ਵੀ ਉਹ ਕਿਸੇ ਕੋਲ ਪ੍ਰੋਡਕਟ ਹੋਵੇ। ਜੇ ਕਾਮਨ ਹੈ ਪ੍ਰੋਡਕਟ ਤਾਂ ਉਸਨੂੰ ਉਸ 'ਤੇ ਸਨੋਬ ਇਫੈਕਟ ਜਿਹੜਾ ਉਹ ਜ਼ੀਰੋ ਹੁੰਦਾ ਹੈ। ਧਿਆਨ ਰੱਖਣਾ ਹੈ, ਜਦੋਂ ਕੋਈ ਵਸਤੂ ਬਹੁਤ ਘੱਟ ਲੋਕਾਂ ਕੋਲ ਹੈ ਤਾਂ ਸਨੋਬ ਇਫੈਕਟ ਦਾ ਵੈਲਿਊ ਜ਼ਿਆਦਾ ਹੁੰਦੀ ਹੈ। ਠੀਕ ਹੈ, ਬਹੁਤ ਜ਼ਿਆਦਾ ਹੁੰਦਾ ਹੈ, ਧਿਆਨ ਰੱਖਣਾ। ਜਦੋਂ ਕੋਈ ਵਸਤੂ ਬਹੁਤੇ ਲੋਕਾਂ ਕੋਲ ਹੈ ਤਾਂ ਉਹਦਾ ਸਨੋਬ ਇਫੈਕਟ ਜ਼ੀਰੋ ਹੁੰਦਾ ਹੈ ਜਾਂ ਬਹੁਤ ਘੱਟ ਹੁੰਦਾ ਹੈ। ਸਨੋਬ ਪ੍ਰਭਾਵ ਦਾ ਜਿਹੜਾ ਮੰਗ ਵਕਰ ਘੱਟ ਲੋਚਦਾਰ ਹੁੰਦਾ ਹੈ। ਠੀਕ ਹੈ, ਆਪਾਂ ਪਿੱਛੇ ਪੜ੍ਹ ਕੇ ਗਏ ਬੈਂਡਵੈਂਗਨ ਇਫੈਕਟ, ਉਹਦੇ ਵਿੱਚ ਜਿਹੜਾ ਮੰਗ ਵਕਰ ਹੈ ਉਹ ਜ਼ਿਆਦਾ ਲੋਚਦਾਰ ਹੁੰਦਾ, ਮੋਰ ਇਲਾਸਟਿਕ ਹੁੰਦਾ, ਇਹਦੇ ਵਿੱਚ ਲੈਸ ਇਲਾਸਟਿਕ ਹੁੰਦਾ। ਇਹ ਧਿਆਨ 'ਚ ਰੱਖਣਾ ਜੀ, ਇੰਪੋਰਟੈਂਟ ਜਿਹੜੇ ਪੁਆਇੰਟ ਹੈ ਇਹਦੇ ਨਾਲ ਸੰਬੰਧਿਤ। ਹਾਂਜੀ, ਵਾਟ ਇਜ਼ ਬੈਂਡਵੈਂਗਨ ਇਫੈਕਟ? ਇਹ ਦੱਸਣਾ ਬੈਂਡਵੈਂਗਨ ਇਫੈਕਟ ਕੀ ਹੈ। ਇਹਦੇ ਵਿੱਚ ਕੀ ਸੀਗਾ, ਆਪਾਂ ਪੜ੍ਹਿਆ ਸੀਗਾ ਵੀ ਬੀ ਤੇ ਸੀ ਕੋਈ ਸੀ ਐਕਸ ਪ੍ਰੋਡਕਟ ਖਰੀਦ ਰਹੇ ਆ।
ठीक है। इसे देख के ए ने भी वो प्रोडक्ट खरीदना शुरू कर दिया, यानी कि पॉजिटिव एक्सटर्नल नेटवर्क एक्सटर्नलिटीज है। ये कह रहे नेगेटिव है, गलत हो गया, नेगेटिव है, गलत हो गया। पॉजिटिव नेटवर्क एक्सटर्नलिटीज है, पॉजिटिव नेटवर्क एक्सटर्नलिटीज है, ये दोनों ठीक है। हम गां पढ़ते हैं इन्हां चों किहड़ा राइट है। वेयर अ कंज्यूमर डिमांड फॉर अ प्रोडक्ट इनक्रीज बिकॉज नो वन एल्स हैज इट। भी एक उपभोगी उस प्रोडक्ट की मंग कर रहा है क्योंकि किसी होर कोल ये प्रोडक्ट नहीं है, ये गलत हो गया जी। इतने बी तो सी को पहले ही वो प्रोडक्ट है, उन्होंने देख के तो ये खरीदना शुरू करने लगे। हाँ जी, इतने की वेयर कंज्यूमर डिमांड फॉर अ प्रोडक्ट इनक्रीज बिकॉज अदर ऑन है, क्योंकि दूजिया कोल वो प्रोडक्ट है, इस करके कंज्यूमर उस प्रोडक्ट की डिमांड कर रहा है, ये राइट आंसर होगा। ठीक है जी, ध्यान रखना है। वेन अ कंज्यूमर वांट्स टू ओन अ यूनीक गुड्स, जो एक उपभोगी अद्भुत ਜਾਂ अनोखी वस्तु ਨੂੰ प्राप्त करना चाहता है बिकॉज नो वन एल्स हैज इट, क्योंकि किसी दूजे ਕੋਲ नहीं है। ठीक है जी, ये नैगेटिव एक्सटर्नलिटीज होगी। क्यों खरीद रहा है? क्योंकि दूजे ਕੋਲ प्रोडक्ट है नहींगा, ਤਾਂ करके खरीद रहा है। ठीक है, वट इज दिस बिहेवियर ऑफ एग्जाम्पल ऑफ, दसना है किस तरह की एग्जाम्पल। पहली गल तो क्लीयर हो गया, स्नोब इफेक्ट है। ठीक है, तो नैगेटिव एक्सटर्नलिटीज है, स्नोब इफेक्ट है तो नैगेटिव नेटवर्क एक्सटर्नलिटीज है, ये ध्यान रखना जी। वैन नैगेटिव नेटवर्क एक्सटर्नलिटीज आर प्रेजेंट, हाँ जी दसना है भी नैटवर्क एक्सटर्नलिटी दो तरह की होंगी, पॉजिटिव तो नैगेटिव। नैगेटिव कदों होंगी है ये दसना आप। नैगेटिव कदों होएगी? जो एक्स से वाई प्रोडक्ट खरीद रहे हैं, ए तो बी प्रोडक्ट खरीद रहे हैं, सी वो प्रोडक्ट ना खरीदे। ठीक है जी, डिमांड कर्व इज मोर इलास्टिक दैन अदरवाइज। मोर इलास्टिक होंगे नहीं, ये बैंड वैंगन इफेक्ट के होंगे, पॉजिटिव एक्सटर्नलिटीज के होंगे। डिमांड कर्व इज लैस इलास्टिक, हाँ जी ये आएगा। अब पढ़ के गए स्नोब इफेक्ट के डिमांड कर्व है जो लैस इलास्टिक होंगे, तो स्नोब इफेक्ट है वो नैगेटिव एक्सटर्नलिटीज के होंगे। ठीक है जी, ध्यान रखना जी। हाँ जी, एज मोर एंड मोर फर्म्स हैव एक्वायर्ड फैक्स मशीन, ज़्यादा तो ज़्यादा जो फर्म है वो फैक्स मशीन है जो प्राप्त कर रही हैं, खरीद रही हैं। फैक्स मशीन हैज़ बिकम अ स्टैंडर्ड मीनस ऑफ बिजनेस कम्यूनीकेशन, जो फैक्स मशीन है वो व्यापार का एक स्टैंडर्ड मीनस साधन मुख्य औजार बन गया है। इनक्रीज इन डिमांड फॉर फैक्स मशीन फॉर बिजनेस कम्यूनीकेशन, बिजनेस कम्यूनीकेशन के लिए जो फैक्स मशीन है वो डिमांड में वाधा वो दसना की है। हम देख रहे हैं ये पता लग रहा है भी लोग वध तो वध खरीद रहे हैं, एक दूजे को देख के खरीद रहे हैं। क्यों खरीद रहे हैं? क्योंकि बिजनेस कम्यूनीकेशन का एक स्टैंडर्ड मीनस बन चुका है। ठीक है जी, एक प्रमाणित साधन औजार बन चुका है। बिजनेस कम्यूनीकेशन का मतलब होंगे भी एक कंपनी ने दूजी कंपनी के नाल कोई डील करनी है तो वो आप बिजनेस कम्यूनीकेशन कहेंगे। ठीक है जी, तो फिर ये आप पढ़ के गए हैं, ये पॉजिटिव एक्सटर्नलिटीज होगी। ठीक है जी, ये आप लवेंगे जी बैंड वैंगन इफेक्ट के। ठीक है, भी एक दूजे को देख के फैक्स मशीन है वो खरीदी जा रही है। हाँ जी, ये पॉजिटिव नेटवर्क एक्सटर्नलिटीज है, ये भी राइट आंसर है जी मेरे को। स्नोब इफेक्ट नहीं, क्योंकि नेगेटिव होंगे स्नोब इफेक्ट। ठीक है, प्रूव्स दैट फैक्स मशीन इज अ नॉर्मल गुड, नो ये जी कोई गल नहीं है ये। ठीक है, इसका राइट आंसर बन जाएगा सी एंड डी। क्लियर हो गया जी, ये ध्यान रखना। हाँ जी, अगला है जी अपने को टाइप्स ऑफ डिमांड, मंग दी किस्म। सब तो पहली है जी प्राइस डिमांड। ठीक है, जी प्राइस डिमांड है वह जो फंक्शन है वो ध्यान रखना है। ठीक है, वाई वस्तु की जी डिमांड है, ठीक है, वो वाई वस्तु की कीमत का ही फंक्शन है, फंक्शन ऑफ प्राइस ऑफ वाई कॉमोडिटी। मतलब की है, जे वाई वस्तु की कीमत बढ़ेगी तो डिमांड वो घट जाएगी, जे वाई वस्तु की कीमत घटेगी तो डिमांड वाई वस्तु की बचेगी। ठीक है, यानी कि कीमत अपनी वस्तु की खुद की कीमत से वो डिमांड है जी वो निर्धारित होती है। हाँ जी, ये आप ध्यान देना है, जी कीमत मंग है जी साधारण वस्तुओं से नीमन कोटि पदार्थ है। ठीक है जी, ये इनवर्स फंक्शन होंगे है, मतलब प्राइस घटन से इन्हों की जी डिमांड है वो बच जाती है। ठीक है जी, तो जो गिवन गुड्स है, ठीक है, ये पॉजिटिव फंक्शन होंगे है। ठीक है जी, पॉजिटिव फंक्शन का मतलब यह है भी प्राइस इनक्रीज होने पर डिमांड इनक्रीज होएगी। ठीक है, ध्यान रखना। लॉ ऑफ डिमांड इन्हों पर नहीं एप्लीकेबल होंगे, इन्होंने दोनों के लॉ ऑफ डिमांड एप्लीकेबल। ठीक है, ये ध्यान रखना। दूसरी टाइप है जी अपने को इनकम डिमांड। ये वाई वस्तु की जी डिमांड है वो कंज्यूमर की इनकम से निर्भर करती है। ठीक है जी, इतने करो एक्स कमोडिटी ला लो, एक्स कमोडिटी की जी डिमांड है वो उपभोगी की जी आमदन है उस पर निर्भर करती है। ठीक है जी, ध्यान रखना। हाँ जी, साधारण वस्तुओं के पॉजिटिव फंक्शन होंगे है। ठीक है, इनकम जो उपभोगी की बढ़ेगी तो वो नॉर्मल गुड्स की जी है डिमांड इनक्रीज करेगी। गिवन तो निम्न कोटि पदार्थों के नैगेटिव फंक्शन होंगे है, मतलब वाई जो इनकम जिमें जिमें इनक्रीज हो जाएगी उपभोगी की, तो इन्होंने दोनों पदार्थों की डिमांड है वो घट करता जाएगा। ठीक है जी, ये ध्यान रखना जी। अगे है जी क्रॉस डिमांड, जिन्होंने आड़ी मंग कहते हैं। ये की होंगे है भी वाई वस्तु की जी मंग है वो एक्स वस्तु की प्राइस पर निर्भर करती है। ठीक है, फंक्शन ऑफ एक्स प्राइस ऑफ एक्स कमोडिटी। ठीक है, ये दो तरह दी आप वस्तुओं के संदर्भ में पढ़ांगे। सब तो पहला है सबस्टीट्यूट गुड्स, तो दूसरा है कंप्लीमेंटरी गुड्स, प्रतिस्थापन वस्तुआं तो पूरक वस्तु। जो प्रतिस्थापन वस्तुएं ये एग्जाम्पल है जिमें टी एंड कॉफी। ठीक है, ये पूरक वस्तुओं की है कार एंड पेट्रोल। जिन्होंने वस्तुओं की मंग इकट्ठे की जाती है उन्होंने पूरक वस्तुआं कहते हैं, सांझे रूप में की जाती है। जिन्होंने जड़ियाँ वस्तुएं एक दूजे का स्थान लै लैन उन्होंने प्रतिस्थापन वस्तुआं कहते हैं। हम ये ध्यान रखना है बई इस प्रोडक्ट की जे कीमत लवेंगे तो इस प्रोडक्ट की आप क्वांटिटी लैनी है। ठीक है, जे मान लो कॉफी कॉफी की कीमत इनक्रीज हो जाएगी तो टी की डिमांड से मंग से की असर पेगा, तो ये भी बढ़ जाएगी। लोग जी कॉफी पीना बंद कर देंगे, तो शिफ्ट हो जाएंगे चाह वाले पासे। ठीक है, हम देखो कॉफी की कीमत बढ़ रही है तो चाह की मंग बढ़ रही है, दोनों सेम डायरैक्शन वाल मूव कर रहे हैं, मतलब पॉजिटिव फंक्शन है। ठीक है, किहड़ा फंक्शन है जी, पॉजिटिव फंक्शन है।
ਹਾਂਜੀ, ਜਿਹੜੀ ਪੂਰਕ ਵਸਤੂਆਂ ਹੁੰਦੀਆਂ ਇਹਦੇ ਵਿੱਚ ਨੈਗੇਟਿਵ ਫੰਕਸ਼ਨ ਹੁੰਦਾ। ਜੇ ਸਪੋਜ਼ ਕਰੋ ਪੈਟਰੋਲ ਦੀ ਕੀਮਤ ਪ੍ਰਾਈਸ ਵਧ ਗਈ, ਪੈਟਰੋਲ ਦੀ ਪ੍ਰਾਈਸ ਵਧ ਗਈ, ਠੀਕ ਹੈ ਜੀ, ਤਾਂ ਜਿਹੜੀ ਕਾਰ ਹੈ ਉਹਦੀ ਡਿਮਾਂਡ 'ਤੇ ਕੀ ਅਸਰ ਪਏਗਾ। ਠੀਕ ਹੈ, ਮੰਨ ਲਓ 100 ਰੁਪਏ ਵਾਲਾ ਪੈਟਰੋਲ ਆ 500 ਰੁਪਏ ਲੀਟਰ ਹੋ ਜਾਂਦਾ, ਤਾਂ ਲੋਕ ਕਾਰਾਂ ਦੀ ਜਿਹੜੀ ਡਿਮਾਂਡ ਆ ਉਹ ਘਟਾ ਦੇਣਗੇ। ਠੀਕ ਹੈ, ਤੇ ਇਹ ਪੈਟਰੋਲ ਦੀ ਪ੍ਰਾਈਸ ਵਧਣ ਦੇ ਨਾਲ ਕਾਰਾਂ ਦੀ ਜਿਹੜੀ ਮੰਗ ਆ ਉਹ ਘਟ ਜਾਏਗੀ। ਇਹਦਾ ਅੰਦਰ ਨੈਗੇਟਿਵ ਫੰਕਸ਼ਨ ਹੈ। ਠੀਕ ਹੈ, ਧਿਆਨ 'ਚ ਰੱਖਣਾ ਜੀ। ਹਾਂਜੀ, ਕੀਮਤ ਫਲਨ ਹੈ ਇਹ, ਪ੍ਰਾਈਸ ਕੀਮਤ ਮੰਗ ਫਲਨ ਹੈ। ਗੱਲ ਹੋ ਰਹੀ ਹੈ ਕੀਮਤ ਮੰਗ ਫਲਨ ਦੀ। ਠੀਕ ਹੈ, ਪ੍ਰਾਈਸ ਡਿਮਾਂਡ ਫੰਕਸ਼ਨ, ਇਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਵੀ ਡਿਮਾਂਡ ਆਫ ਐਕਸ ਪ੍ਰੋਡਕਟ ਕਿਤੇ ਡਿਪੈਂਡ ਕਰੇਗੀ, ਪ੍ਰਾਈਸ ਆਫ ਐਕਸ ਤੇ ਹੀ ਡਿਪੈਂਡ ਕਰੇਗੀ ਕੀਮਤ ਮੰਗ ਦੇ ਵਿੱਚ। ਠੀਕ ਹੈ, ਇਹਦਾ ਰਾਈਟ ਆਂਸਰ ਬਣ ਜਾਏਗਾ ਆਪਣੇ ਕੋਲ। ਆਪਾਂ ਇਹਦੇ ਵਿੱਚ ਇੱਕ ਪੜ੍ਹਿਆ ਸੀਗਾ ਇਨਕਮ, ਇਨਕਮ ਦੇ ਵਿੱਚ ਐਕਸ ਪ੍ਰੋਡਕਟ ਦੀ ਜਿਹੜੀ ਡਿਮਾਂਡ ਹੈ ਉਹ ਕਿਹਦਾ ਫੰਕਸ਼ਨ ਹੋਏਗੀ, ਇਨਕਮ ਦਾ ਫੰਕਸ਼ਨ ਹੋਏਗੀ। ਠੀਕ ਹੈ, ਫਿਰ ਆ ਜਿਹੜੀ ਦਿੱਤਾ ਹੋਇਆ ਆਪਣੇ ਕੋਲ ਪਹਿਲਾ ਫਸਟ, ਇਹ ਆਮਦਨ ਮੰਗ ਫਲਨ ਹੈ। ਇੱਕ ਆਪਾਂ ਕ੍ਰੋਸ ਡਿਮਾਂਡ ਫੰਕਸ਼ਨ ਪੜ੍ਹਿਆ ਸੀਗਾ, ਉਹਦੇ ਵਿੱਚ ਪੜ੍ਹਿਆ ਸੀ ਵੀ ਐਕਸ ਪ੍ਰੋਡਕਟ ਦੀ ਜਿਹੜੀ ਡਿਮਾਂਡ ਹੈ ਉਹ ਕਿਤੇ ਡਿਪੈਂਡ ਕਰਦੀ ਹੈ ਵਾਈ ਵਸਤੂ ਦੀ ਪ੍ਰਾਈਸ ਤੇ। ਆਹ ਕ੍ਰੋਸ ਹੈ। ਠੀਕ ਹੈ ਜੀ, ਆਹ ਕ੍ਰੋਸ ਹੈ, ਆਹ ਇਨਕਮ ਡਿਮਾਂਡ ਫੰਕਸ਼ਨ, ਇਹ ਧਿਆਨ 'ਚ ਰੱਖ ਲੈਣਾ ਜੀ। ਹੈ ਛੋਟੀ ਛੋਟੀਆਂ ਗੱਲਾਂ ਪਰ ਐਗਜ਼ਾਮ ਦੇ ਵਿੱਚ ਇਹ ਪੁਆਇੰਟ ਪੁੱਛੇ ਜਾਂਦੇ। ਕੋਲ ਮੰਗ ਵਕਰ ਦੀ ਢਾਲ, ਸਲੋਪ ਆਫ ਡੀ ਕਰਵ, ਡਿਮਾਂਡ ਕਰਵ। ਜਿਹੜੀ ਮੰਗ ਵਕਰ ਦੀ ਜਿਹੜੀ ਢਲਾਣ ਹੈ ਆਮ ਤੌਰ ਤੇ ਡਾਊਨਵਰਡ ਸਲੋਪਿੰਗ ਹੁੰਦੀ ਹੈ। ਆ ਡਾਊਨਵਰਡ ਸਲੋਪਿੰਗ ਦਿਖਾਈ ਗਈ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਬਣਦੀ ਹੈ। ਭਾਵ ਵਸਤੂ ਦੀ ਕੀਮਤ ਤੇ ਉਹਦੀ ਕੁਆਂਟੀਟੀ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੁੰਦਾ। ਕੀਮਤ ਜਿੰਨੀ ਜ਼ਿਆਦਾ ਹੋਏਗੀ ਡਿਮਾਂਡ ਉਨੀ ਘਟੇਗੀ। ਠੀਕ ਹੈ ਜੀ, ਤੇ ਇਸ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਮਾਈਨਸ ਤਾਂ ਲਗਾਇਆ ਕਿਉਂਕਿ ਨੈਗੇਟਿਵ ਰਿਲੇਸ਼ਨ ਹੈ, ਡੈਲਟਾ ਪੀ ਡਿਵਾਈਡ ਬਾਈ ਡੈਲਟਾ ਕਿਊ, ਡੈਲਟਾ ਪੀ ਡਿਵਾਈਡ ਬਾਈ ਡੈਲਟਾ ਕਿਊ, ਇਹ ਧਿਆਨ 'ਚ ਰੱਖਣਾ ਹੈ। ਤੇ ਮੰਗ ਵਕਰ ਜਿਹੜਾ ਡੀ ਡੀ ਹੈ ਇੱਕ ਲੀਨੀਅਰ ਡਿਮਾਂਡ ਫੰਕਸ਼ਨ ਹੁੰਦਾ ਕਿਉਂਕਿ ਲੀਨੀਅਰ ਬਣੀ ਵੀ ਹੈ। ਠੀਕ ਹੈ, ਇਹ ਕਰਵ ਹੁੰਦਾ, ਜੇ ਕਰਵ ਦੇ ਵਿੱਚ ਬਣਦਾ ਤਾਂ ਆਪਾਂ ਕਰਵ ਲਿਖਣਾ ਸੀ। ਇੱਥੇ ਇੱਕ ਸਿੱਧੀ ਰੇਖਾ ਬਣੀ ਹੈ, ਇਸ ਕਰਕੇ ਲੀਨੀਅਰ ਡਿਮਾਂਡ ਫੰਕਸ਼ਨ ਹੈ। ਤੇ ਗਿਵਨ ਵਸਤੂਆਂ ਦੀ ਸਥਿਤੀ ਦੇ ਵਿੱਚ ਜਿਹੜਾ ਮੰਗ ਵਕਰ ਦੀ ਜਿਹੜੀ ਢਾਲ ਹੈ ਉਹ ਧਨਾਤਮਕ ਹੁੰਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ। ਮੰਗ ਵਕਰ ਹੈ ਉਹਦੀ ਢਾਲ ਕੀ ਹੁੰਦੀ ਹੈ, ਪੋਜ਼ਿਟਿਵ ਹੁੰਦੀ ਹੈ, ਧਿਆਨ 'ਚ ਰੱਖ ਲੈਣਾ। ਠੀਕ ਹੈ, ਤੇ ਨੈਗੇਟਿਵ ਹੁੰਦੀ ਹੈ ਢਾਲ ਨਾਰਮਲ ਗੁੱਡਸ ਦੇ ਵਿੱਚ, ਇਨਫੀਰੀਅਰ ਗੁੱਡਸ ਦੇ ਵਿੱਚ ਢਾਲ ਨੈਗੇਟਿਵ ਹੁੰਦੀ ਹੈ। ਜੇ ਆਪਾਂ ਗਿਵਨ ਗੁੱਡਸ ਬਣਾਵਾਂਗੇ ਤਾਂ ਢਾਲ ਇਸ ਤਰ੍ਹਾਂ ਪੋਜ਼ਿਟਿਵ ਬਣੇਗੀ। ਠੀਕ ਹੈ, ਧਿਆਨ 'ਚ ਰੱਖਣਾ ਜੀ। ਹਾਂਜੀ, ਡਿਮਾਂਡ ਕਰਵ ਹੈਜ਼ ਡੈਸ਼ ਆ ਸਲੋਪ। ਠੀਕ ਹੈ ਜੀ, ਇਹ ਨਾਰਮਲ ਗੁੱਡਸ ਦੀ ਗੱਲ ਹੋ ਰਹੀ ਹੈ। ਠੀਕ ਹੈ, ਡਿਮਾਂਡ ਕਰਵ ਹੈ ਜਿਹੜੀ ਨਾਰਮਲ ਗੁੱਡਸ ਜਾਂ ਇਨਫੀਰੀਅਰ ਗੁੱਡਸ ਦੇ ਵਿੱਚ ਕੀ ਹੁੰਦੀ ਹੈ, ਆਪਣੇ ਕੋਲ ਨੈਗੇਟਿਵ ਹੁੰਦੀ ਹੈ। ਨਾਰਮਲੀ ਆ ਡਿਮਾਂਡ ਕਰਵ ਵਿਲ ਹੈਵ ਦੀ ਸ਼ੇਪ। ਠੀਕ ਹੈ ਜੀ, ਦੱਸਣਾ ਹੈ ਵੀ ਆਮ ਤੌਰ ਤੇ ਡਿਮਾਂਡ ਕਰਵ ਦੀ ਸ਼ੇਪ ਕੀ ਹੁੰਦੀ ਹੈ, ਉਹ ਡਾਊਨਵਰਡ ਸਲੋਪਿੰਗ ਹੁੰਦੀ ਹੈ। ਠੀਕ ਹੈ ਜੀ, ਇਸ ਤਰ੍ਹਾਂ ਡਾਊਨਵਰਡ ਸਲੋਪਿੰਗ ਹੁੰਦੀ ਹੈ ਡਿਮਾਂਡ ਕਰਵ ਦੀ। ਇੱਧਰ ਪ੍ਰਾਈਸ ਹੁੰਦੀ ਹੈ, ਇੱਧਰ ਕੁਆਂਟੀਟੀ ਹੁੰਦੀ ਹੈ। ਹਾਂਜੀ, ਮੰਗ ਵਕਰ ਦੀ ਢਾਲ ਨਾਲ ਸੰਬੰਧਿਤ ਸਹੀ ਕਥਨ ਚੁਣਨੇ ਆਪਾਂ। ਡਿਮਾਂਡ ਕਰਵ ਇਜ਼ ਆ ਲੀਨੀਅਰ ਡਿਮਾਂਡ ਫੰਕਸ਼ਨ, ਬਿਲਕੁਲ ਸਹੀ, ਆਪਾਂ ਪੜ੍ਹ ਕੇ ਗਏ ਲੀਨੀਅਰ ਹੁੰਦਾ। ਕਰਵ ਡਿਮਾਂਡ ਫੰਕਸ਼ਨ ਹੁੰਦਾ, ਨੋ, ਗਲਤ ਹੈ। ਹਾਂਜੀ, ਆਪਾਂ ਪੜ੍ਹ ਕੇ ਗਏ ਸੀ ਇਹਦਾ ਫਾਰਮੂਲਾ ਸਲੋਪ ਆਫ ਡਿਮਾਂਡ ਕਰਵ ਕੀ ਹੁੰਦੀ ਹੈ, ਡਿਮਾਂਡ ਕਰਵ ਦੀ ਢਾਲ ਹੁੰਦੀ ਹੈ ਮਾਈਨਸ ਡੈਲਟਾ ਪੀ ਡਿਵਾਈਡ ਬਾਈ ਡੈਲਟਾ ਕਿਊ। ਠੀਕ ਹੈ, ਫਿਰ ਇੱਥੇ ਡੈਲਟਾ ਕਿਊ ਬਾਈ ਡੈਲਟਾ ਪੀ ਇਹ ਗਲਤ ਹੋ ਗਿਆ, ਡੈਲਟਾ ਪੀ ਡਿਵਾਈਡ ਬਾਈ ਡੈਲਟਾ ਕਿਊ ਇਹ ਰਾਈਟ ਹੋ ਗਿਆ। ਰਾਈਟ ਆਂਸਰ ਬਣ ਗਿਆ ਜੀ 1 ਐਂਡ 4, 1 ਤੇ 4 ਰਾਈਟ ਹੈ ਜੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟਰ ਜਿਹੜੇ ਧਿਆਨ 'ਚ ਰੱਖਣੇ ਆ। ਮੰਗ ਫਲਨ ਜਾਂ ਮੰਗ ਨੂੰ ਨਿਰਧਾਰਤ ਕਰਨ ਵਾਲੇ ਕਿਹੜੇ ਡਿਟਰਮੀਨੈਂਟਸ ਦੱਸਣੇ ਆ। ਮੰਗ ਫਲਨ ਦੋ ਤਰ੍ਹਾਂ ਦਾ ਹੁੰਦਾ, ਇੰਡੀਵਿਜੂਅਲ ਡਿਮਾਂਡ ਫੰਕਸ਼ਨ ਤੇ ਮਾਰਕੀਟ ਡਿਮਾਂਡ ਫੰਕਸ਼ਨ। ਜਿਹੜਾ ਹੈ ਜੀ ਆਪਣੇ ਕੋਲ ਇੰਡੀਵਿਜੂਅਲ ਡਿਮਾਂਡ ਫੰਕਸ਼ਨ, ਉਹ ਫੰਕਸ਼ਨ ਹੁੰਦਾ ਹੈ ਪ੍ਰਾਈਸ ਆਫ ਐਕਸ ਕਮੋਡਿਟੀ। ਠੀਕ ਹੈ ਜੀ, ਪ੍ਰਾਈਸ ਆਫ ਰਿਲੇਟਡ ਗੁੱਡਸ, ਇਨਕਮ ਆਫ ਕੰਜ਼ਿਊਮਰ, ਟੇਸਟਸ ਆਫ ਕੰਜ਼ਿਊਮਰ ਐਂਡ ਐਕਸਪੈਕਟੇਸ਼ਨ। ਠੀਕ ਹੈ, ਸੰਭਾਵਨਾਵਾਂ ਧਿਆਨ ਰੱਖਣਾ ਹੈ। ਸਭ ਤੋਂ ਪਹਿਲੇ ਚੱਲਦੇ ਹਾਂ ਵਸਤੂ ਦੀ ਕੀਮਤ। ਹਾਂਜੀ, ਵਸਤੂ ਦੀ ਕੀਮਤ ਦੇ ਵਿੱਚ ਇਸ ਤਰ੍ਹਾਂ ਜੇ ਐਕਸ ਵਸਤੂ ਦੀ ਕੀਮਤ ਵਧੇਗੀ ਤਾਂ ਉਹਦੀ ਡਿਮਾਂਡ ਘਟ ਜਾਏਗੀ। ਠੀਕ ਹੈ ਜੀ, ਜੇ ਐਕਸ ਵਸਤੂ ਦੀ ਕੀਮਤ ਘਟੇਗੀ ਤਾਂ ਮੰਗ ਵਧ ਜਾਏਗੀ, ਜੇ ਕੀਮਤ ਵਧੇਗੀ ਤਾਂ ਮੰਗ ਘਟ ਜਾਏਗੀ। ਸੰਬੰਧਿਤ ਵਸਤੂਆਂ ਦੇ ਸੰਬੰਧ ਵਿੱਚ ਪ੍ਰਾਈਸ ਆਫ ਰਿਲੇਟਡ ਗੁੱਡਸ ਇਹਨੂੰ ਆਪਾਂ ਪੀ ਆਰ ਨਾਲ ਡਿਨੋਟ ਕਰਦੇ ਹਾਂ। ਹਾਂਜੀ, ਦੋ ਤਰ੍ਹਾਂ ਦੀਆਂ ਵਸਤੂਆਂ ਹੁੰਦੀਆਂ, ਪ੍ਰਤੀਸਥਾਪਨ ਵਸਤੂਆਂ, ਇਹਦੇ ਜਿਵੇਂ ਕਾਫੀ ਤੇ ਚਾਹ, ਇਹਦੇ ਵਿੱਚ ਜੇ ਚਾਹ ਦੀ ਕੀਮਤ ਵਧੇਗੀ ਤਾਂ ਕਾਫੀ ਦੀ ਡਿਮਾਂਡ ਵਧ ਜਾਏਗੀ। ਡਾਇਰੈਕਟ ਰਿਲੇਸ਼ਨ ਹੁੰਦਾ ਇਹਦੇ ਵਿੱਚ, ਧਿਆਨ ਰੱਖਣਾ। ਠੀਕ ਹੈ, ਡਾਇਰੈਕਟ ਫੰਕਸ਼ਨ ਹੁੰਦਾ। ਤੇ ਪੂਰਕ ਵਸਤੂਆਂ ਕੰਪਲੀਮੈਂਟਰੀ ਗੁੱਡਸ ਜਿਵੇਂ ਪੈਨ ਤੇ ਸ਼ਾਹੀ, ਡਬਲ ਰੋਟੀ ਤੇ ਮੱਖਣ, ਇਹਨਾਂ ਦੀ ਸਾਂਝੇ ਰੂਪ ਵਿੱਚ ਮੰਗ ਕੀਤੀ ਜਾਂਦੀ ਹੈ। ਇਹਨਾਂ ਦੇ ਵਿੱਚ ਜਿਹੜਾ ਨੈਗੇਟਿਵ ਫੰਕਸ਼ਨ ਹੁੰਦਾ। ਠੀਕ ਹੈ, ਕਾਰ ਤੇ ਪੈਟਰੋਲ ਦੀ ਮੈਂ ਐਗਜ਼ਾਮਪਲ ਦੇ ਕੇ ਗਿਆ ਪਿੱਛੇ, ਨੈਗੇਟਿਵ ਫੰਕਸ਼ਨ ਹੁੰਦਾ, ਇਹ ਧਿਆਨ 'ਚ ਰੱਖਣਾ। ਠੀਕ ਹੈ ਜੀ, ਜੇ ਪੈਟਰੋਲ ਦੀ ਕੀਮਤ ਵੱਧਦੀ ਹੈ ਤੇ ਕਾਰਾਂ ਦੀ ਮੰਗ ਹੈ ਜਿਹੜੀ ਉਹ ਘਟ ਜਾਏਗੀ, ਇਹ ਧਿਆਨ 'ਚ ਰੱਖਣਾ ਜੀ। ਹਾਂਜੀ, ਪ੍ਰਤਾਪਨ ਵਸਤੂਆਂ ਕਿਹੜੀਆਂ ਹੁੰਦੀਆਂ, ਉਹ ਵਸਤੂਆਂ ਜਿਹੜੀਆਂ ਇੱਕ ਦੂਜੇ ਦਾ ਸਥਾਨ ਤੇ ਪ੍ਰਯੋਗ ਕੀਤੀਆਂ ਜਾਂਦੀਆਂ, ਜਿਵੇਂ ਚਾਹ ਤੇ ਕੌਫੀ ਹੋ ਗਿਆ। ਜੇ ਕੌਫੀ ਦੀ ਕੀਮਤ ਵਧੇਗੀ ਤਾਂ ਲੋਕ ਹੈ ਜਿਹੜਾ ਹੈ ਕੌਫੀ ਦੇ ਸਥਾਨ ਤੇ ਚਾਹ ਦਾ ਵਧੇਰੇ ਪ੍ਰਯੋਗ ਕਰਨਗੇ ਤੇ ਚਾਹ ਦੀ ਮੰਗ ਵੱਧ ਜਾਵੇਗੀ। ਠੀਕ ਹੈ ਜੀ, ਕੌਫੀ ਦੀ ਕੀਮਤ ਜਿਹੜੀ ਹੈਗੀ ਹੈ ਉਹ ਇਨਕਰੀਜ਼ ਹੋਗੀ, ਜਿਹਦੇ ਕਰਕੇ ਚਾਹ ਦੀ ਜਿਹੜੀ ਕੁਆਂਟੀਟੀ ਹੈ ਉਹ ਵੀ ਇਨਕਰੀਜ਼ ਹੋਗੀ। ਇਹਦਾ ਮਤਲਬ ਡਾਇਰੈਕਟ ਰਿਲੇਸ਼ਨ ਹੋ ਗਿਆ। ਪੂਰਕ ਵਸਤੂਆਂ ਉਹ ਵਸਤੂਆਂ ਹਨ ਜਿਨ੍ਹਾਂ ਦੀ ਮੰਗ ਇਕੱਠੀ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਪੈਨ ਤੇ ਸਿਆਹੀ। ਠੀਕ ਹੈ, ਪੈਨ ਦੀ ਕੀਮਤ ਜੇ ਵੱਧਦੀ ਹੈ, ਠੀਕ ਹੈ, ਤਾਂ ਸੋਰੀ ਇੱਥੇ ਸਿਆਹੀ ਦੀ ਕੀਮਤ ਹੋਣੀ ਸੀ, ਜੇ ਸਿਆਹੀ ਦੀ ਕੀਮਤ ਵੱਧਦੀ ਹੈ ਤਾਂ ਪੈਨ ਦੀ ਮੰਗ ਜਿਹੜੀ ਉਹ ਘਟ ਜਾਵੇਗੀ। ਠੀਕ ਹੈ ਜੀ, ਤੇ ਇਸ ਤਰੀਕੇ ਨਾਲ ਇਹਨਾਂ ਵਿੱਚ ਨੈਗੇਟਿਵ ਰਿਲੇਸ਼ਨ ਪਾਇਆ ਜਾਂਦਾ, ਇਹ ਧਿਆਨ 'ਚ ਰੱਖਣਾ। ਹਾਂਜੀ, ਤੀਸਰਾ ਜਿਹੜਾ ਹੈ ਇੰਡੀਵਿਜੂਅਲ ਡਿਮਾਂਡ ਦਾ ਫੰਕਸ਼ਨ ਦੇ ਵਿੱਚ ਪ੍ਰਾਈਸ ਇਨਕਮ ਆਫ ਕੰਜ਼ਿਊਮਰ। ਠੀਕ ਹੈ, ਜੇ ਉਪਭੋਗਤਾ ਦੀ ਆਮਦਨ ਵੱਧਦੀ ਹੈ ਤਾਂ ਉਹਦੀ ਜਿਹੜੀ ਮੰਗ ਵਸਤੂ ਦੀ ਵੱਧੇਗੀ। ਇਸੇ ਤਰ੍ਹਾਂ ਟੇਸਟ ਤੇ ਪ੍ਰੈਫਰੈਂਸ, ਇਹ ਵੀ ਜਿਹੜੀ ਹੈ ਉਪਭੋਗੀ ਦੀ ਟੇਸਟ ਤੇ ਪ੍ਰੈਫਰੈਂਸ ਹੈ ਉਹ ਵੀ ਉਹਦੀ ਡਿਮਾਂਡ ਨੂੰ ਅਫੈਕਟ ਕਰਦੇ ਹੈ। ਐਕਸਪੈਕਟੇਸ਼ਨ ਹੈ ਉਹ ਵੀ ਜਿਹੜੀਆਂ ਹੈਗੀਆਂ ਸੰਭਾਵਨਾਵਾਂ ਵੀ ਜਿਹੜੀਆਂ ਹੈ ਮੰਗ ਨੂੰ ਪ੍ਰਭਾਵਿਤ ਕਰਦੀਆਂ। ਜੇ ਕਿਸੇ ਵਸਤੂ ਦੀ ਆਉਣ ਵਾਲੇ ਨੀਅਰ ਫਿਊਚਰ ਦੇ ਵਿੱਚ ਕੀਮਤ ਵਧਣ ਦੀ ਉਮੀਦ ਹੈ। ਠੀਕ ਹੈ ਜੀ, ਆਉਣ ਵਾਲੇ ਨੀਅਰ ਫਿਊਚਰ ਦੇ ਵਿੱਚ ਕੀਮਤ ਵਧਣ ਦੀ ਉਮੀਦ ਹੈ, ਜਿਹੜੀ ਉਹਦੀ ਪ੍ਰੈਜ਼ੈਂਟ ਡਿਮਾਂਡ ਹੋਏਗੀ, ਜਿਹੜੀ ਪ੍ਰੈਜ਼ੈਂਟ ਡਿਮਾਂਡ ਹੈ ਉਹ ਵੀ ਇਨਕਰੀਜ਼ ਹੋ ਜਾਏਗੀ। ਠੀਕ ਹੈ, ਪਤਾ ਵੀ ਆਉਣ ਵਾਲੇ 3 ਮਹੀਨਿਆਂ ਤਾਈਂ ਮੰਨ ਲਓ ਕਣਕ ਦੀ ਪ੍ਰਾਈਸ ਵਧ ਰਹੀ ਹੈ ਤਾਂ ਲੋਕ ਅੱਜ ਹੀ ਆਪਣੀ ਜਿਹੜੀ ਕਣਕ ਆ ਉਹ ਖਰੀਦ ਕੇ ਰੱਖ ਲੈਣਗੇ। ਠੀਕ ਹੈ, ਅੱਗੇ ਹੈ ਜੀ ਆਪਣੇ ਕੋਲ ਮਾਰਕੀਟ ਡਿਮਾਂਡ ਫੰਕਸ਼ਨ। ਮਾਰਕੀਟ ਡਿਮਾਂਡ ਫੰਕਸ਼ਨ ਦੇ ਵਿੱਚ ਜਿਹੜਾ ਹੈ ਪੀ ਐਕਸ, ਪੀ ਆਰ, ਵਾਈ ਟੀ ਈ, ਇਹ ਆਪਾਂ ਪੜ੍ਹ ਚੁੱਕੇ ਹਾਂ ਇੰਡੀਵਿਜੂਅਲ ਦੇ। ਇਸ ਤੋਂ ਬਿਨਾਂ ਠੀਕ ਹੈ
NGSY, N ਦਾ ਮਤਲਬ ਹੈ ਨੰਬਰ ਆਫ ਪੀਪਲ ਜਾਂ ਪਾਪੂਲੇਸ਼ਨ, G ਦਾ ਮਤਲਬ ਹੈ ਪਾਲਿਸੀ ਆਫ ਗਵਰਨਮੈਂਟ, S ਦਾ ਮਤਲਬ ਹੈ ਸੀਜ਼ਨ ਮੌਸਮ, ਤੇ Y ਦਾ ਮੀਨਿੰਗ ਹੈ ਡਿਸਟ੍ਰੀਬਿਊਸ਼ਨ ਆਫ ਇਨਕਮ। ਹਾਂਜੀ, ਜਨਸੰਖਿਆ ਦੀ ਗੱਲ ਕਰਦੇ ਹਾਂ। ਜੇ ਕਿਸੇ ਦੇਸ਼ ਦੀ ਪਾਪੂਲੇਸ਼ਨ ਜ਼ਿਆਦਾ ਹੈ ਤਾਂ ਉਸ ਦੇਸ਼ ਦੀ ਜਿਹੜੀ ਹੈ ਬਾਜ਼ਾਰਾਂ ਦੀ ਮੰਗ ਹੈ ਉਹ ਜ਼ਿਆਦਾ ਹੋਏਗੀ। ਸਰਕਾਰ ਦੀ ਪਾਲਿਸੀ, ਜੇ ਸਰਕਾਰ ਹੈ ਜਿਹੜੀ ਉਹ ਟੈਕਸ ਘੱਟ ਲਗਾ ਰਹੀ ਹੈ, ਸਬਸਿਡੀ ਜ਼ਿਆਦਾ ਦੇ ਰਹੀ ਹੈ, ਤਾਂ ਇਹਦੇ ਨਾਲ ਵਸਤੂਆਂ ਸਸਤੀਆਂ ਹੋ ਜਾਣਗੀਆਂ ਤੇ ਬਾਜ਼ਾਰਾਂ ਦੇ ਵਿੱਚ ਮੰਗ ਜ਼ਿਆਦਾ ਹੋਏਗੀ। ਮੌਸਮ ਤੇ ਜਲਵਾਯੂ ਹੈ ਜਿਹੜਾ ਉਹ ਵੀ ਬਾਜ਼ਾਰ ਦੀ ਮੰਗ ਨੂੰ ਪ੍ਰਭਾਵਿਤ ਕਰਦਾ ਹੈ। ਸਰਦੀ ਦੇ ਮੌਸਮ ਦੇ ਵਿੱਚ ਜਿਹੜਾ ਹੈ ਬਰਫ਼ ਦੀ ਮੰਗ ਘੱਟ ਜਾਂਦੀ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਸਵੈਟਰ ਤੇ ਜਰਸੀਆਂ ਦੀ ਮੰਗ ਘੱਟ ਜਾਂਦੀ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਤੇ ਆਮਦਨ ਦੀ ਵੰਡ ਹੈ ਜਿਹੜੀ ਉਹ ਵੀ ਬਾਜ਼ਾਰ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ। ਜੇ ਸਮਾਨ ਆਮਦਨ ਦੀ ਵੰਡ ਲੋਕਾਂ ਵਿਚਕਾਰ ਹੋਏਗੀ ਤਾਂ ਜਿਹੜੀ ਮੰਗ ਹੈ ਉਹ ਬਾਜ਼ਾਰਾਂ ਦੇ ਵਿੱਚ ਜ਼ਿਆਦਾ ਹੋਏਗੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਵਿਚ ਆਫ ਦੀ ਫੋਲੋਇੰਗ ਆਰ ਫॉर ਡਿਮਾਂਡ ਫॉर ਅ ਪ੍ਰੋਡਕਟ ਸਰਵਿਸ। ਦੱਸਣਾ ਜੇ ਇੱਕ ਪ੍ਰੋਡਕਟ ਜਾਂ ਵਸਤੂ ਹੈ ਉਹਦੀ ਡਿਮਾਂਡ ਦੇ ਲਈ ਕਿਹੜੇ ਮੁੱਖ ਨਿਰਧਾਰਕ ਹਨ। ਹਾਂਜੀ, ਪ੍ਰਾਈਸ ਆਫ ਦੀ ਪ੍ਰੋਡਕਟ, ਵਸਤੂ ਦੀ ਕੀਮਤ ਵੀ ਨਿਰਧਾਰਿਤ ਕਰਦੀ ਹੈ, ਬਿਲਕੁਲ ਕਰਦੀ ਹੈ। ਉਪਭੋਗਤਾ ਜਾਂ ਖਰੀਦਦਾਰ ਦੀ ਇਨਕਮ ਵੀ ਪ੍ਰਭਾਵਿਤ ਕਰਦੀ ਹੈ। ਡਿਜ਼ਾਇਰ ਟੂ ਪਰਚੇਜ਼ ਆਫ ਦੀ ਪ੍ਰੋਡਕਟ, ਉਸ ਪ੍ਰੋਡਕਟ ਨੂੰ ਖਰੀਦਣ ਦੀ ਇੱਛਾ ਵੀ ਨਿਰਭਰ ਕਰਦੀ ਹੈ ਮੰਗ ਉੱਤੇ ਵੀ। ਆਲ ਆਫ ਦੀ ਅਬਵ, ਇਹਦਾ ਰਾਈਟ ਆਂਸਰ ਬਣੇਗਾ ਆਲ ਆਫ ਦੀ ਅਬਵ। ਟੂ ਗੁੱਡਸ ਆਰ ਡੈਸ਼ ਵੈਨ ਦੀ ਕੁਆਂਟਿਟੀ ਕੰਜ਼ਿਊਮਡ ਆਫ ਵਨ, ਟੂ ਗੁੱਡਸ ਆਰ ਡੈਸ਼ ਵੈਨ ਦੀ ਕੁਆਂਟਿਟੀ ਕੰਜ਼ਿਊਮਡ ਆਫ ਵਨ ਇਨਕਰੀਜ਼ਸ ਵਿਦ ਦੀ ਡਿਕਰੀਜ਼ ਇਨ ਪ੍ਰਾਈਸ ਆਫ ਅਦਰ। ਉਹ ਕਹਿੰਦੇ ਆ ਵੀ ਦੋ ਵਸਤੂਆਂ, ਜਦੋਂ ਇੱਕ ਵਸਤੂ ਦੀ ਜਿਹੜੀ ਕੀਮਤ ਹੈ ਉਹ ਘਟਦੀ ਹੈ, ਮੰਨ ਲਓ ਐਕਸ ਹੈ, ਇਹਦੀ ਪ੍ਰਾਈਸ ਹੈ ਜਿਹੜੀ ਉਹ ਘਟ ਜੇ, ਠੀਕ ਹੈ, ਤੇ ਦੂਸਰੀ ਵਸਤੂ ਜਿਹੜੀ ਵਾਈ ਹੈ ਉਹਦੀ ਡਿਮਾਂਡ ਹੈ ਜਿਹੜੀ ਉਹ ਇਨਕਰੀਜ਼ ਹੋ ਜੇ, ਯਾਨੀ ਕਿ ਨੈਗੇਟਿਵ ਰਿਲੇਸ਼ਨ ਹੋ ਗਿਆ। ਜਿਹੜਾ ਨੈਗੇਟਿਵ ਰਿਲੇਸ਼ਨ ਜਿਹੜਾ ਪਾਇਆ ਜਾਂਦਾ ਉਹ ਕੰਪਲੀਮੈਂਟਰੀ ਗੁੱਡਸ, ਪੂਰਕ ਵਸਤੂਆਂ ਦੇ ਵਿੱਚ ਪਾਇਆ ਜਾਂਦਾ, ਕਾਰ ਤੇ ਪੈਟਰੋਲ, ਇਹਨਾਂ ਵਸਤੂਆਂ 'ਚ ਪਾਇਆ ਜਾਂਦਾ। ਇਹਦਾ ਆਂਸਰ ਆਏਗਾ ਜੀ ਕੰਪਲੀਮੈਂਟਰੀ ਗੁੱਡਸ। ਵਿਚ ਵਨ ਆਫ ਦੀ ਫੋਲੋਇੰਗ ਸੈਟ ਆਫ ਕਮੋਡਿਟੀਜ਼ ਰਿਪਰੈਜ਼ੈਂਟ ਕੰਪਲੀਮੈਂਟਰੀ ਗੁੱਡਸ। ਦੱਸਣਾ ਹੈ ਵੀ ਇਹਨਾਂ ਵਿੱਚੋਂ ਕਿਹੜੀਆਂ ਕੰਪਲੀਮੈਂਟਰੀ ਗੁੱਡਸ ਹਨ। ਟੀ ਐਂਡ ਸ਼ੂਗਰ, ਹਾਂਜੀ ਇਹ ਚਾਹ ਬਣਾਉਣੀ ਹੈ ਤਾਂ ਖੰਡ ਚਾਹੀਦੀ ਹੈ, ਇਕੱਠੀ ਮੰਗ ਕਰਾਂਗੇ ਇਹਨਾਂ ਦੀ। ਆਟੋਮੋਬਾਈਲ ਐਂਡ ਪੈਟਰੋਲ, ਬਿਲਕੁਲ ਸਹੀ ਹੈ, ਪੈਟਰੋਲ ਵੀ ਚਾਹੀਦਾ ਜੇ ਆਪਾਂ ਕਿਸੇ ਵਾਹਨ ਨੂੰ ਲੈਣਾ। ਪੈਨ ਐਂਡ ਇੰਕ, ਇਹ ਵੀ ਠੀਕ ਹੈ, ਇਹਦਾ ਰਾਈਟ ਆਂਸਰ ਬਣ ਜਾਏਗਾ ਆਲ ਆਫ ਦੀ ਅਬਵ। ਡੈਸ਼ ਆਰ ਦੋਜ਼ ਗੁੱਡਸ ਵਿਚ ਆਰ ਕੰਜ਼ਿਊਮ ਟੂਗੇਦਰ ਐਂਡ ਸਾਈਮਲਟੇਨੀਅਸਲੀ। ਉਹ ਵਸਤੂਆਂ ਜਿਨ੍ਹਾਂ ਦੀ ਸਾਂਝੇ ਰੂਪ ਦੇ ਵਿੱਚ ਉਪਭੋਗ ਕੀਤਾ ਜਾਂਦਾ ਹੈ ਉਹਨਾਂ ਨੂੰ ਆਪਾਂ ਕੰਪਲੀਮੈਂਟਰੀ ਜਾਂ ਪੂਰਕ ਵਸਤੂਆਂ ਕਹਿੰਦੇ ਹਾਂ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਡਿਟਰਮੀਨੈਂਟ ਆਫ ਦੀ ਕੰਜ਼ਿਊਮਰ ਡਿਮਾਂਡ ਫਾਰ ਅ ਕਮੋਡਿਟੀ। ਹਾਂਜੀ, ਗੱਲ ਕਰ ਰਹੇ ਕੰਜ਼ਿਊਮਰ ਡਿਮਾਂਡ ਦੀ, ਵਿਅਕਤੀਗਤ ਮੰਗ ਦੀ ਗੱਲ ਕਰ ਰਹੇ ਆ। ਦੱਸਣਾ ਇਹਨਾਂ ਵਿੱਚੋਂ ਕਿਸੇ ਵਸਤੂ ਦੇ ਲਈ ਕਿਹੜਾ ਨਿਰਧਾਰਤਕ ਨਹੀਂ ਹੈ। ਉਪਭੋਗੀ ਦੀ ਆਮਦਨ ਵੀ ਹੈ, ਟੇਸਟਰਸ ਵੀ ਹੈਗੇ ਆ, ਵਸਤੂ ਦੀ ਕੀਮਤ ਵੀ ਹੈਗੀ ਆ, ਪਾਪੂਲੇਸ਼ਨ ਨਹੀਂ ਹੈਗਾ। ਇਹ ਮਾਰਕੀਟ ਡਿਮਾਂਡ ਦਾ ਹੈਗਾ ਜੀ, ਧਿਆਨ ਰੱਖ ਲੈਣਾ। ਇਹ ਮਾਰਕੀਟ ਡਿਮਾਂਡ ਨੂੰ ਪ੍ਰਭਾਵਿਤ ਕਰਦਾ ਹੈ, ਨਾ ਕਿ ਇੰਡੀਵਿਜੂਅਲ ਡਿਮਾਂਡ ਨੂੰ। ਹਾਂਜੀ, ਟੀ ਐਂਡ ਕਾਫੀ ਆਰ ਡੈਸ਼ ਗੁੱਡਸ। ਟੀ ਤੇ ਕਾਫੀ ਹੈ ਜਿਹੜੀਆਂ ਉਹ ਪ੍ਰਤੀਸਥਾਪਨ ਵਸਤੂਆਂ ਹਨ, ਸਬਸਟੀਟਿਊਟ ਗੁੱਡਸ ਹਨ। ਹਾਂਜੀ, ਨੈਕਸਟ ਹੈ ਜੀ ਮੇਰੇ ਕੋਲ ਲਾਅ ਆਫ ਡਿਮਾਂਡ, ਮੰਗ ਦਾ ਨਿਯਮ। ਹਾਂਜੀ, ਮੰਗ ਦਾ ਨਿਯਮ ਦੱਸਦਾ ਹੈ ਕਿ ਹੋਰ ਦੂਜੀਆਂ ਗੱਲਾਂ ਸਮਾਨ ਰਹਿਣ ਤੇ ਜਦੋਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਹਦੀ ਮੰਗ ਘਟ ਜਾਂਦੀ ਹੈ ਤੇ ਕੀਮਤ ਘਟਣ ਤੇ ਉਹਦੀ ਮੰਗ ਵੱਧ ਜਾਂਦੀ ਹੈ। ਮਤਲਬ ਇਹ ਹੈ ਵੀ ਇਨਡਾਇਰੈਕਟ ਰਿਲੇਸ਼ਨ ਨੂੰ ਡਿਫਾਈਨ ਕਰਦਾ ਹੈ ਬਿਟਵੀਨ ਪ੍ਰਾਈਸ ਐਂਡ ਕੁਆਂਟਿਟੀ ਡਿਮਾਂਡਡ। ਨੋਟ ਕੀ ਕਰਨਾ ਆਪਾਂ, ਸਧਾਰਨ ਵਸਤੂਆਂ ਦੇ ਮੰਗ ਦਾ ਨਿਯਮ ਲਾਗੂ ਹੁੰਦਾ ਹੈ ਤੇ ਗਿਵਨ ਪਦਾਰਥਾਂ ਦੇ ਜਾਂ ਵੈਬਲਨ ਗੁੱਡ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਠੀਕ ਹੈ ਜੀ, ਮੰਗ ਦੇ ਨਿਯਮ ਦੀਆਂ ਮਾਨਤਾਵਾਂ, ਅਜੰਪਸ਼ਨਸ ਕਿਹੜੀਆਂ? ਉਪਭੋਗੀ ਦੀ ਆਮਦਨ ਵਿੱਚ ਕੋਈ ਪਰਿਵਰਤਨ ਨਹੀਂ ਹੋਏਗਾ, ਸੰਬੰਧਿਤ ਵਸਤੂਆਂ ਦੀ ਕੀਮਤ ਵਿੱਚ ਕੋਈ ਪਰਿਵਰਤਨ ਨਹੀਂ ਹੋਏਗਾ, ਉਪਭੋਗਤਾਵਾਂ ਦੀ ਰੁਚੀ ਤੇ ਪਸੰਦ ਵਿੱਚ ਕੋਈ ਪਰਿਵਰਤਨ ਨਹੀਂ ਹੋਏਗਾ, ਜਿਹੜੀਆਂ ਨੇੜਲੇ ਭਵਿੱਖ ਦੇ ਵਿੱਚ ਜਿਹੜੀਆਂ ਕੀਮਤਾਂ ਵਿੱਚ ਕੋਈ ਪਰਿਵਰਤਨ ਹੋਣ ਦੀ ਸੰਭਾਵਨਾ ਨਹੀਂ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ, ਇਹ ਸਾਰੀਆਂ ਅਜੰਪਸ਼ਨਸ ਹੈ ਜਿਹੜੀਆਂ ਕਿ ਮੰਗ ਦੇ ਨਿਯਮ ਇਹਨਾਂ ਸਾਰੀਆਂ ਅਜੰਪਸ਼ਨਾਂ ਤੇ ਆਧਾਰਿਤ ਹੈ। ਵਿਚ ਵਨ ਆਫ ਦੀ ਅਜੰਪਸ਼ਨ ਆਫ ਦੀ ਲਾਅ ਆਫ ਡਿਮਾਂਡ, ਇਹਨਾਂ 'ਚ ਦੱਸਣਾ ਲਾਅ ਆਫ ਡਿਮਾਂਡ ਦੀ ਇੱਕ ਅਜੰਪਸ਼ਨਸ ਕਿਹੜੀ ਹੈ। ਹਾਂਜੀ, ਪ੍ਰਾਈਸ ਆਫ ਦੀ ਕਮੋਡਿਟੀ ਸ਼ੁੱਡ ਨਾਟ ਚੇਂਜ, ਵਸਤੂ ਦੀ ਕੀਮਤ ਬਦਲਣੀ ਨਹੀਂ ਚਾਹੀਦੀ। ਹਾਂਜੀ, ਇਹ ਉਹਦੀ ਅਜੰਪਸ਼ਨਸ ਨਹੀਂ ਹੈ। ਰਿਲੇਟਿਵ ਗੁੱਡਸ ਦੀ ਹੈਗੀ ਆ, ਰਿਲੇਟਿਵ ਗੁੱਡਸ ਦੀ ਕੀਮਤ ਨਹੀਂ ਬਦਲਣੀ ਚਾਹੀਦੀ, ਇਹ ਗਲਤ ਹੋ ਗਿਆ ਜਿਪਨਾ। ਕੁਆਂਟਿਟੀ ਡਿਮਾਂਡਡ ਸ਼ੁੱਡ ਨਾਟ ਚੇਂਜ, ਜਿਹੜੀ ਮੰਗ ਹੈ ਉਹ ਨਹੀਂ ਬਦਲਣੀ ਚਾਹੀਦੀ, ਇਹ ਵੀ ਗਲਤ ਹੋ ਗਿਆ। ਲਾਅ ਆਫ ਡਿਮਾਂਡ ਦੇ ਵਿੱਚ ਮੰਗ ਵੱਧਦੀ ਘਟਦੀ ਰਹਿੰਦੀ ਹੈ, ਕੀਮਤ ਵਿੱਚ ਚੇਂਜ ਆਉਣ ਦੇ ਨਾਲ। ਪ੍ਰਾਈਸ ਆਫ ਸਬਸਟੀਟਿਊਟ ਸ਼ੁੱਡ ਨਾਟ ਚੇਂਜ, ਹਾਂਜੀ ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਜਿਹੜੀ ਨਹੀਂ ਬਦਲਣੀ ਚਾਹੀਦੀ। ਹਾਂ, ਬਿਲਕੁਲ ਰਾਈਟ ਆਂਸਰ ਹੈ ਜੀ। ਠੀਕ ਹੈ ਜੀ, ਇਹ ਅਜੰਪਸ਼ਨ ਹੈ। ਡਿਮਾਂਡ ਕਰਵ ਮਸਟ ਬੀ ਲੀਨੀਅਰ, ਠੀਕ ਹੈ ਜੀ, ਇਹ ਅਜੰਪਸ਼ਨ ਨਹੀਂ ਹੈਗੀ ਇਹਦੀ, ਧਿਆਨ 'ਚ ਰੱਖਣਾ ਜੀ। ਅਜੰਪਸ਼ਨ ਕੀ ਹੈ? ਸੰਬੰਧਿਤ ਵਸਤੂਆਂ ਦੀ ਕੀਮਤ ਵਿੱਚ ਬਦਲਾਅ ਨਹੀਂ ਆਉਣਾ ਚਾਹੀਦਾ। ਹਾਂਜੀ, ਉਸ ਤੋਂ ਬਾਅਦ ਹੈ ਜੀ ਮੰਗ ਵਕਰ ਦੀ ਢਾਲ ਹੈ ਉਹ ਨੈਗੇਟਿਵ ਕਿਉਂ ਹੁੰਦੀ ਹੈ। ਠੀਕ ਹੈ, ਵਾਈ ਡਿਮਾਂਡ ਕਰਵ ਸਲੋਪ ਡਾਊਨਵਰਡ। ਸਭ ਤੋਂ ਪਹਿਲਾਂ ਇਹਦਾ ਸਲੋਪ ਡਾਊਨਵਰਡ ਹੈ, ਇੱਕ ਗੱਲ ਕਲੀਅਰ ਹੁੰਦੀ ਹੈ, ਉਹ ਕੀ ਹੈ? ਪ੍ਰਾਈਸ ਤੇ ਕੁਆਂਟਿਟੀ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੈ। ਮਤਲਬ ਕਿਸੇ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਹਦੀ ਮੰਗ ਜ਼ਿਆਦਾ ਕੀਤੀ ਜਾਏਗੀ, ਕੀਮਤ ਘਟਣ ਤੇ ਵਸਤੂ ਦੀ ਮੰਗ ਜ਼ਿਆਦਾ ਕੀਤੀ ਜਾਏਗੀ। ਠੀਕ ਹੈ ਜੀ। ਹਾਂਜੀ, ਮੰਗ ਦਾ ਨਿਯਮ ਦੱਸਦਾ ਹੈ ਜਿਵੇਂ ਜਿਵੇਂ ਕਿਸੇ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਹਦੀ ਵੱਧ ਮਾਤਰਾ ਖਰੀਦੀ ਜਾਏਗੀ, ਇਹ ਦੱਸਦਾ ਹੈ। ਠੀਕ ਹੈ ਜੀ, ਇਹ ਕਿਉਂ ਹੁੰਦੀ ਹੈ, ਇਹਦੇ ਰੀਜ਼ਨ ਆਪਾਂ ਅੱਗੇ ਪੜ੍ਹਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜਾ ਇਹਦਾ ਰੀਜ਼ਨ ਹੈਗਾ ਉਹ ਹੈਗਾ ਜੀ ਆਪਣੇ ਕੋਲ ਘਟਦੇ ਸਮਾਨ ਤੁਸ਼ਟੀਕੋਣ ਦਾ ਨਿਯਮ, ਲਾਅ ਆਫ ਡਾਇਮੈਂਸ਼ਿੰਗ ਮਾਰਜਨ ਯੂਟਿਲਿਟੀ। ਹਾਂਜੀ, ਇਸ ਨਿਯਮ ਦੇ ਅਨੁਸਾਰ ਜਿਵੇਂ ਜਿਵੇਂ ਆਪਾਂ ਕਿਸੇ ਵਸਤੂ ਦੀਆਂ ਵਧੇਰੇ ਇਕਾਈਆਂ ਦਾ ਉਪਭੋਗ ਕਰਦੇ ਜਾਂਦੇ ਹਾਂ ਤਾਂ ਉਸ ਤੋਂ ਮਿਲਣ ਵਾਲਾ ਜਿਹੜਾ ਮਾਰਜਨ ਯੂਟਿਲਿਟੀ ਉਹ ਘਟਦੀ ਜਾਂਦੀ ਹੈ। ਤੇ ਮੈਂ ਤੁਹਾਨੂੰ ਪਹਿਲਾਂ ਕਿਸੇ ਵੀਡੀਓ 'ਚ ਪਹਿਲਾਂ ਵੀ ਦੱਸ ਚੁੱਕਿਆ, ਜਦੋਂ ਆਪਾਂ ਪੈਰਾਡੌਕਸ ਆਫ ਵਾਟਰ ਐਂਡ ਡਾਇਮੰਡ ਸੋਲਵ ਕੀਤਾ ਸੀਗਾ, ਕਿ ਕਿਸੇ ਵਸਤੂ ਦੀ ਜਿਹੜੀ ਕੀਮਤ ਹੈ ਉਹ ਮਾਰਜਨ ਯੂਟਿਲਿਟੀ ਦੇ ਅਨੁਸਾਰ ਤੈਅ ਹੁੰਦੀ ਹੈ। ਜੇ ਕਿਸੇ ਵਸਤੂ ਦੀ ਤੋਂ ਪ੍ਰਾਪਤ ਹੋਣ ਵਾਲਾ MU ਜ਼ਿਆਦਾ ਹੈ ਤਾਂ ਉਹਦੀ ਕੀਮਤ ਜ਼ਿਆਦਾ ਹੋਏਗੀ। ਹੁਣ ਇੱਥੇ ਆਪਾਂ ਪੜ੍ਹਿਆ ਵੀ ਜਿਵੇਂ ਜਿਵੇਂ ਆਪਾਂ ਕਿਸੇ ਵਸਤੂ ਦਾ ਉਪਭੋਗ ਵਧਾਉਂਦੇ ਜਾਂਦੇ ਹਾਂ ਤਾਂ ਉਸ ਤੋਂ ਮਿਲਣ ਵਾਲਾ, ਅਗਲੀ ਇਕਾਈ ਤੋਂ ਮਿਲਣ ਵਾਲਾ MU ਘਟਦਾ ਜਾਂਦਾ ਹੈ। ਇਸ ਲਈ ਉਪਭੋਗੀ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨ ਦੇ ਲਈ ਉਸ ਵਸਤੂ ਦੀ ਜਿਹੜੀ ਕੀਮਤ ਹੈ ਉਹ MU ਦੇ ਬਰਾਬਰ ਦੇਗਾ। MU ਘਟੀ ਜਾ ਰਿਹਾ ਇਹਦਾ ਮਤਲਬ ਵਸਤੂ ਦੀ ਕੀਮਤ ਵੀ ਘੱਟ ਦੇਗਾ। ਇਹਦਾ ਮਤਲਬ ਜੇ ਉਹ ਵੱਧ ਇਕਾਈਆਂ ਖਰੀਦਣਾ ਚਾਹੁੰਦਾ ਹੈ ਤਾਂ ਉਹਨੂੰ ਘੱਟ MU ਮਿਲੇਗੀ ਤੇ ਕੀਮਤ ਵੀ ਘੱਟ ਦੇਗਾ, ਯਾਨੀ ਕਿ ਘੱਟ ਕੀਮਤ ਤੇ ਵਧੇਰੇ ਇਕਾਈਆਂ ਖਰੀਦੇਗਾ। ਇਸ ਕਰਕੇ ਮੰਗ ਦਾ ਨਿਯਮ ਲਾਗੂ ਹੋ ਜਾਂਦਾ ਹੈ ਤੇ ਸਲੋਪ ਹੈ ਜਿਹੜੀ ਉਹ ਡਾਊਨਵਰਡ ਬਣ ਜਾਂਦੀ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ। ਇਨਕਮ ਇਫੈਕਟ, ਹਾਂਜੀ ਵਸਤੂ ਦੀ ਕੀਮਤ ਘੱਟ ਹੋਣ ਦੇ ਨਾਲ ਉਪਭੋਗੀ ਦੀ ਅਸਲ ਆਮਦਨ ਵੱਧ ਜਾਂਦੀ ਹੈ। ਭਾਵ ਇਹ ਹੈ ਵੀ ਉਹ ਪਹਿਲਾਂ ਜਿੰਨਾ ਪੈਸਾ ਹੀ ਖਰਚ ਕਰਨਾ ਚਾਹੁੰਦਾ ਹੈ, ਠੀਕ ਹੈ ਜੀ, ਮੰਨ ਲਓ 100 ਰੁਪਏ ਕਿਲੋ ਅੰਗੂਰ ਹੈ ਤਾਂ ਉਪਭੋਗੀ 100 ਰੁਪਏ ਖਰਚ ਕਰਕੇ 1 ਕਿਲੋ ਅੰਗੂਰ ਖਰੀਦਦਾ ਹੈ। ਜੇ ਅੰਗੂਰਾਂ ਦੀ ਕੀਮਤ ਘੱਟ ਕੇ 50 ਰੁਪਏ ਹੋ ਜਾਏਗੀ ਤਾਂ ਫਿਰ ਵੀ ਉਪਭੋਗੀ 100 ਰੁਪਏ ਹੀ ਖਰਚ ਕਰਨਾ ਚਾਹਵੇ ਤਾਂ ਉਹ ਪਹਿਲਾਂ ਦੇ ਮੁਕਾਬਲੇ 2 ਕਿਲੋ ਜਿਹੜੇ ਅੰਗੂਰ ਖਰੀਦੇਗਾ, 1 ਕਿਲੋ ਅੰਗੂਰ ਉਹਦੇ ਜਿਹੜੀ ਹੈਗੀ ਅਸਲ ਆਮਦਨ ਉਹ ਬਚੇਗੀ। ਠੀਕ ਹੈ ਜੀ,
ਜਾਣੀ ਕਿ ਜਦੋਂ ਵਸਤੂ ਦੀ ਕੀਮਤ ਘਟਦੀ ਹੈ ਤਾਂ ਸਮਾਨ ਮੌਦਰਿਕ ਆਮਦਨ ਦੇ ਵਿੱਚ ਠੀਕ ਹੈ ਜੀ, ਪਹਿਲਾਂ ਵੀ 100 ਖਰਚ ਕਰ ਰਿਹਾ ਸੀ, ਹੁਣ ਵੀ 100 ਖਰਚ ਕਰੇਗਾ, ਤਾਂ ਉਹ ਵੱਧ ਵਸਤੂਆਂ ਖਰੀਦ ਸਕੇਗਾ। ਠੀਕ ਹੈ ਜੀ, ਤੇ ਅਸਲ ਆਮਦਨ ਵਧਣ ਦੇ ਕਾਰਨ ਵਸਤੂ ਦੀ ਮੰਗ ਵੱਧ ਜਾਂਦੀ ਹੈ। ਅਸਲ ਆਮਦਨ ਦਾ ਮਤਲਬ ਹੈ 1 ਕਿਲੋ ਜਿਹੜੇ ਉਹਨੂੰ ਅੰਗੂਰ ਵੱਧ ਮਿਲ ਰਹੇ ਆ। ਹਾਂਜੀ, ਅੱਗੇ ਹੈ ਜੀ ਪ੍ਰਤੀਸਥਾਪਨ ਪ੍ਰਭਾਵ। ਹਾਂਜੀ, ਇਹ ਪ੍ਰਭਾਵ ਜਦੋਂ ਇੱਕ ਵਸਤੂ ਤੋਂ ਭਾਵ ਹੈ ਜਦੋਂ ਇੱਕ ਵਸਤੂ ਦੀ ਕੀਮਤ ਜਿਹੜੀ ਘਟ ਜਾਂਦੀ ਹੈ, ਯਾਨੀ ਕਿ ਤੁਲਨਾਤਮਕ ਰੂਪ ਵਿੱਚ ਸਸਤੀ ਹੋ ਜਾਂਦੀ ਹੈ, ਤਾਂ ਉਪਭੋਗੀ ਹੈ ਉਹ ਦੂਸਰੀ ਵਸਤੂ ਦਾ ਤਿਆਗ ਕਰਕੇ ਸਸਤੀ ਵਸਤੂ ਨੂੰ ਵਧੇਰੇ ਮਾਤਰਾ ਵਿੱਚ ਖਰੀਦਦਾ ਹੈ। ਜਿਵੇਂ ਚਾਹ ਤੇ ਕੌਫੀ ਦੋ ਪ੍ਰਤੀਸਥਾਪਨ ਵਸਤੂਆਂ ਹਨ। ਚਾਹ ਦੀ ਕੀਮਤ ਘੱਟ ਹੋਣ ਤੇ ਉਸ ਦਾ ਕੌਫੀ ਦੇ ਸਥਾਨ ਤੇ ਪ੍ਰਤੀਸਥਾਪਨ ਕੀਤਾ ਜਾਏਗਾ। ਠੀਕ ਹੈ ਜੀ, ਕੌਫੀ ਦੀ ਜਿਹੜੀ ਚਾਹ ਦੀ ਕੀਮਤ ਘਟ ਗਈ ਤਾਂ ਲੋਕ ਚਾਹ ਵਾਲੇ ਪਾਸੇ ਜ਼ਿਆਦਾ ਆ ਜਾਣਗੇ, ਕੌਫੀ ਨੂੰ ਰਿਪਲੇਸ ਕਰ ਦੇਣਗੇ ਚਾਹ ਦੇ ਲਈ। ਠੀਕ ਹੈ ਜੀ, ਇਹਨੂੰ ਆਪਾਂ ਪ੍ਰਤੀਸਥਾਪਨ ਪ੍ਰਭਾਵ ਕਹਿੰਦੇ ਆ। ਤੇ ਇਹਦੇ ਕਰਕੇ ਵੀ ਕੀਮਤ ਘਟਣ ਦੇ ਨਾਲ ਜਿਹੜੀਆਂ ਉਸ ਵਸਤੂ ਦੀਆਂ ਜ਼ਿਆਦਾ ਉਪਭੋਗੀ ਮਾਤਰਾਵਾਂ ਖਰੀਦਦੇ ਆ ਤੇ ਮੰਗ ਦਾ ਜਿਹੜਾ ਨਿਯਮ ਲਾਗੂ ਹੋ ਜਾਂਦਾ ਹੈ ਤੇ ਜਿਹੜਾ ਡੀ ਕਰਵ ਹੈ ਉਹਦੀ ਸਲੋਪ ਡਾਊਨਵਰਡ ਹੋ ਜਾਂਦੀ ਹੈ। ਉਪਭੋਗਤਾ ਸਮੂਹ ਦਾ ਆਕਾਰ, ਸਾਈਜ਼ ਆਫ ਕੰਜ਼ਿਊਮਰ ਗਰੁੱਪ। ਜਦੋਂ ਕਿਸੇ ਵਸਤੂ ਦੀ ਕੀਮਤ ਘਟਦੀ ਹੈ ਤਾਂ ਕਈ ਹੋਰ ਉਪਭੋਗੀ ਜਿਹੜੇ ਪਹਿਲਾਂ ਉਸ ਵਸਤੂ ਨੂੰ ਨਹੀਂ ਖਰੀਦ ਰਹੇ ਸਨ ਉਹ ਵੀ ਖਰੀਦਣ ਲੱਗ ਪੈਂਦੇ ਆ। ਠੀਕ ਹੈ ਜੀ, ਇਸ ਕਰਕੇ ਜੇ ਕੀਮਤ ਵੱਧ ਜਾਂਦੀ ਹੈ ਤਾਂ ਪੁਰਾਣੇ ਉਪਭੋਗੀ ਆ ਉਹ ਵੀ ਖਰੀਦਣਾ ਬੰਦ ਕਰ ਦੇਣਗੇ ਤੇ ਉਹਦਾ ਮੰਗ ਆ ਉਹ ਘਟ ਜੇਗੀ। ਠੀਕ ਹੈ, ਤਾਂ ਵੀ ਮੰਗ ਦਾ ਨਿਯਮ ਲਾਗੂ ਹੋ ਜਾਂਦਾ ਹੈ। ਵੱਖਰੇ ਵੱਖਰੇ ਉਪਯੋਗ, ਕਈ ਵਸਤੂਆਂ ਦੇ ਬਹੁਤ ਵੱਖਰੇ ਵੱਖਰੇ ਉਪਯੋਗ ਹੁੰਦੇ ਹਨ, ਜਿਵੇਂ ਛੋਲੇ ਹੋ ਗਏ, ਮਨੁੱਖ ਦੇ ਲਈ ਵੀ ਖਾਣ ਲਈ ਵਰਤੇ ਜਾ ਸਕਦੇ ਆ ਤੇ ਘੋੜਿਆਂ ਦੇ ਲਈ ਵੀ ਵਰਤੇ ਜਾ ਸਕਦੇ ਆ। ਜਦੋਂ ਛੋਲਿਆਂ ਦੀ ਕੀਮਤ ਜ਼ਿਆਦਾ ਹੈ ਤਾਂ ਸਿਰਫ ਮਹੱਤਵਪੂਰਨ ਕੰਮ ਭਾਵ ਮਨੁੱਖਾਂ ਦੇ ਖਾਣ ਲਈ ਇਹਦੀ ਵਰਤੋਂ ਕੀਤੀ ਜਾਏਗੀ। ਜਦੋਂ ਛੋਲਿਆਂ ਦੀ ਕੀਮਤ ਘਟ ਜਾਏਗੀ ਤਾਂ ਉਹਨਾਂ ਦੀ ਵਰਤੋਂ ਆ ਜਿਹੜੇ ਮਨੁੱਖਾਂ ਦੇ ਨਾਲ ਘੋੜਿਆਂ ਦੋਹਾਂ ਦੇ ਲਈ ਖਾਣ ਲਈ ਕੀਤੀ ਜਾਏਗੀ। ਇਹਦਾ ਮਤਲਬ ਵੀ ਛੋਲਿਆਂ ਦੀ ਕੀਮਤ ਘਟਣ ਦੇ ਉਹਨਾਂ ਦੀ ਜਿਹੜੀ ਮੰਗ ਹੈ ਉਹ ਵੱਧ ਜਾਏਗੀ। ਠੀਕ ਹੈ, ਤੇ ਮੰਗ ਦਾ ਨਿਯਮ ਲਾਗੂ ਹੋ ਜਾਏਗਾ ਤੇ ਜਿਹੜੀ ਡਿਮਾਂਡ ਕਰਵ ਹੈ ਉਹਦੀ ਸਲੋਪ ਡਾਊਨਵਰਡ ਹੋ ਜਾਏਗੀ। ਮੰਗ ਵਕਰ ਦਾ ਢਲਾਣ ਰਿਣਾਤਮਕ ਕਿਉਂ ਹੁੰਦੀ ਹੈ? ਹਾਂਜੀ, ਆਪਾਂ ਪੜ੍ਹ ਕੇ ਗਏ ਆਮਦਨ ਪ੍ਰਭਾਵ ਕਰਕੇ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਪ੍ਰਸਥਾਪਨ ਪ੍ਰਭਾਵ ਕਰਕੇ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਘਟਦੇ ਸਮਾਨ ਤੁਸ਼ਟੀਕੋਣ ਦਾ ਨਿਯਮ ਵੀ ਲਾਗੂ ਹੁੰਦਾ ਹੈ। ਕੀਮਤ ਪ੍ਰਭਾਵ ਅਜਿਹਾ ਕੁਝ ਨਹੀਂ ਹੈ। ਇਹਦਾ ਰਾਈਟ ਆਨਸਰ ਬਣੇਗਾ 2, 3 ਤੇ 4। ਠੀਕ ਹੈ ਜੀ, ਹਾਂਜੀ ਸੈਟਿਸ ਪੈਰੀਬਸ। ਠੀਕ ਹੈ ਜੀ, ਦੀ ਡਿਮਾਂਡ ਫਾਰ ਆ ਕੋਮੋਡਿਟੀ ਇਜ਼ ਇਨਵਰਸਲੀ ਰਿਲੇਟਡ ਟੂ ਇਟਸ ਪ੍ਰਾਈਸ, ਦਿਸ ਹੈਪਨ ਬਿਕੋਜ਼ ਆਫ। ਕਹਿੰਦੇ ਕਿਸੇ ਵਸਤੂ ਦੀ ਜਿਹੜੀ ਮੰਗ ਹੈ ਉਹ ਕੀਮਤ ਦੇ ਨਾਲ ਹੈ ਉਹਦਾ ਉਲਟਾ ਸੰਬੰਧ ਹੁੰਦਾ ਹੈ। ਅਜਿਹਾ ਕਿਉਂ ਹੁੰਦਾ ਹੈ? ਇਹ ਉਹੀ ਹੈ, ਇਨਕਮ ਇਫੈਕਟ ਕਰਕੇ ਹੁੰਦਾ ਹੈ, ਸਬਸਟੀਟਿਊਸ਼ਨ ਇਫੈਕਟ ਕਰਕੇ ਵੀ ਹੁੰਦਾ ਹੈ। ਰਾਈਟ ਆਨਸਰ ਬਣ ਜਾਏਗਾ ਸੀ, ਆਮਦਨ ਪ੍ਰਭਾਵ ਤੇ ਪ੍ਰਤੀਸਥਾਪਨ ਪ੍ਰਭਾਵ ਕਰਕੇ ਉਲਟਾ ਸੰਬੰਧ ਬਣਦਾ ਹੈ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਐਕਸੈਪਸ਼ਨ ਆਫ ਲਾਅ ਆਫ ਡਿਮਾਂਡ। ਠੀਕ ਹੈ ਜੀ, ਇਸ ਟੌਪਿਕ ਦੇ ਵਿੱਚ ਆਪਾਂ ਪੜਾਂਗੇ ਵੀ ਕੀ ਅਪਵਾਦ ਹੈ ਵੀ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਇੱਕ ਤਾਂ ਹੈ ਜੀ ਆਪਣੇ ਕੋਲ ਵੈਬਲਨ ਗੁੱਡਸ ਜਾਂ ਪ੍ਰਤਿਸ਼ਠਾ ਸੂਚਕ ਵਸਤੂਆਂ, ਹੀਰੇ ਜਵਾਹਰਾਤ। ਠੀਕ ਹੈ ਜੀ, ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਤਾਂ ਹੀ ਉਹਦੀ ਪ੍ਰਤਿਸ਼ਠਾ ਜਿਹੜੀ ਸੂਚਕ ਵਸਤੂਆਂ ਦੇ ਵਿੱਚ ਆਉਂਦੀਆਂ ਉਹ। ਠੀਕ ਹੈ, ਇਹਨਾਂ ਤੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਇਹਨਾਂ ਦੀ ਕੀਮਤ ਵੱਧਦੀ ਹੈ ਤਾਂ ਹੀ ਇਹਨਾਂ ਦੀ ਮੰਗ ਵੱਧਦੀ ਹੈ। ਗਿਵਨ ਵਸਤੂਆਂ ਤੇ ਵੀ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਵੀ ਡਾਇਰੈਕਟ ਰਿਲੇਸ਼ਨ ਪਾਇਆ ਜਾਂਦਾ ਬਿਟਵੀਨ ਪ੍ਰਾਈਸ ਐਂਡ ਕੁਆਂਟੀਟੀ ਡਿਮਾਂਡਡ। ਇਗਨੋਰੈਂਸ ਕਰਕੇ ਕਈ ਵਾਰ ਉਪਭੋਗੀ ਅਨਪੜ੍ਹ ਹੋਣ ਦੇ ਕਾਰਨ ਵੀ ਜਦੋਂ ਕੀਮਤ ਘਟਦੀ ਹੈ ਕਿਸੇ ਵਸਤੂ ਦੀ ਤਾਂ ਘੱਟ ਇਕਾਈਆਂ ਖਰੀਦਦਾ ਹੈ ਤੇ ਵੱਧ ਕੀਮਤ ਤੇ ਜ਼ਿਆਦਾ ਵਸਤੂ ਦੀਆਂ ਮਾਤਰਾਵਾਂ ਖਰੀਦ ਲੈਂਦਾ ਹੈ। ਇਸ ਕਰਕੇ ਵੀ ਜਿਹੜਾ ਮੰਗ ਦਾ ਨਿਯਮ ਆ ਉਹ ਲਾਗੂ ਨਹੀਂ ਹੁੰਦਾ। ਠੀਕ ਹੈ ਜੀ, ਧਿਆਨ 'ਚ ਰੱਖਣਾ, ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਹਾਂਜੀ, ਗਿਵਨ ਵਸਤੂਆਂ ਤੇ ਨਹੀਂ ਲਾਗੂ ਹੁੰਦਾ ਜੀ, ਵੈਬਲਨ ਗੁੱਡਸ ਤੇ ਨਹੀਂ ਲਾਗੂ ਹੁੰਦਾ, ਪੂਰਕ ਤੇ ਪ੍ਰਤੀਸਥਾਪਨ ਵਸਤੂਆਂ ਦੇ ਸੰਦਰਭ ਦੇ ਵਿੱਚ ਲਾਗੂ ਹੁੰਦਾ। ਠੀਕ ਹੈ ਜੀ, ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਆਪਣੇ ਕੋਲ 1 ਐਂਡ 2। ਹਾਂਜੀ, ਮੂਵਮੈਂਟ ਅਲੋਂਗ ਆ ਡਿਮਾਂਡ ਕਰਵ, ਚੇਂਜ ਇਨ ਕੁਆਂਟੀਟੀ ਡਿਮਾਂਡ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਮੂਵਮੈਂਟ ਅਲੋਂਗ ਆ ਡਿਮਾਂਡ ਕਰਵ। ਆ ਡਿਮਾਂਡ ਕਰਵ ਹੈ, ਡਿਮਾਂਡ ਕਰਵ ਦੇ ਨਾਲ ਹੀ ਮੂਵਮੈਂਟ ਆਪਾਂ ਜਿਹੜੀ ਉਹ ਦੱਸਣੀ ਹੈ। ਸਭ ਤੋਂ ਪਹਿਲਾਂ ਐਕਸਟੈਂਸ਼ਨ ਆਫ ਡਿਮਾਂਡ। ਹਾਂਜੀ, ਹੋਰ ਗੱਲਾਂ ਸਮਾਨ ਰਹਿਣ ਤੇ ਜਦੋਂ ਕਿਸੇ ਵਸਤੂ ਦੀ ਕੀਮਤ ਵਿੱਚ ਕਮੀ ਆਉਂਦੀ ਹੈ ਤਾਂ ਉਸ ਦੀ ਮੰਗੀ ਗਈ ਮਾਤਰਾ ਵੱਧ ਜਾਂਦੀ ਹੈ ਤੇ ਇਸ ਨੂੰ ਮੰਗ ਦਾ ਵਿਸਥਾਰ ਕਹਿੰਦੇ ਆ। ਦੇਖੋ ਧਿਆਨ ਨਾਲ, ਪਹਿਲਾਂ ਕੀਮਤ 5 ਰੁਪਏ ਸੀ ਤੇ ਕੀਮਤ ਘਟ ਕੇ ਜਦੋਂ 5 ਰੁਪਏ ਸੀ ਤਾਂ ਸਿਰਫ ਇੱਕ ਮਾਤਰਾ ਹੀ ਖਰੀਦੀ ਜਾ ਰਹੀ ਸੀ, ਕੀਮਤ ਘਟ ਗਈ, ਐਰੋ ਨਿਸ਼ਾਨ ਇਸ ਤਰ੍ਹਾਂ ਬਣੇਗਾ। ਤੇ ਜਦੋਂ ਕੀਮਤ ਘਟ ਕੇ 1 ਰੁਪਿਆ ਹੋ ਗਈ, 1 ਰੁਪਏ ਤੇ 5 ਇਕਾਈਆਂ ਖਰੀਦੀਆਂ ਜਾ ਰਹੀਆਂ। ਠੀਕ ਹੈ ਜੀ, ਤੇ ਫਿਰ ਐਰੋ ਦਾ ਨਿਸ਼ਾਨ ਇਸ ਤਰ੍ਹਾਂ ਬਣੇਗਾ ਤੇ ਉੱਪਰੋਂ ਹੇਠਾਂ ਐਰੋ ਦਾ, ਸਿਰਫ ਐਰੋ ਦੇ ਨਿਸ਼ਾਨ ਦਾ ਖੇਲ ਹੈ, ਇਹ ਧਿਆਨ ਰੱਖ ਲੈਣਾ। ਕੀਮਤ ਘਟਣ ਤੇ ਹੋਰ ਗੱਲਾਂ ਸਮਾਨ ਰਹਿਣ ਤੇ ਜਦੋਂ ਵਸਤੂ ਦੀ ਕੀਮਤ ਘਟਦੀ ਹੈ, ਧਿਆਨ ਰੱਖ ਲੈਣਾ ਸੰਬੰਧਿਤ ਵਸਤੂ ਦੀ ਕੀਮਤ ਘਟੇਗੀ। ਮੰਗ ਦਾ ਨਿਯਮ ਹੀ ਇੱਕ ਤਰ੍ਹਾਂ ਦਾ ਉਹਦਾ ਇੱਕ ਪਾਰਟ ਹੈ ਮੰਗ ਦੇ ਨਿਯਮ ਦਾ। ਤੇ ਕੰਟਰੈਕਸ਼ਨ ਆਫ ਡਿਮਾਂਡ, ਹੋਰ ਗੱਲਾਂ ਸਮਾਨ ਰਹਿਣ ਤੇ ਜਦੋਂ ਕਿਸੇ ਵਸਤੂ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ, ਇਹਦੇ ਸਿੱਟੇ ਵਜੋਂ ਉਸ ਦੀ ਮੰਗੀ ਗਈ ਮਾਤਰਾ ਦੇ ਵਿੱਚ ਕਮੀ ਆਉਂਦੀ ਹੈ, ਇਸ ਨੂੰ ਮੰਗ ਦਾ ਸੰਕੁਚਨ ਕਿਹਾ ਜਾਂਦਾ ਹੈ। ਪਹਿਲਾਂ ਕੀਮਤ 1 ਰੁਪਿਆ ਸੀਗੀ, ਠੀਕ ਹੈ, ਤੇ 5 ਇਕਾਈਆਂ ਜਿਹੜੀ ਆ ਉਹ ਕੁਆਂਟੀਟੀ ਡਿਮਾਂਡ ਕੀਤੀ ਜਾ ਰਹੀ ਸੀ, ਕੀਮਤ ਜਿਹੜੀ ਵੱਧ ਕੇ 5 ਰੁਪਏ ਹੋ ਗਈ ਤੇ ਜਿਹਦੇ ਕਰਕੇ ਉਹਨੇ ਆਪਦੀ ਜਿਹੜੀ ਮੰਗ ਘਟਾ ਕੇ 1 ਯੂਨਿਟ ਕਰ ਦਿੱਤੀ। ਹੁਣ ਦੇਖੋ ਐਰੋ ਦਾ ਨਿਸ਼ਾਨ ਇਧਰੋਂ ਤੇ ਉੱਪਰ ਨੂੰ ਜਾ ਰਿਹਾ ਤੇ ਐਰੋ ਇਸ ਤਰ੍ਹਾਂ ਬਣੇਗਾ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਇਹ ਵੀ ਵਸਤੂ ਦੀ ਕੀਮਤ ਨਾਲ ਹੀ ਸੰਬੰਧਿਤ ਹੈ। ਕੰਟਰੈਕਸ਼ਨ ਆਫ ਡਿਮਾਂਡ, ਮੰਗ ਦਾ ਸੰਕੁਚਨ। ਜਦੋਂ ਸੰਬੰਧਿਤ ਵਸਤੂ ਦੀ ਕੀਮਤ ਘਟਦੀ ਹੈ ਤਾਂ ਉਹਦੀ ਮੰਗ ਵਧੇਗੀ ਤਾਂ ਉਹਨੂੰ ਆਪਾਂ ਮੰਗ ਦਾ ਵਿਸਥਾਰ ਕਵਾਂਗੇ। ਜਦੋਂ ਕੀਮਤ ਵੱਧਦੀ ਹੈ ਤਾਂ ਸੰਬੰਧਿਤ ਵਸਤੂ ਦੀ ਮੰਗ ਘਟ ਜਾਏਗੀ, ਉਹਨੂੰ ਆਪਾਂ ਮੰਗ ਦਾ ਸੰਕੁਚਨ ਕਵਾਂਗੇ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਅੱਗੇ ਹੈ ਜੀ ਸ਼ਿਫਟ ਆਫ ਡਿਮਾਂਡ ਕਰਵ। ਸ਼ਿਫਟ ਆਫ ਡਿਮਾਂਡ ਦਾ ਕਰਵ ਕੀ ਮਤਲਬ ਹੈ ਵੀ ਇੱਕ ਹੋਰ ਡੀ ਕਰਵ ਬਣੇਗਾ, ਡੀ ਕਰਵ ਪਹਿਲਾਂ ਨਾਲੋਂ ਸ਼ਿਫਟ ਹੋ ਜਾਏਗਾ। ਹੁਣ ਇਹ ਦੇਖਣਾ ਵੀ ਇਹ ਰਾਈਟ ਵਰਡ ਸ਼ਿਫਟ ਹੁੰਦਾ ਹੈ ਜਾਂ ਲੈਫਟ ਵਰਡ ਸ਼ਿਫਟ ਹੁੰਦਾ ਹੈ। ਠੀਕ ਹੈ ਜੀ, ਆ ਆਪਣੇ ਕੋਲ ਰਾਈਟ ਸ਼ਿਫਟ ਹੋ ਰਿਹਾ ਤੇ ਇਧਰਲੇ ਪਾਸੇ ਆਪਣੇ ਕੋਲ ਲੈਫਟ ਵਾਲੇ ਪਾਸੇ ਸ਼ਿਫਟ ਹੋ ਰਿਹਾ। ਹਾਂਜੀ, ਇਨਕਰੀਜ਼ ਇਨ ਡਿਮਾਂਡ। ਠੀਕ ਹੈ, ਕੀਮਤ ਸਮਾਨ ਰਹਿੰਦੀ, ਇੱਥੇ ਸੰਬੰਧਿਤ ਵਸਤੂ ਦੀ ਕੀਮਤ ਸਮਾਨ ਰਹੇਗੀ, ਹੋਰ ਦੂਜੇ ਕਾਰਕਾਂ ਵਿੱਚ ਪਰਿਵਰਤਨ ਆਏਗਾ। ਹੋਰ ਦੂਜੇ ਕਾਰਕ ਦਾ ਮਤਲਬ ਇਹ ਹੈ ਭੋਗੀ ਦੀ ਆਮਦਨ ਵਧੇਗੀ। ਠੀਕ ਹੈ, ਉਹਦੀ ਰੁਚੀ ਵਿੱਚ ਪਰਿਵਰਤਨ ਆਏਗਾ, ਮੌਸਮ ਜਲਵਾਯੂ ਵਿੱਚ ਪਰਿਵਰਤਨ ਆਏਗਾ, ਸਰਕਾਰ ਦੀ ਪਾਲਿਸੀ ਵਿੱਚ ਪਰਿਵਰਤਨ ਆਏਗਾ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹਦੇ ਕਰਕੇ ਮੰਗ ਵਿੱਚ ਵਾਧਾ ਹੋਏਗਾ ਤੇ ਇਹਨੂੰ ਆਪਾਂ ਇਨਕਰੀਜ਼ ਇਨ ਡਿਮਾਂਡ ਕਹਾਂਗੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹੁਣ ਹੈ ਜੀ ਡਿਕਰੀਜ਼ ਇਨ ਡਿਮਾਂਡ, ਇਹਦੇ ਵਿੱਚ ਵੀ ਕੀਮਤ ਸਮਾਨ ਬਣੀ ਰਹੇਗੀ ਤੇ ਹੋਰ ਦੂਜੇ ਕਾਰਕਾਂ 'ਚ ਪਰਿਵਰਤਨ ਆਏਗਾ ਤੇ ਜਿਹਦੇ ਕਰਕੇ ਜਿਹੜੀ ਮੰਗ ਹੈ ਉਹ ਘਟ ਜਾਏਗੀ। ਇਹਦੇ ਵਿੱਚ ਭੋਗੀ ਦੀ ਆਮਦਨ ਘਟ ਸਕਦੀ ਹੈ, ਉਹਦੇ ਰੁਚੀ ਦੇ ਫੈਸ਼ਨ ਹੈ ਜਿਹੜੇ ਆਊਟ ਆਫ ਫੈਸ਼ਨ ਹੋ ਸਕਦਾ ਪ੍ਰੋਡਕਟ। ਠੀਕ ਹੈ, ਤੇ ਜਿਹਦੇ ਕਰਕੇ ਪਹਿਲਾਂ ਨਾਲੋਂ ਮੰਗ ਹੈ ਉਹ ਘਟ ਜਾਏਗੀ। ਜੇ ਮੰਗ ਘਟੇਗੀ ਤਾਂ ਜਿਹੜਾ ਨਵਾਂ ਡੀ ਕਰਵ ਬਣੇਗਾ, ਠੀਕ ਹੈ, D2 ਦਿਖਾਇਆ ਗਿਆ ਇੱਥੇ, ਉਹ ਲੈਫਟ ਵਾਲੀ ਸਾਈਡ ਬਣੇਗਾ, ਧਿਆਨ 'ਚ ਰੱਖ ਲੈਣਾ। ਹਾਂਜੀ, ਇੱਕ ਹੋਰ ਧਿਆਨ ਦਿਓ ਇਹਦੇ ਵਿੱਚ ਜਿਹੜੀ ਡਾਇਗਰਾਮ ਦੇ ਵਿੱਚ ਕੀਮਤ ਪਹਿਲਾਂ ਵੀ 10 ਰੁਪਏ ਸੀ ਜਦੋਂ D1 ਕਰਵ ਬਣਿਆ ਸੀ, ਜਦੋਂ D2 ਕਰਵ ਬਣਿਆ ਉਦੋਂ ਵੀ ਕੀਮਤ 10 ਰੁਪਏ ਨੋਟ ਕੀਤੀ ਗਈ, ਮਤਲਬ ਕਿ ਇਹ ਪ੍ਰਾਈਸ ਆਫ ਸਮਾਨ ਬਣੀ ਰਹੇਗੀ।
ਹਾਂਜੀ, ਇਸੇ ਨੂੰ ਆਪਾਂ ਟੇਬਲ ਦੇ ਨਾਲ ਦੇਖਦੇ ਹਾਂ। ਚੇਂਜ ਇਨ ਕੁਆਂਟੀਟੀ ਡਿਮਾਂਡ, ਠੀਕ ਹੈ ਜੀ, ਯਾਨੀ ਕਿ ਮੰਗੀ ਗਈ ਮਾਤਰਾ। ਇਹਦੇ ਵਿੱਚ ਮੰਗ ਵਕਰ ਦਾ ਜਿਹੜਾ ਸੰਚਾਲਨ, ਮੰਗ ਮੂਵਮੈਂਟ ਹੁੰਦੀ ਹੈ ਅਲੋਂਗ ਵਿਦ ਦੀ ਡਿਮਾਂਡ ਕਰਵ ਹੁੰਦੀ ਹੈ, ਠੀਕ ਹੈ ਜੀ, ਜਿਹਨੂੰ ਆਪਾਂ ਮੰਗ ਵਕਰ ਦਾ ਸੰਚਾਲਨ ਕਹਾਂਗੇ। ਹਾਂਜੀ, ਇਹਦੇ ਵਿੱਚ ਦਿਖਾਇਆ ਗਿਆ ਵੀ 2 ਟਾਈਪ ਦਾ ਹੁੰਦਾ, ਮੰਗ ਵਿੱਚ ਵਿਸਥਾਰ ਤੇ ਮੰਗ ਵਿੱਚ ਸੰਕੁਚਨ। ਇਹਦਾ ਸੰਬੰਧ ਵਸਤੂ ਦੀ ਕੀਮਤ ਨਾਲ ਹੁੰਦਾ ਹੈ। ਜੇ ਵਸਤੂ ਦੀ ਕੀਮਤ ਘਟੇਗੀ ਅਜਿਹਾ ਹੋਏਗਾ ਮੰਗ ਵਿਸਥਾਰ ਹੋਏਗਾ। ਜੇ ਮੰਗ ਦਾ ਸੰਕੁਚਨ ਹੋਏਗਾ ਜਦੋਂ ਵਸਤੂ ਦੀ ਕੀਮਤ ਵਿੱਚ ਵਾਧਾ ਹੋਏਗਾ, ਠੀਕ ਹੈ ਜੀ। ਹਾਂਜੀ, ਚੇਂਜ ਇਨ ਡਿਮਾਂਡ। ਚੇਂਜ ਇਨ ਡਿਮਾਂਡ ਦੇ ਵਿੱਚ ਕੀ ਹੈ, ਸ਼ਿਫਟ ਆਫ ਡਿਮਾਂਡ ਕਰਵ, ਇੱਕ ਨਵਾਂ ਡਿਮਾਂਡ ਕਰਵ ਬਣੇਗਾ ਜਿੱਥੇ 2 ਡੀਡੀ ਕਰਵ ਹੋਣਗੇ। ਇਹਦੇ ਵਿੱਚ ਸਿੰਗਲ ਡੀਡੀ ਕਰਵ ਬਣੇਗਾ, ਇਹਦੇ ਵਿੱਚ 2 ਡੀਡੀ ਕਰਵ ਬਣਨਗੇ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਸਭ ਤੋਂ ਪਹਿਲਾਂ ਮੰਗ ਵਿੱਚ ਵਾਧਾ, ਇਹਦੇ ਵਿੱਚ ਮੰਗ ਵਿੱਚ ਕਮੀ, ਠੀਕ ਹੈ। ਇਹਦੇ ਵਿੱਚ ਕੀਮਤ ਸਮਾਨ ਬਣੀ ਰਹੇਗੀ ਤੇ ਹੋਰ ਦੂਜੇ ਕਾਰਕਾਂ ਦੇ ਵਿੱਚ ਪਰਿਵਰਤਨ ਆਏਗਾ। ਹੋਰ ਦੂਜੇ ਕਾਰਕ ਕਿਹੜੇ ਆ, ਇਹ ਆਮਦਨ ਹੋ ਸਕਦੀ ਹੈ, ਠੀਕ ਹੈ, ਸਰਕਾਰ ਦੀ ਪਾਲਿਸੀ ਹੋ ਸਕਦੀ ਹੈ, ਉਪਭੋਗੀ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਹੋ ਸਕਦੀਆਂ, ਠੀਕ ਹੈ, ਤੇ ਸਰਕਾਰ ਦੀ ਪਾਲਿਸੀ ਹੋ ਸਕਦੀ ਹੈ। ਹਾਂਜੀ, ਮੰਗ ਵਿੱਚ ਵਾਧੇ ਦੇ ਮੌਕਾ, ਮੰਗ ਕਦੋਂ ਵਧੇਗੀ? ਹਾਂਜੀ, ਜਦੋਂ ਉਪਭੋਗੀ ਦੀ ਆਮਦਨ ਵੱਧ ਜੇ ਤਾਂ ਵੀ ਮੰਗ ਵੱਧ ਜਾਏਗੀ। ਪ੍ਰਤੀਸਥਾਪਨ ਵਸਤੂਆਂ ਦੀ ਕੀਮਤ ਵੱਧ ਜੇ ਤਾਂ ਵੀ ਹੋ ਸਕਦਾ ਹੈ। ਪੂਰਕ ਵਸਤੂਆਂ ਦੀ ਕੀਮਤ ਵਿੱਚ ਕਮੀ ਆ ਜੇ, ਠੀਕ ਹੈ, ਜਿਵੇਂ ਕਾਰ ਤੇ ਪੈਟਰੋਲ ਹੈ, ਕਾਰ ਦੀ ਕੀਮਤ ਦੇ ਵਿੱਚ ਕਮੀ ਆ ਜੇ ਤਾਂ ਲੋਕ ਕਾਰ ਜ਼ਿਆਦਾ ਖਰੀਦਣਗੇ ਤੇ ਪੈਟਰੋਲ ਦੀ ਮੰਗ ਵੀ ਵਧੇਗੀ। ਫੈਸ਼ਨ ਤੇ ਮੌਸਮ ਦੇ ਵਿੱਚ ਪਰਿਵਰਤਨ ਦੇ ਨਾਲ ਵੀ ਵਸਤੂਆਂ ਦੀ ਮੰਗ ਵੱਧ ਜਾਂਦੀ ਹੈ। ਨੇੜਲੇ ਭਵਿੱਖ ਦੇ ਵਿੱਚ ਕਿਸੇ ਵਸਤੂ ਦੀ ਕੀਮਤ ਵਧਣ ਦੀ ਉਮੀਦ ਹੋਵੇ ਤਾਂ ਲੋਕ ਅੱਜ ਹੀ ਵਸਤੂ ਖਰੀਦਣੀ ਸ਼ੁਰੂ ਕਰ ਦੇਣਗੇ ਉਹ, ਠੀਕ ਹੈ। ਖਰੀਦਦਾਰਾਂ ਦੀ ਸੰਖਿਆ ਵੱਧ ਜੇ, ਪਾਪੂਲੇਸ਼ਨ ਵੱਧ ਜੇ, ਤੇ ਜਦੋਂ ਨਿਕਟ ਭਵਿੱਖ ਦੇ ਵਿੱਚ ਉਪਭੋਗਤਾ ਦੀ ਆਮਦਨ ਵਧਣ ਦੀ ਉਮੀਦ ਹੁੰਦੀ ਹੈ, ਠੀਕ ਹੈ, ਤਾਂ ਵੀ ਮੰਗ ਜਿਹੜੀ ਉਹ ਵਰਤਮਾਨ ਮੰਗ ਵੱਧ ਜਾਂਦੀ ਹੈ। ਕਮੀ ਜਿਹਦੇ ਬਿਲਕੁਲ ਆਪੋਜ਼ਿਟ ਲਿਖਾਂਗੇ, ਇੱਥੇ ਮੰਗ ਵਿੱਚ ਵਾਧਾ ਲਿਖਿਆ ਸੀ ਤੇ ਇੱਧਰ ਮੰਗ ਵਿੱਚ ਕਮੀ ਲਿਖਾਂਗੇ। ਇੱਥੇ ਲਿਖਿਆ ਜੀ ਪ੍ਰਸਤਾਪਨ ਵਸਤੂਆਂ ਦੀ ਕੀਮਤ ਵੱਧ ਜਾਏਗੀ। ਮੰਨ ਲਓ ਕਾਫੀ ਦੀ ਕੀਮਤ ਵੱਧ ਗਈ ਤਾਂ ਚਾਹ ਦੀ ਮੰਗ ਵਧੇਗੀ, ਪਰ ਇੱਥੇ ਕੀ ਹੈ, ਪ੍ਰਸਤਾਪਨ ਵਸਤੂਆਂ ਦੀ ਕੀਮਤ ਘਟੇਗੀ। ਜੇ ਕਾਫੀ ਦੀ ਕੀਮਤ ਘਟ ਗਈ ਤਾਂ ਚਾਹ ਦੀ ਮੰਗ ਵੀ ਘਟ ਜਾਏਗੀ, ਠੀਕ ਹੈ ਜੀ। ਪੂਰਕ ਵਸਤੂਆਂ ਦੇ ਵਿੱਚ ਇਹ ਧਿਆਨ ਰੱਖਣਾ, ਬਸ ਪ੍ਰਸਤਾਪਨ ਦੇ ਵਿੱਚ ਡਾਇਰੈਕਟ ਰਿਲੇਸ਼ਨ ਹੁੰਦਾ ਹੈ ਤੇ ਪੂਰਕ ਵਸਤੂਆਂ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੁੰਦਾ, ਨੈਗੇਟਿਵ ਫੰਕਸ਼ਨ ਹੁੰਦਾ। ਮੌਸਮ ਤੇ ਜਲਵਾਯੂ ਵਿੱਚ ਪਰਿਵਰਤਨ ਆਉਣ ਦੇ ਨਾਲ ਵੀ ਮੰਗ ਘਟ ਸਕਦੀ ਹੈ। ਨੇੜਲੇ ਭਵਿੱਖ ਦੇ ਵਿੱਚ ਕਿਸੇ ਵਸਤੂ ਦੀ ਕੀਮਤ ਘਟਣ ਦੀ ਉਮੀਦ ਹੋਵੇ ਤਾਂ ਲੋਕ ਰੁਕ ਜਾਂਦੇ ਆ, ਵਸਤੂ ਖਰੀਦਦੇ ਨਹੀਂ। ਖਾਸ ਤੌਰ ਤੇ ਦੀਵਾਲੀ ਤੇ ਬਹੁਤ ਸਾਰੀਆਂ ਆਫਰਾਂ ਆਉਂਦੀਆਂ ਤੇ ਲੋਕ ਹੈ ਉਹ ਰੁਕ ਜਾਂਦੇ ਆ ਤੇ ਦੀਵਾਲੀ ਤੇ ਉਹ ਪ੍ਰੋਡਕਟ ਜਦੋਂ ਸਸਤਾ ਹੁੰਦਾ ਤੇ ਉਹ ਖਰੀਦਦੇ ਆ। ਜਦੋਂ ਖਰੀਦਦਾਰਾਂ ਦੀ ਸੰਖਿਆ ਦੇ ਵਿੱਚ ਕਮੀ ਹੋ ਜਾਏ ਤਾਂ ਵੀ ਮੰਗ ਵਿੱਚ ਕਮੀ ਹੋ ਜਾਏਗੀ। ਨੇੜਲੇ ਭਵਿੱਖ ਦੇ ਵਿੱਚ ਉਪਭੋਗੀ ਦੀ ਜੇ ਆਮਦਨ ਘੱਟ ਹੋਣ ਦੀ ਉਮੀਦ ਹੈ ਤਾਂ ਉਹ ਉਪਭੋਗੀ ਜਿਹੜਾ ਉਹ ਹੁਣ ਤੋਂ ਹੀ ਸੇਵਿੰਗ ਕਰਨੀ ਸ਼ੁਰੂ ਕਰ ਦੇਗਾ। ਵਰਤਮਾਨ ਜਿਹੜੀ ਮੰਗ ਆ ਉਹ ਘਟ ਜਾਏਗੀ, ਠੀਕ ਹੈ ਜੀ, ਧਿਆਨ 'ਚ ਰੱਖਣਾ। ਨੋਰਮਲੀ ਦੇਅਰ ਵਿਲ ਨਾਟ ਬੀ ਅ ਸ਼ਿਫਟ ਇਨ ਦੀ ਡਿਮਾਂਡ ਕਰਵ, ਠੀਕ ਹੈ। ਵੈਨ ਕਹਿੰਦੇ ਡਿਮਾਂਡ ਕਰਵ ਦੇ ਵਿੱਚ ਸ਼ਿਫਟ ਨਹੀਂ ਹੁੰਦਾ, ਠੀਕ ਹੈ, ਯਾਨੀ ਕਿ ਸ਼ਿਫਟ ਦੇ ਵਿੱਚ 2 ਡੀਡੀ ਕਰਵ ਬਣਦੇ ਆ, ਠੀਕ ਹੈ। ਇਹ ਜਾਂ ਤਾਂ ਜੇ ਮੰਨ ਲਓ ਆ ਡੀਡੀ ਕਰਵ ਹੈ, ਜਾਂ ਤਾਂ ਇਹ ਰਾਈਟ ਵਰਡ ਬਣੇਗਾ, ਰਾਈਟ ਹੈਂਡ ਸਾਈਡ ਬਣੇਗਾ, ਠੀਕ ਹੈ ਜੀ। ਇਹਦਾ ਮਤਲਬ ਇਹ ਹੈ ਵੀ ਮੰਗ ਇਨਕਰੀਜ਼ ਹੋ ਰਹੀ ਹੈ, ਇਨਕਰੀਜ਼ ਇਨ ਡਿਮਾਂਡ, ਜਾਂ ਉਹ ਲੈਫਟ ਵਾਲੀ ਸਾਈਡ ਜਾਏਗਾ, ਇਹਨੂੰ ਆਪਾਂ ਡਿਕਰੀਜ਼ ਇਨ ਡਿਮਾਂਡ ਕਹਾਂਗੇ। ਹਾਂਜੀ, ਕਦੋਂ ਨਹੀਂ ਚੇਂਜ ਹੁੰਦਾ ਗਾ, ਇਹਦੇ ਵਿੱਚ ਇੱਕ ਗੱਲ ਧਿਆਨ ਰੱਖਣੀ ਹੈ, ਜਦੋਂ ਵੀ ਆਪਾਂ ਇਨਕਰੀਜ਼ ਤੇ ਡਿਕਰੀਜ਼ ਦੀ ਗੱਲ ਕਰਨੀ ਹੈ ਤਾਂ ਉਸ ਪ੍ਰੋਡਕਟ ਦੀ ਖੁਦ ਦੀ ਪ੍ਰਾਈਸ ਹੈ ਕਾਂਸਟੈਂਟ ਰਹਿੰਦੀ ਹੈ, ਠੀਕ ਹੈ ਜੀ। ਤੇ ਇਹ ਕਹਿੰਦੇ ਨੋਟ ਮੂਵ ਹੋਏਗਾ, ਸ਼ਿਫਟ ਨਹੀਂ ਹੋਏਗਾ, ਕਦੋਂ ਨਹੀਂ ਹੋਏਗਾ, ਪ੍ਰਾਈਸ ਆਫ ਕਮੋਡਿਟੀ ਫਾਲ। ਹਾਂਜੀ, ਜਦੋਂ ਇਹਦੀ ਕੰਡੀਸ਼ਨ ਹੀ ਹੈ ਨਹੀਂ ਗੀ, ਠੀਕ ਹੈ, ਕਹਿੰਦੇ ਵੀ ਵਸਤੂ ਦੀ ਕੀਮਤ ਘਟ ਜਾਏਗੀ। ਜੇ ਇੱਕ ਵਸਤੂ ਦੀ ਕੀਮਤ ਘਟ ਰਹੀ ਹੈ ਤਾਂ ਉਹਦੇ ਨਾਲ ਕੀ ਹੋਏਗਾ, ਉਸ ਵਸਤੂ ਦੀ ਮੰਗ ਵਧੇਗੀ, ਪਰ ਉਸ ਮੰਗ ਨੂੰ ਆਪਾਂ ਐਕਸਟੈਂਸ਼ਨ ਆਫ ਡਿਮਾਂਡ ਕਹਾਂਗੇ, ਮੰਗ ਦਾ ਵਿਸਥਾਰ ਕਹਾਂਗੇ, ਠੀਕ ਹੈ। ਇਹਦਾ ਰਾਈਟ ਆਨਸਰ ਹੀ ਬਣੇਗਾ। ਹਾਂਜੀ, ਮੂਵਮੈਂਟ ਅਲੋਂਗ ਦੀ ਡਿਮਾਂਡ ਕਰਵ, ਮੂਵਮੈਂਟ ਅਲੋਂਗ ਦੀ ਡਿਮਾਂਡ ਕਰਵ ਦੀ ਗੱਲ ਹੋ ਰਹੀ ਹੈ, ਜਾਂ ਤਾਂ ਮੰਗ ਦਾ ਵਿਸਥਾਰ ਹੋਏਗਾ ਜਾਂ ਮੰਗ ਦਾ ਸੰਕੁਚਨ ਹੋਏਗਾ। ਕੀ ਸ਼ੋ ਕਰਦਾ, ਇਹ ਸ਼ੋ ਕਰਦਾ ਐਕਸਪੈਂਸ਼ਨ ਐਂਡ ਕੰਟਰੈਕਸ਼ਨ ਆਫ ਡਿਮਾਂਡ, ਠੀਕ ਹੈ ਜੀ, ਮੰਗ ਦਾ ਵਿਸਥਾਰ ਜਾਂ ਮੰਗ ਦਾ ਸੰਕੁਚਨ। ਦੀ ਰਾਈਜ਼ ਆਫ ਇਨਕਮ, ਠੀਕ ਹੈ, ਐਂਡ ਡਿਵੈਲਪਿੰਗ ਕੰਟਰੀਜ਼ ਵੁੱਡ ਲੀਡ ਟੂ ਡਿਮਾਂਡ ਕਰਵ ਟੂ ਸ਼ਿਫਟ। ਹਾਂਜੀ, ਜਦੋਂ ਵਿਕਸਿਤ ਦੇਸ਼ਾਂ ਦੇ ਲੋਕਾਂ ਦੀ ਜਿਹੜੀ ਹੈਗੀ ਆ ਆਮਦਨ ਵੱਧਦੀ ਹੈ ਤਾਂ ਉਸ ਦੇਸ਼ ਦੇ ਲੋਕਾਂ ਦੀ ਮੰਗ ਵੀ ਵਧੇਗੀ, ਤਾਂ ਇਹ ਦੱਸਣਾ ਵੀ ਕਿਧਰੇ ਪਾਸੇ ਮੂਵ ਹੋਏਗਾ, ਠੀਕ ਹੈ ਜੀ। ਸ਼ਿਫਟ ਦੀ ਗੱਲ ਹੋ ਰਹੀ ਹੈ, ਪ੍ਰਾਈਸ ਕਾਂਸਟੈਂਟ ਰਹੇਗੀ ਸ਼ਿਫਟ ਦੇ ਵਿੱਚ। ਆਪਣੇ ਕੋਲ ਪਰਸਨ ਪਹਿਲਾਂ ਫਸਟ ਡੀ ਕਰਵ ਹੈ, D1 ਜਦੋਂ ਇਨਕਮ ਇਨਕਰੀਜ਼ ਹੋਏਗੀ ਤਾਂ ਪਹਿਲਾਂ ਕੁਆਂਟੀਟੀ ਸਿਰਫ ਕਿਊ ਖਰੀਦ ਰਹੇ ਸੀ, ਤਾਂ ਜਦੋਂ ਇਨਕਮ ਇਨਕਰੀਜ਼ ਹੋਗੀ ਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਮਾਤਰਾ Q1 ਖਰੀਦਣੀ ਸ਼ੁਰੂ ਕਰ ਦੇਣਗੇ, ਠੀਕ ਹੈ ਜੀ। D2 ਤੇ ਆਹ ਸ਼ਿਫਟ ਹੋ ਰਹੀ ਹੈ, ਇਹਦਾ ਮਤਲਬ ਰਾਈਟ ਹੈਂਡ ਸਾਈਡ ਦਾ ਮੂਵ ਹੋਏਗਾ, ਠੀਕ ਹੈ ਜੀ। ਵਿਚ ਅਮੰਗ ਦੀ ਫੋਲੋਇੰਗ ਫੈਕਟਰ ਡਜ਼ ਨਾਟ ਲੀਡ ਟੂ ਆ ਸ਼ਿਫਟ ਇਨ ਡਿਮਾਂਡ ਕਰਵ, ਠੀਕ ਹੈ। ਡਿਮਾਂਡ ਕਰਵ ਦੇ ਸ਼ਿਫਟ ਦੇ ਵਿੱਚ ਦੱਸਣਾ ਹੈ ਕਿ ਕਿਹੜਾ ਫੈਕਟਰ ਹੈ ਜਿਹੜਾ ਉਹ ਲੀਡ ਨਹੀਂ ਕਰਦਾ। ਇਨਕਮ ਕਰਕੇ ਡਿਮਾਂਡ ਕਰਵ ਸ਼ਿਫਟ ਹੋਏਗਾ, ਬਿਲਕੁਲ ਹੋਏਗਾ। ਜੇ ਇਨਕਮ ਵਧੇਗੀ ਤਾਂ ਰਾਈਟ ਸਾਈਡ ਡਿਮਾਂਡ ਕਰਵ ਸ਼ਿਫਟ ਹੋ ਜਾਏਗਾ, ਜੇ ਇਨਕਮ ਘਟੇਗੀ ਤਾਂ ਲੈਫਟ ਸਾਈਡ ਹੋ ਜਾਏਗਾ। ਪ੍ਰਾਈਸ ਆਫ ਦੀ ਪ੍ਰੋਡਕਟ, ਹਾਂਜੀ, ਵਸਤੂ ਦੀ ਕੀਮਤ ਹੈ ਜਿਹੜੀ ਹੈ ਨਹੀਂ, ਇਹ ਤਾਂ ਆਪਣੇ ਕੋਲ ਐਕਸਟੈਂਸ਼ਨ ਜਾਂ ਕੰਟੈਂਸ਼ਨ ਆਫ ਡਿਮਾਂਡ ਦੇ ਵਿੱਚ ਹੁੰਦਾ ਹੈ। ਹਾਂਜੀ, ਪ੍ਰਾਈਸ ਆਫ ਰਿਲੇਟਿਵ ਪ੍ਰੋਡਕਟਸ, ਬਿਲਕੁਲ ਸੰਬੰਧ ਵਸਤੂਆਂ ਦੀ ਕੀਮਤ ਘਟਣ ਜਾਂ ਵਧਣ ਦੇ ਨਾਲ ਵੀ ਸ਼ਿਫਟ ਹੋਏਗਾ ਡਿਮਾਂਡ ਕਰਵ, ਤੇ ਐਡਵਰਟਾਈਜ਼ਮੈਂਟ ਦੇ ਨਾਲ ਵੀ ਜਿਹੜਾ ਹੈ ਸ਼ਿਫਟ ਹੋਏਗਾ। ਇਹ ਅਦਰ ਫੈਕਟਰ ਹੋ ਗਏ, ਅਦਰ ਫੈਕਟਰ ਦੇ ਕਰਕੇ ਹੀ ਜਿਹੜਾ ਸ਼ਿਫਟ ਹੁੰਦਾ ਹੈ, ਪ੍ਰਾਈਸ ਕਾਂਸਟੈਂਟ ਬਣੀ ਰਹਿੰਦੀ ਹੈ, ਠੀਕ ਹੈ ਜੀ। ਇਹ ਰਾਈਟ ਆਨਸਰ ਬਣੇਗਾ ਇਹਦਾ 4। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।